ਜੇ ਕੋਈ ਪੱਠੇ ਲੈਣ ਜਾਂਦੀ ਔਰਤ ਤੇ ਉਹ ਗਰੀਬ ਔਰਤ ਨੂੰ ਸਰੀਰਕ ਤੌਰ ਤੇ ਉਹਦਾ ਸ਼ੋਸ਼ਣ ਕੀਤਾ ਜਾਂਦਾ ਤੇ ਉਹਨੂੰ ਕਹਿ ਗਿਆ ਪੱਠੇ ਪੰਡ ਵੱਢ ਲੈ, ਸਾਗ ਤੋੜ ਲੈ, ਤੇ ਉਹਦੇ ਲਈ ਉਹ ਸ਼ੋਸ਼ਣ ਹੁੰਦਾ ਰਿਹਾ। ਜਿਹੜੇ ਗਰੀਬ ਲੋਕ ਨੇ ਉਹ ਫਿਰ ਵੀ ਕਹਿ ਲਓ ਕਿ ਰੰਗ ਉਹਨਾਂ ਦਾ ਪੱਕੇ ਹੁੰਦੇ ਨੇ, ਪਰ ਜੇ ਗੋਰਾ ਬੱਚਾ ਜੰਮ ਜਾਂਦਾ ਤੇ ਉਹ ਸਾਂਭ ਲੈਂਦੇ ਨੇ। ਪਰ ਜੇ ਕਿਤੇ ਵੱਡੇ ਪਰਿਵਾਰ 'ਚ ਥੋੜ੍ਹਾ ਜਿਹਾ ਪੱਕੇ ਰੰਗ ਦਾ ਬੱਚਾ ਪੈਦਾ ਹੋ ਜਾਏ ਤੇ ਪਰਿਵਾਰ ਜਿਹੜੇ ਆ ਉਹ ਨਕਸ਼ੇ 'ਚੋਂ ਮਿਟ ਜਾਂਦੇ ਨੇ। ਕਿ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਕਿ 2700 ਰੁਪਏ ਆਪਾਂ ਝੋਨੇ ਦਾ ਮੁੱਲ ਤੈਅ ਕੀਤਾ, ਔਰ ਇਹ ਜਿਹੜਾ ਮੁੱਲ ਆ ਇਸ ਤੋਂ ਵੱਧ ਜੇ ਕੋਈ ਦੇਗਾ ਉਹਨੂੰ 5000 ਰੁਪਏ ਜੁਰਮਾਨਾ। ਜਿਹੜਾ ਇਸ ਲਈ ਝੋਨਾ ਲੱਗਣਾ ਦੀ ਲੇਬਰ ਦੀ ਕਮੀ ਹੈ, ਤੇ ਜਿਹੜੇ ਮਜ਼ਦੂਰ ਨੇ ਉਹ ਰੇਟ ਨੂੰ ਬਹੁਤ ਹਾਈ ਕਰਨਗੇ, ਤੇ ਗੁਸਤਾਖ ਜੀ ਕਿਸੇ ਨਾ ਕਿਸੇ ਜਗ੍ਹਾ ਤੱਕ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਮਜ਼ਦੂਰਾਂ ਨੇ ਇਸ ਚੀਜ਼ ਦਾ ਫਾਇਦਾ ਵੀ ਚੱਕਿਆ ਵੀ ਚਲੋ ਜੱਟ ਕਰੋਨਾ 'ਚ ਫਸੇ ਨੇ ਤੇ ਅਸੀਂ ਇਹਦਾ ਰੇਟ ਜਿੰਨਾ ਮਰਜ਼ੀ ਚੱਕ ਦਿਆਂਗੇ। ਸ਼ਾਇਦ ਇਹ ਵੀ ਕਾਰਨ ਰਿਹਾ ਕਿ ਤੁਸੀਂ ਤੈਅ ਕਰ ਦਿੰਦੇ ਹੋ ਕਿ ਆਪਾਂ ਇਕੱਠੇ ਕਰਕੇ ਕਿ 2700 ਰੁਪਏ ਰੇਟ ਆ, ਜਿਹੜਾ ਬਾਹਰ ਲਾਏਗਾ ਉਹਦੇ ਨੀਲੇ ਪੀਲੇ ਕਾਰਡ ਖਤਮ ਕਰਾਂਗੇ, ਬਾਹਰ ਕਿਸੇ ਨੂੰ ਲੇਬਰ ਕਰਨ ਦੀ ਇਜਾਜ਼ਤ ਨਹੀਂ। ਜਦੋਂ ਇਹ ਕਰੋਨਾ ਨਹੀਂ ਸੀ ਉਦੋਂ ਕਦੀ ਇਹਨਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਸੋਚਿਆ ਸੀ ਕਿ ਸਾਡੇ ਪਿੰਡ ਦੀ ਅਸੀਂ ਲੇਬਰ ਨੂੰ ਕੰਮ ਦੇ ਰਹੀ ਨਹੀਂ, ਅਸੀਂ ਭਈਆਂ ਨੂੰ ਕੰਮ ਦੇ ਰਹੇ ਹਾਂ। ਜਿਹੜੇ ਰਾਗੀ ਸਿੰਘ ਜੀ ਉਸ ਦੇ ਪ੍ਰਬੰਧਕ ਸੀ ਕਹਿੰਦੇ ਕਿ ਪਹਿਲੀ ਵਾਰ ਕਿਸੇ ਰਵਿਦਾਸੀਆ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਛਕਾਇਆ ਜਾਏਗਾ, ਸਾਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਵੀ ਇਸ ਲਾਇਕ ਸਮਝਿਆ। ਪਰ ਉੱਪਰੋਂ ਆਰਡਰ ਆ ਗਏ ਕਿ ਉੱਥੇ ਨਹੀਂ ਛਕਾਉਣਾ ਅੰਮ੍ਰਿਤ। ਫਿਰ ਜਿਹੜਾ ਉਹ ਦੂਸਰੇ ਗੁਰਦੁਆਰੇ ਟਕਸਾਲ ਦੀ ਜਿਹੜਾ ਗੁਰਦੁਆਰਾ ਉੱਥੇ ਛਕਾਇਆ ਗਿਆ। ਕਿ ਉਹ ਮੇਰੇ ਵੇਖਣ ਦੀ ਗੱਲ ਆ, ਉੱਥੇ 4-5 ਜਣਿਆਂ ਨੇ ਉਸ ਵੇਲੇ ਮਨਾ ਕਰਤਾ ਕਿ ਅਸੀਂ ਅੰਮ੍ਰਿਤ ਹੀ ਨਹੀਂ ਛਕਣਾ। ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਜਾਂ ਜੱਟ ਦੀ ਜ਼ਮੀਨ ਹੈ, ਜੱਟ ਉਹ ਆਪਣੀ ਜਾਤ ਦਾ ਨਾਮ ਹੀ ਲੈ ਰਿਹਾ, ਕੋਈ ਐਡੀ ਵੱਡੀ ਗੱਲ ਨਹੀਂ ਕਰ ਰਿਹਾ ਕਿ ਉਹ ਕਿਸੇ ਸੂਰਬੀਰ ਦਾ ਨਾਮ ਲੈ ਰਿਹਾ, ਸਿਰਫ ਆਪਣੀ ਜਾਤ ਦਾ ਨਾਮ ਲੈ ਰਿਹਾ, ਪਰ ਉਹਨੂੰ ਉਹਦੇ 'ਚ ਆਨਰ ਆ। ਤੇ ਜੇ ਤੁਸੀਂ ਕੁਝ ਪਿੱਛੇ ਦੇਖੇ ਹੋਣੇ ਕੁਝ ਗਾਣੇ ਆਏ ਕਿ ਅਸੀਂ ਪੁੱਤ 'ਚ ਮਾਰਾਂ ਦੇ, ਉਹ ਵੀ ਸਿਰਫ ਆਪਣੀ ਜਾਤ ਦਾ ਨਾਮ ਲੈ ਰਿਹਾ, ਪਰ ਉਹ 'ਤੇ ਹੱਸਿਆ ਜਾਂਦਾ। ਦੀਪ ਸਿੱਧੂ ਜਿਹੜਾ ਬੰਦਾ ਆ ਉਹ ਕਾਫੀ ਵੀਡੀਓ ਆ ਰਹੀਆਂ ਨੇ ਕਿ ਅਸੀਂ ਦੀ ਪਹਿਲਾਂ ਮੈਂ ਭਾਜਪਾ 'ਚ ਮੇਰੇ 'ਤੇ ਦੋਸ਼ ਲੱਗਦੇ ਰਹੇ ਨੇ, ਮੈਂ ਤਾਂ ਸਨੀ ਦਿਓਲ ਦੀ ਸਪੋਰਟ ਕਰਦਾ, ਉਹ ਤਾਂ ਮੇਰਾ ਬਾਈ ਹੈ। ਹੁਣ ਜਾਂ ਤਾਂ ਤੁਸੀਂ ਮਤਲਬ ਇਮਾਨਦਾਰੀ ਦੇ ਨਾਲ ਤੁਸੀਂ ਦੇਸ਼ ਦੀ ਗੱਲ ਕਰੋਗੇ ਜਾਂ ਬਾਈ ਦੀ ਗੱਲ ਕਰੋਗੇ। ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤੁਸੀਂ ਜਾਓਗੇ 2-2, 3-3 ਕਿਲੋਮੀਟਰ ਦੇ ਏਰੀਆ ਦੇ ਵਿੱਚ 20-20, 25-25 ਗੁਰਦੁਆਰੇ ਨੇ, ਤੇ ਇਤਿਹਾਸਕ ਗੁਰਦੁਆਰਾ ਉੱਥੇ ਇੱਕ ਹੋਏਗਾ ਜਾਂ ਇੱਕ ਵੀ ਨਹੀਂ ਹੈਗਾ ਕਈ ਜਗ੍ਹਾ ਤੇ। ਉੱਥੇ ਬਾਕੀ ਜਿਹੜੇ ਨੇ ਉਹ ਸਿਰਫ ਪਿੰਡਾਂ ਦੇ ਚੌਧਰ ਦੇ ਮਸਲੇ ਨੇ। ਕਿ ਜਿਹੜਾ ਨਾਨਕਸਰੀਆਂ ਦਾ ਗੁਰਦੁਆਰਾ ਆ ਇੱਥੇ ਨਾਨਕਸਰ ਲੁਧਿਆਣੇ ਵਾਲਾ, ਉਹਨਾਂ ਨੇ ਉੱਥੇ ਲਿਖ ਕੇ ਲਾਇਆ ਹੋਇਆ ਕਿ ਇਹ ਜਿਹੜੇ ਭਾਂਡੇ ਨੇ ਜ਼ਿਮੀਂਦਾਰਾਂ ਦੇ ਭਾਂਡੇ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਲਿਖ ਕੇ ਲਾਇਆ ਹੋਇਆ ਤਾਂ ਉੱਥੇ ਤੁਸੀਂ ਉਹ ਕਹਿਣਗੇ, ਉਹਨਾਂ ਨੂੰ ਪੁੱਛੋ ਕੀ ਆ, ਉਹ ਕਹਿੰਦੇ ਸਾਡੇ ਸੰਤਾਂ ਦੀ ਮਰਿਆਦਾ ਆ। ਸਰਸੇ ਵਾਲੇ ਸਾਥ ਦੀ ਜੇ ਗੱਲ ਕਰਦਾ, ਜਿਵੇਂ ਪੋਜ਼ਿਟਿਵਿਟੀ ਦੱਸਦਾ, ਤਾਂ ਉਹ ਜਿਹੜੇ ਬਹੁਤ ਸਾਰੇ ਇਹੋ ਜਿਹੀਆਂ ਵੱਡੀਆਂ ਘਟਨਾਵਾਂ ਜਾਂ ਜਿੱਥੇ ਉਹ ਪਹੁੰਚੇ, ਪਰ ਜੇ ਉਹ ਜ਼ਿੰਦਗੀ ਸੁਧਾਰਨ ਵਾਲੀ ਗੱਲ ਹੈ ਤਾਂ ਜ਼ਿੰਦਗੀਆਂ ਗਾਲੀਆਂ ਵੀ ਬਹੁਤ ਨੇ। ਜਾਂ ਜਿਵੇਂ ਸਰਸੇ ਵਾਲਾ ਸਾਹਿਬ ਦੀ ਆਪਾਂ ਗੱਲ ਕਰੀਏ, ਲੱਖ ਗੱਲ ਕਰ ਲਈਏ ਕਿ ਉਹ ਬਲਾਤਕਾਰੀ ਆ, ਉਹ ਜੇਲ੍ਹ ਦੇ ਵਿੱਚ ਆ। ਇਸ ਵੇਲੇ ਵੀ ਲੋਕ ਜਿਹੜੇ ਆ ਸੁਨਾਰੀਆ ਜੇਲ੍ਹ ਨੂੰ ਮੱਥਾ ਟੇਕ ਰਹੇ ਨੇ। ਸਾਨੂੰ ਯਾਦ ਹੈ ਤੁਸੀਂ ਟੌਫੀਆਂ ਦੇ ਕੇ ਸਾਥੋਂ ਬੁਲਵਾਉਂਦੇ ਸੀ ਗੁਪਤੰਗਾਂ ਦੇ ਨਾਮ, ਤੇ ਹੁਣ ਰੋਹ ਵਿੱਚ ਸਾਡੇ ਮੂੰਹੋਂ ਸੁਭਾਵਿਕ ਹੀ ਨਿਕਲਦੇ ਨੇ, ਤੇ ਤੁਸੀਂ ਸਾਡੇ ਮਿਆਰ ਨੂੰ ਘਟੀਆ ਦੱਸ ਦਿਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ, ਜ਼ਿੰਦਾਬਾਦ ਚੈਨਲ ਤੇ ਸਵਾਗਤ ਹੈ ਤੁਹਾਡਾ। ਦੋਸਤੋ, ਸਾਡੇ ਸ਼ੋਅ ਦੂਸਰਾ ਪੱਖ ਦਾ ਦੂਜਾ ਐਪੀਸੋਡ ਲੈ ਕੇ ਹਾਜ਼ਰ ਹੈ। ਮੇਰੇ ਨਾਲ ਗੁਸਤਾਖ ਜ਼ਹਿਨ ਮੇਰੇ ਸਾਥੀ ਹਾਜ਼ਰ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ। ਮਿਹਰਬਾਨੀ, ਸ਼ੁਕਰੀਆ। ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਸੁਣਦੇ ਨੇ, ਜਿਹੜੇ ਸੁਣਨਗੇ। ਦੋਸਤੋ, ਅੱਜ ਜਿਹੜਾ ਮੁੱਦਾ ਹੈ ਉਹ ਬੜਾ ਗੰਭੀਰ ਹੈ। ਇਹੋ ਜਿਹੇ ਮੁੱਦਿਆਂ 'ਤੇ ਗੱਲ ਬਹੁਤ ਘੱਟ ਹੁੰਦੀ ਹੈ, ਅਤੇ ਬਤੌਰ ਪੱਤਰਕਾਰ ਮੈਂ ਗੱਲ ਇਹ ਕਹਿਣੀ ਚਾਹਾਂਗਾ ਕਿ ਜਦ ਕਿ ਸਾਡੇ ਪੱਤਰਕਾਰ ਵੀਰ ਜਿਹੜੇ ਸ਼ੋਅ ਕਰਦੇ ਨੇ ਜਾਂ ਨੈਸ਼ਨਲ ਮੀਡੀਆ ਜਿਹੜਾ ਪ੍ਰਾਈਮ ਸ਼ੋਅਸ ਕਰਦਾ ਹੈ, ਤਾਂ ਉਹ ਕਿਸੇ ਹੋਰ ਮਸਲਿਆਂ 'ਤੇ, ਜਿਹੜੇ ਮਸਲੇ ਨੇ ਜ਼ਰੂਰੀ ਨਹੀਂ ਹੁੰਦੇ, ਉਹਨਾਂ 'ਤੇ ਸਾਡਾ ਪੰਜਾਬੀ ਮੀਡੀਆ ਵੀ ਜ਼ਿਆਦਾ ਬੋਲਦਾ, ਬਟ ਜੋ ਕੰਮ ਦੇ ਮਸਲੇ ਹੁੰਦੇ ਨੇ ਇਹਨਾਂ 'ਤੇ ਘੱਟ ਬੋਲਿਆ ਜਾਂਦਾ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹੋ ਜਿਹੇ ਮਸਲਿਆਂ 'ਤੇ ਬੋਲੀਏ। ਸੋ ਦੋਸਤੋ, ਬੜਾ ਅਲੱਗ ਤਰੀਕੇ ਦਾ ਮਸਲਾ ਹੈ, ਤੁਹਾਡੇ ਸਾਰਿਆਂ ਨਾਲ ਜੁੜਿਆ ਹੋਇਆ, ਤੁਸੀਂ ਪਿੰਡਾਂ 'ਚ ਰਹਿਣ ਵਾਲੇ ਹੋ, ਤੁਹਾਡੇ ਨਾਲ ਜੁੜਿਆ ਹੋਇਆ। ਅੱਜ ਦਾ ਮਸਲਾ ਹੈ ਕਿ ਜੋ ਪਿੰਡਾਂ ਦੇ ਵਿੱਚ ਇੱਕ ਪਿੰਡ ਹੈ, ਮੰਨ ਲਓ ਇੱਕ ਪਿੰਡ ਦੇ ਵਿੱਚ, ਇੱਕ ਪਿੰਡ ਨੂੰ ਅਸੀਂ ਫੈਮਿਲੀ ਕਹਿੰਦੇ ਹਾਂ, ਇੱਕ ਪਿੰਡ ਦੇ ਵਿੱਚ ਜੇ ਬਹੁਤ ਗਿਣਤੀ ਲੋਕ ਸਿੱਖ ਰਹਿੰਦੇ ਨੇ, ਤਾਂ ਫਿਰ 2 ਗੁਰਦੁਆਰਿਆਂ ਦੀ ਕੀ ਲੋੜ ਹੈ ਜਾਂ 3 ਗੁਰਦੁਆਰਿਆਂ ਦੀ ਕੀ ਲੋੜ ਹੈ। ਇੱਥੋਂ ਤੱਕ ਕਿ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਹੈ, ਕਈ ਪਿੰਡਾਂ ਦੇ ਵਿੱਚ 3-3, 4-4 ਗੁਰਦੁਆਰੇ ਨੇ। ਕਿਉਂ ਬਣਦੇ ਨੇ? ਔਰ ਜੋ ਪਿੰਡਾਂ ਦੇ ਵਿੱਚ ਜੋ ਅਸੀਂ ਕਹਿ ਦਿੰਦੇ, ਜੋ ਹੁਣ ਜਿਵੇਂ ਹਿੰਦੂ ਮੁਸਲਿਮ ਚੱਲ ਰਿਹਾ, ਇਹਦੇ ਤੋਂ ਮੈਨੂੰ ਲੱਗਦਾ ਗੁਸਤਾਖ ਜੀ ਸਭ ਤੋਂ ਜ਼ਿਆਦਾ ਪੰਜਾਬ ਹੀ ਬਚਿਆ ਹੋਇਆ। ਪਰ ਪੰਜਾਬ ਦੇ ਵਿੱਚ ਇਹ ਜਿਹੜਾ ਦੂਸਰਾ ਪਿੰਡਾਂ ਦੀ ਜਾਤੀ ਪਾਤੀ ਦਾ ਆਪਸ ਵਿੱਚ ਕੰਮ ਚੱਲ ਰਿਹਾ,
ਇਹ ਕਿੰਨਾ ਸਾਨੂੰ ਨੁਕਸਾਨ ਦੇਗਾ, ਇਹਦੇ ਰਿਜ਼ਲਟ ਆਉਣ ਵਾਲੇ ਸਮੇਂ 'ਚ ਕੀ ਹੋਣਗੇ। ਹਾਲ ਹੀ ਦੇ ਵਿੱਚ ਇੱਕ ਬੜਾ ਇਹਦੇ ਵਿੱਚ ਇੱਕ ਮਸਲਾ, ਉਹਦੀ ਐਗਜ਼ਾਮਪਲ ਦੇ ਕੇ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਜਿਹੜਾ ਪਿੱਛੇ ਜੇ ਝੋਨਾ ਲਵਾਈ ਸ਼ੁਰੂ ਹੋਈ ਸੀ, ਉਹਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਐਲਾਨ ਹੋਏ ਸੀ, ਤਾਂ ਜੋ ਵੀਰ ਮਜ਼ਦੂਰ ਸੀ ਉਹਨਾਂ ਦੇ ਕਈ ਸਵਾਲ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੋਈ। ਸਾਰੇ ਮਸਲਿਆਂ 'ਤੇ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਗੁਸਤਾਖ ਜੀ ਇਹੀ ਹੈ ਕਿ ਸਾਡਾ ਪਿੰਡ ਹੈ, ਮਤਲਬ ਜੇ ਮੇਰਾ ਪਿੰਡ ਹੈ, ਮੇਰਾ ਪਿੰਡ ਇੱਕ ਪਰਿਵਾਰ ਹੈ, ਤੇ ਇਹ ਗੁਰਦੁਆਰੇ ਜਿਹੜੇ ਨੇ, ਤੁਸੀਂ ਬਹੁਤ ਸਾਰਾ ਇਤਿਹਾਸ ਪੜ੍ਹਿਆ, ਤੁਸੀਂ ਤਾਂ ਸੱਚਮੁੱਚ ਬਹੁਤ ਕਿਤਾਬਾਂ ਪੜ੍ਹੀਆਂ ਨੇ ਇਸ ਮਾਮਲੇ 'ਤੇ, ਬੜਾ ਰਿਸਰਚ ਕੀਤਾ ਹੋਇਆ। ਕਦੋਂ ਕਦੇ ਚੱਲਦੇ ਮਾਮਲੇ? ਪਹਿਲਾਂ ਵੀ ਇਦਾਂ ਹੀ ਹੁੰਦਾ ਸੀ ਵੀ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਹੁੰਦੇ ਸੀ, ਜਾਂ ਕਿ ਹੁਣੇ ਕੁਝ ਥੋੜਾ ਟਾਈਮ ਦੇਖੋ ਇਹ ਜਿਹੜਾ ਨਾ ਆਜ਼ਾਦੀ ਤੋਂ ਪਹਿਲਾਂ ਜਿੱਥੋਂ ਤੱਕ ਬਹੁਤ ਗਿਣਤੀ ਜੇ ਕਹਿ ਲਿਆ ਜਾਵੇ ਕਿ 90% 95% ਪਿੰਡਾਂ ਦੇ ਵਿੱਚ ਇੱਕ ਹੀ ਕੋਈ ਗੁਰਦੁਆਰਾ ਸੀ, ਜਾਂ ਇਤਿਹਾਸਕ ਗੁਰਦੁਆਰਾ ਹੋਣ ਦੇ ਨਾਲ ਕਿਉਂਕਿ ਕਈ ਵਾਰ ਇਤਿਹਾਸਕ ਗੁਰਦੁਆਰਾ ਜਿਹੜਾ ਉਹ ਪਿੰਡ ਤੋਂ ਬਾਹਰ ਹੁੰਦਾ, ਤੇ ਪਿੰਡ ਦੇ ਕਿਸੇ ਮੋਹਤਬਰਾਂ ਨੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਛੋਟਾ ਜਿਹਾ ਬਣਵਾ ਲਿਆ ਕਿ ਸਾਨੂੰ ਗੁਰੂ ਮਹਾਰਾਜ ਦਾ ਸਰੂਪ ਲੈਣ ਦੂਰ ਜਾਣਾ ਪੈਂਦਾ, ਇਹਨੇ ਛੋਟਾ ਬਣਾ ਲਓ। ਇਹ ਚੱਲਦੀ ਆਈ ਗੱਲ। ਪਰ ਜਿੱਦਾਂ ਤੁਸੀਂ ਕਿਹਾ ਕਿ ਹਿੰਦੂ ਮੁਸਲਿਮ ਦਾ ਮਸਲਾ ਜਿਹੜਾ ਆ ਉਹ ਹਿੰਦੁਸਤਾਨ 'ਚ ਚੱਲ ਰਿਹਾ, ਪੰਜਾਬ 'ਚ ਘੱਟ ਆ। ਪੰਜਾਬ ਦੇ ਵਿੱਚ ਵੀ ਜਾਤੀ ਪ੍ਰਥਾ ਜਿਹੜੀ ਆ ਉਹ ਬਹੁਤ ਵੱਡੇ ਦਰਜੇ 'ਤੇ ਰਹੀ ਹੈ। ਕੋਈ ਪੰਜਾਬ ਦੇ ਅੱਜ ਵੀ ਆਜ਼ਾਦੀ ਤੋਂ, ਮੈਂ ਆਜ਼ਾਦੀ ਨੂੰ ਗੱਲ ਛੱਡੋ, ਤੁਸੀਂ ਜਿਹੜਾ ਸਿੱਖੀਜ਼ਮ ਜਦੋਂ ਆਇਆ, ਸਿੱਖੀਜ਼ਮ ਦੇ ਨਾਲ ਬਰਾਬਰਤਾ ਦੀ ਗੱਲ ਚੱਲੀ ਹੈ, ਪਰ ਅੱਜ ਵੀ 500 ਸਾਲ ਬਾਅਦ ਅੱਜ ਵੀ ਪਿੰਡਾਂ ਦੇ ਵਿੱਚ ਵੱਖਰੇ ਮੁਹੱਲੇ ਨੇ, ਜਿਹੜੇ ਦਲਿਤਾਂ ਦੇ ਮੁਹੱਲੇ ਵੱਖਰੇ ਨੇ। ਪਤਾ ਹੈ ਕਿ ਆਹ ਜਿਹੜੀ ਪੱਤੀ ਹੈ ਪਿੰਡਾਂ ਦੀ, ਇਹ ਜਿਹੜੀ ਇਹ ਪ੍ਰਜਾਪਤਾਂ ਦੀ ਪੱਤੀ ਹੈ, ਇਹ ਰਾਮਗੜੀਆਂ ਦੀ ਹੈ, ਇਹ ਜੱਟ ਪਰਿਵਾਰਾਂ ਦੀ ਹੈ। ਇਸ ਵੇਲੇ ਅਜੇ ਤੱਕ ਜਿਹੜੇ ਨੇ ਉਹ ਸ਼ਮਸ਼ਾਨ ਘਾਟ ਵੱਖਰੇ ਨੇ, ਕਿ ਪਿੰਡਾਂ 'ਚ ਇਹ ਜਿਹੜੇ ਦਲਿਤ ਨੇ ਉਹਨਾਂ ਦਾ ਸੰਸਕਾਰ ਇਸ ਸ਼ਮਸ਼ਾਨ ਘਾਟ 'ਚ ਹੋਣਾ। ਜਿਹੜਾ ਕੋਈ ਦੂਸਰੇ ਜੱਟ ਸੰਪਰਦਾ ਨਾਲ, ਮਤਲਬ ਜੱਟਾਂ ਦੇ ਨਾਲ ਸੰਬੰਧਿਤ ਹੈ, ਉਹਨਾਂ ਦਾ ਕੋਈ ਹੋਣਾ, ਇਹ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਹੈਗੀ। ਸਿੱਖਾਂ ਦੇ ਉਹਨਾਂ ਪਿੰਡਾਂ ਦੀ ਗੱਲ ਕਰ ਰਹੇ ਨੇ ਜਿਹੜੇ ਸਿੱਖਾਂ ਨੂੰ ਸਾਨੂੰ ਹੁਕਮ ਦਿੱਤੇ ਗਏ ਨੇ ਵੀ ਅਸੀਂ ਇੱਕੋ ਹੀ ਆ, ਅਸੀਂ ਮਤਲਬ ਇੱਕੋ ਜੋਤ ਦੇ ਬਣੇ ਹੋਏ ਆ, ਬਟ ਉੱਥੇ ਹੀ ਇਹ ਸਾਰਾ ਕੁਝ ਹੋ ਰਿਹਾ ਜਿੱਥੇ ਸ਼ਮਸ਼ਾਨ ਘਾਟ ਵੀ ਵੱਖਰੇ। ਬਿਲਕੁਲ ਜਿੱਦਾਂ ਤੁਸੀਂ ਗੱਲ ਕੀਤੀ ਨਾ ਕਿ ਪੰਜਾਬ ਦੇ ਵਿੱਚ ਘੱਟ ਆ, ਉਹ ਕਿਸੇ ਨੇ ਇੱਕ ਵਾਰ ਗੱਲ ਕੀਤੀ ਸੀ ਕਿ ਆਪਣਾ ਕੇਰਲਾ ਦੇ ਵਿੱਚ ਜਿਹੜੇ ਆ ਉਹ ਰੇਪ ਜਿਹੜੇ ਨੇ ਸਭ ਤੋਂ ਜ਼ਿਆਦਾ ਉਹ ਨੋਟਿਸ ਹੁੰਦੇ ਨੇ, ਤੇ ਤੁਸੀਂ ਕਹਿੰਦੇ ਹੋ ਕੇਰਲਾ ਪੜ੍ਹਿਆ ਲਿਖਿਆ। ਤੋ ਜਵਾਬ ਉਹਦਾ ਕਿਸੇ ਸਿਆਣੇ ਬੰਦੇ ਨੇ ਦਿੱਤਾ ਸੀ ਕਿ ਕੇਰਲਾ 'ਚ ਇਸ ਕਰਕੇ ਹੁੰਦੇ ਨੇ ਕਿ ਉੱਥੋਂ ਦੇ ਲੋਕ ਐਜੂਕੇਟਡ ਨੇ, ਜਿਹੜੇ ਐਜੂਕੇਸ਼ਨ ਨਾਲ ਜੁੜੇ ਹੋਏ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਉਹ ਕੰਪਲੇਂਟ ਕਰਨਾ ਜਾਣਦੇ ਆ। ਬਿਲਕੁਲ, ਉਹਨਾਂ ਨੂੰ ਪਤਾ ਕਿ ਅਸੀਂ ਜਾ ਕੇ ਅਦਾਲਤ 'ਚ ਇਹ ਸਾਡੇ ਨਾਲ ਧੱਕਾ ਹੋਇਆ। ਜਿਹੜੇ ਘੱਟ ਪੜ੍ਹੇ ਲਿਖੇ ਇਲਾਕੇ ਨੇ ਜੇ ਸਾਡੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਹੱਕ ਕੀ ਨੇ, ਤੇ ਇਸ ਕਰਕੇ ਉਹਨਾਂ ਦੇ ਸਾਹਮਣੇ ਨਹੀਂ ਆਉਂਦੇ ਕਿ ਉੱਥੇ ਹੋ ਰਿਹਾ ਕੁਝ ਜਾਂ ਨਹੀਂ ਹੋ ਰਿਹਾ। ਬਹੁਤ ਸਾਰੇ ਹੋ ਜਾਂਦੇ ਹੋਣੇ, ਕੋਈ ਰਜਿਸਟਰ ਨਹੀਂ ਕਰਦਾ, ਕੋਈ ਕਹਿੰਦਾ ਬਦਨਾਮੀ ਕਿਉਂ ਕਰਾਉਣੀ ਹੈ, ਬਹੁਤ ਕੁਝ ਹੁੰਦਾ। ਬਿਲਕੁਲ ਉਹ ਜਿਹੜਾ ਮਸਲਾ ਹੈ ਨਾ ਕਿ ਚਲੋ ਉਹ ਇੱਕ ਉਦਾਹਰਨ ਦੇ ਤੌਰ ਤੇ ਗੱਲ ਕਰ ਰਹੇ ਹਾਂ, ਜੇ ਪੰਜਾਬ ਦੇ ਵਿੱਚ ਵੀ ਗੁਰਦੁਆਰੇ ਬਣਦੇ ਨੇ, ਦਲਿਤਾਂ ਦੇ ਗੁਰਦੁਆਰੇ, ਰਵਿਦਾਸੀਆ ਸੰਪਰਦਾ ਜਿਹੜੀ ਹੈ ਇਹ ਕੋਈ ਨਵੀਂ ਬਹੁਤ ਪੁਰਾਣੀ ਤਾਂ ਨਹੀਂ ਕਿ ਜਿਹੜੇ ਭਗਤ ਰਵਿਦਾਸ ਨੂੰ ਗੁਰੂ ਰਵਿਦਾਸ ਕਹਿਣਾ ਸ਼ੁਰੂ ਕਦੋਂ ਹੋਇਆ? ਕਦੋਂ ਉਹਨਾਂ ਨੇ ਸੋਚਿਆ ਕਿ ਹੁਣ ਇਹ ਰਵਿਦਾਸੀਆ ਜਿਹੜੀ ਸੰਪਰਦਾ ਇਹ ਵੱਖਰੀ ਬਣ ਜਾਣੀ ਚਾਹੀਦੀ ਹੈ ਤੇ ਇਹਦੇ ਗੁਰਦੁਆਰੇ ਜਿਹੜੇ ਬਣ ਜਾਣੇ ਚਾਹੀਦੇ ਜਾਂ ਜਿਹੜੇ ਵਾਲਮੀਕੀ ਸੰਪਰਦਾ ਆ ਇਹ ਜਿਹੜੀ ਹੈ ਇਹ ਕਦੋਂ ਹੋਣ ਚਾਹੀਦੀ? ਮਤਲਬ ਆਜ਼ਾਦੀ ਤੋਂ ਬਾਅਦ ਦੀਆਂ ਗੱਲਾਂ ਨੇ ਸਾਰੀਆਂ। ਦੇਖੋ ਪੰਜਾਬ ਦੇ ਵਿੱਚ ਜਿਹੜੀ ਮੈਂ ਗੱਲ ਕਰਦਾ, ਮੈਂ ਆਪਣੀ ਦੇਖਾਂ ਜੀ, ਮੇਰੇ ਆਸੇ-ਪਾਸੇ ਦੇ ਪਿੰਡ ਹੈ, ਰੱਬ ਦੀ ਕਿਰਪਾ ਕਿ ਸਾਡੇ ਪਿੰਡ ਦੇ ਵਿੱਚ ਇੱਕੋ ਗੁਰਦੁਆਰਾ ਹੈ, ਪਰ ਆਸੇ-ਪਾਸੇ ਪਿੰਡਾਂ ਦੇ ਵਿੱਚ ਕੁਝ ਗੁਰਦੁਆਰੇ ਨੇ, ਪਰ ਮੈਂ ਬਚਪਨ 'ਚ ਨਹੀਂ ਇਹ ਗੱਲਾਂ ਸੁਣੀਆਂ ਸੀ। ਸੋ ਮੈਨੂੰ ਲੱਗਦਾ ਕਿ ਮੈਂ ਤਾਂ ਸਵਾਲ ਕਰ ਰਿਹਾ ਵੀ ਬਹੁਤੀ ਪੁਰਾਣੀ ਗੱਲ ਨਹੀਂ ਹੈ। ਦੇਖੋ ਜਿਵੇਂ ਮੈਂ ਗੱਲ ਕੀਤੀ ਨਾ, ਬਚਪਨ 'ਚ ਤੁਸੀਂ ਗੱਲਾਂ ਨਹੀਂ ਸੁਣੀਆਂ, ਜਿਹੜੀਆਂ ਗੱਲਾਂ ਨੇ ਉਹ ਬਹੁਤ ਤਿੱਖੀਆਂ ਗੱਲਾਂ ਨੇ। ਗੱਲਾਂ ਇੰਝ ਨੇ ਕਿ ਜਿਹੜੇ ਦਲਿਤ ਸਮਾਜ ਦਾ ਸ਼ੋਸ਼ਣ ਹੁੰਦਾ ਆ ਸ਼ੁਰੂ ਤੋਂ। ਜੇ ਕੋਈ ਇਹ ਗੱਲ ਨੂੰ ਕੋਈ ਸਕਰੀਨ ਤੇ ਕਹਿਣ ਲਈ ਤਿਆਰ ਨਹੀਂ ਹੁੰਦਾ ਕਿ ਜੱਟ ਪਰਿਵਾਰਾਂ ਨੇ ਦਲਿਤਾਂ ਦਾ ਸਰੀਰਕ ਸ਼ੋਸ਼ਣ ਕੀਤਾ। ਜੇ ਕੋਈ ਪੱਠੇ ਲੈਣ ਜਾਂਦੀ ਔਰਤ ਤੇ ਉਹ ਗਰੀਬ ਔਰਤ ਨੂੰ ਸਰੀਰਕ ਤੌਰ ਤੇ ਉਹਦਾ ਸ਼ੋਸ਼ਣ ਕੀਤਾ ਜਾਂਦਾ ਤੇ ਉਹਨੂੰ ਕਿਹਾ ਗਿਆ ਪੱਠੇ ਪੰਡ ਵੱਢ ਲੈ, ਸਾਗ ਤੋੜ ਲੈ, ਤੇ ਉਹਦੇ ਲਈ ਉਹ ਸ਼ੋਸ਼ਣ ਹੁੰਦਾ ਰਿਹਾ। ਤੇ ਜੇ ਉਹ ਚੀਜ਼ ਨੂੰ, ਇਹਦੇ ਤੇ ਇੱਕ ਵਾਰ ਮੈਂ ਕਵਿਤਾ ਵੀ ਲਿਖੀ ਸੀ ਕਿ ਜਿਹੜੇ ਗਰੀਬ ਲੋਕ ਨੇ ਉਹ ਫਿਰ ਵੀ ਕਹਿ ਲਓ ਕਿ ਰੰਗ ਉਹਨਾਂ ਦਾ ਪੱਕੇ ਹੁੰਦੇ ਨੇ, ਪਰ ਜੇ ਗੋਰਾ ਬੱਚਾ ਜੰਮ ਜਾਂਦਾ ਤੇ ਉਹ ਸਾਂਭ ਲੈਂਦੇ ਨੇ। ਪਰ ਜੇ ਕਿਤੇ ਵੱਡੇ ਪਰਿਵਾਰ 'ਚ ਥੋੜ੍ਹਾ ਜਿਹਾ ਪੱਕੇ ਰੰਗ ਦਾ ਬੱਚਾ ਪੈਦਾ ਹੋ ਜਾਏ ਤੇ ਪਰਿਵਾਰ ਜਿਹੜੇ ਆ ਉਹ ਨਕਸ਼ੇ 'ਚੋਂ ਮਿਟ ਜਾਂਦੇ ਨੇ ਕਿ ਐਡਾ ਵੱਡਾ ਜਿਹੜਾ ਕੋਈ ਝੱਲਦਾ ਨਹੀਂ ਆਪਣੇ ਉੱਪਰ ਦੋਸ਼ ਜਿਹੜਾ ਆ। ਸੋ ਇਹ ਜਿਹੜੀਆਂ ਗੱਲਾਂ ਇਹ ਬੜੀਆਂ ਲੁਕਵੀਆਂ ਜਿਹੀਆਂ ਗੱਲਾਂ ਨੇ ਤੇ ਇਹਨਾਂ ਨੂੰ ਸਪਸ਼ਟ ਤੌਰ ਤੇ ਕੋਈ ਮੰਨਣਾ ਨਹੀਂ ਚਾਹੁੰਦਾ, ਪਰ ਇਹ ਹੁੰਦੀਆਂ ਰਹੀਆਂ ਨੇ, ਹੋ ਰਹੀਆਂ ਨੇ। ਇਹ ਤੁਸੀਂ ਆਪਣੇ ਪਿੰਡ 'ਚ ਵੀ, ਜੇ ਤੁਸੀਂ ਆਪਾਂ ਜੱਟ ਪਰਿਵਾਰ ਤੋਂ ਕੋਈ ਸੰਬੰਧਿਤ ਹੈਗਾ ਜਾਂ ਦੋਸਤ ਮਿੱਤਰ ਹੁੰਦੇ ਨੇ, ਤੁਸੀਂ ਏਜ 'ਚੋਂ ਲੰਘਦੇ ਆ, ਇਹ ਗੱਲਾਂ ਉਹਨਾਂ ਦਾ ਹਿੱਸਾ ਰਹੀਆਂ ਨੇ। ਇਹ ਯੰਗ ਯੂਥ ਜਿਹੜੀ ਆ ਉਹ ਇਹਨਾਂ ਗੱਲਾਂ ਕਰਕੇ ਉਹਨਾਂ ਦਾ ਸ਼ੋਸ਼ਣ ਹੁੰਦਾ ਰਿਹਾ। ਜਦੋਂ ਤੁਸੀਂ ਹੁਣ ਅੱਜ ਦੇ ਝੋਨੇ ਦੀ ਤੁਸੀਂ ਗੱਲ ਕੀਤੀ ਆ ਕਿ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਕਿ 2700 ਰੁਪਏ ਆਪਾਂ ਝੋਨੇ ਦਾ ਮੁੱਲ ਤੈਅ ਕੀਤਾ, ਔਰ ਇਹ ਜਿਹੜਾ ਮੁੱਲ ਆ ਇਸ ਤੋਂ ਵੱਧ ਜੇ ਕੋਈ ਦੇਗਾ ਉਹਨੂੰ 5000 ਰੁਪਏ ਜੁਰਮਾਨਾ।
ਤੇ ਗੁਰਦੁਆਰੇ 'ਚ ਅਰਦਾਸ ਕਰਨ ਨੇ ਧੰਨ ਗੁਰੂ ਨਾਨਕ ਦੇਵ ਜੀ ਪ੍ਰਥਮ ਭਗੌਤੀ ਸਿਮਰਕੈ ਗੁਰਬਾਣੀ ਦਾ ਨਾਮ ਲੈ ਕੇ ਅਰਦਾਸ ਕਰਕੇ ਗੁਰੂ ਸਾਹਿਬ ਲਈ ਅਰਦਾਸ ਕੀ ਕਰ ਰਹੇ ਹਾਂ ਕਿ ਅਸੀਂ ਜਿਹੜਾ ਮਤਾ ਪਕਾਇਆ ਇਹਦੇ ਉੱਪਰ ਸਾਨੂੰ ਪਹਿਰਾ ਦੇਣ ਦਾ ਬਲ ਬਖਸ਼ੋ, ਤੇ ਤਾਂ ਕਿ ਜਿਹੜੇ ਲੋਕ ਨੇ ਉਹ ਸਾਡੇ ਨਾਲ ਜੁੜੇ ਰਹਿਣ। ਤੇ ਇਹ ਜਿਹੜੇ ਉਹਨਾਂ ਨੇ ਹੁਕਮ ਕੀ ਕੀਤੇ ਨੇ ਕਿ ਤੁਸੀਂ ਪਹਿਲਾਂ ਸਾਡਾ ਝੋਨਾ ਲਾਉਣਾ 2700 ਰੁਪਏ ਦੇ ਲਾਉਣਾ, ਜਿਹੜਾ ਕੋਈ ਬਾਹਰ ਲਾਏਗਾ ਉਹਦਾ ਅਸੀਂ ਨੀਲਾ ਪੀਲਾ ਕਾਰਡ ਜਿਹੜਾ ਉਹ ਅਸੀਂ ਬੰਦ ਕਰਾਵਾਂਗੇ, ਪਿੰਡ 'ਚੋਂ ਕੋਈ ਸਹੂਲਤ ਨਹੀਂ ਮਿਲੇਗੀ, ਇਹ ਸਹੂਲਤ ਪਿੰਡ 'ਚੋਂ ਲੈਂਦੇ ਆ, ਕੰਮ ਬਾਹਰ ਕਰਦੇ ਆ ਕਿ ਉਹ ਤੁਹਾਡੇ ਗੁਲਾਮ ਨੇ। ਅੱਛਾ, ਮੈਂ ਗੁਸਤਾਖ ਜੀ, ਮੈਂ ਇੱਕ ਜੱਟ ਪਰਿਵਾਰ ਤੋਂ ਬਿਲੋਂਗ ਕਰਦਾ। ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਤਾਂ ਉਹ ਸਭ ਕੁਝ ਅਸੀਂ ਦੇਖਿਆ, ਅੱਖਾਂ ਦੇ ਸਾਹਮਣੇ ਹੁੰਦਾ ਵੀ ਰਿਹਾ ਹੈ ਨਾ, ਪਰ ਕਈ ਵਾਰੀ ਤਸਵੀਰਾਂ ਜਿਹੜੀਆਂ ਹੁੰਦੀਆਂ ਨੇ ਨਹੀਂ ਸਾਹਮਣੇ ਸੱਚੀਆਂ ਆਉਂਦੀਆਂ ਨਾ। ਪਰ ਇਹ ਨਹੀਂ ਹੈ ਵੀ ਤੁਹਾਡੀ ਜਿਹੜੀ ਗੱਲ ਉਹਦੇ ਵਿੱਚ ਕੋਈ ਸੱਚ ਨਹੀਂ ਹੈ, ਬਹੁਤ ਪਰਸੈਂਟੇਜ ਸੱਚ ਵੀ ਹੈ। ਬਟ ਜਿਹੜੀ ਆਪਾਂ ਗੱਲ ਕਰਦੇ ਹਾਂ ਝੋਨਾ ਦੀ ਲਵਾਈ ਦੀ, ਹੈ ਨਾ, ਗੁਰਦੁਆਰੇ ਦੇ ਵਿੱਚ ਅਗਰ ਜੇ ਅਸੀਂ ਬੈਠੇ ਹਾਂ ਤਾਂ ਦੋਨੇ ਪੱਖ ਸੁਣਨੇ ਬਹੁਤ ਜ਼ਰੂਰੀ ਹੈ। ਮੰਨ ਲਓ ਇਹ ਨਹੀਂ ਵੀ ਸ਼ਾਇਦ ਇਹ ਆਪਾਂ ਗੱਲ ਅਸੀਂ ਤਾਂ ਕਰ ਰਹੇ ਹਾਂ ਕਿ ਜੇ ਇੱਕ ਗੁਰਦੁਆਰੇ ਦੇ ਵਿੱਚ ਜਾ ਕੇ ਇੱਕ ਜਾਤੀ, ਵੈਸੇ ਗੁਰਦੁਆਰੇ ਦੇ ਨਾਮ ਤੇ ਜਾਤੀ ਹੁੰਦੀ ਨਹੀਂ, ਪਰ ਸਮਾਜਿਕ ਤੌਰ 'ਤੇ ਸਾਨੂੰ ਕਹਿਣਾ ਪੈਂਦਾ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਹੈ ਇਹ ਕੰਮ ਚੱਲਦਾ। ਮੰਨ ਲਓ ਜੱਟ ਜਿਹੜੀ ਬਹੁਤ ਗਿਣਤੀ ਹੈ ਉਹ ਜਾ ਕੇ ਉੱਥੇ ਆਪਣਾ ਫੈਸਲਾ ਸੁਣਾ ਦਿੰਦੀ ਹੈ, ਤਾਂ ਸ਼ਾਇਦ ਇਹੀ ਕਾਰਨ ਹੁੰਦਾ ਵੀ ਦੂਜੀ ਜਾਤੀ ਨੂੰ ਫਿਰ ਆਪਣਾ ਗੁਰਦੁਆਰਾ ਬਣਾਉਣਾ ਪੈਂਦਾ ਹੈ ਨਾ। ਪਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੋ ਮੈਨੂੰ ਵੀ ਫੀਲ ਹੋਇਆ। ਦਰਅਸਲ ਇਸ ਵਾਰੀ ਇਹ ਮਾਮਲਾ ਇਸ ਵਾਰੀ ਹੋਇਆ ਕਰੋਨਾ ਤੱਕ, ਵੀ ਜਦੋਂ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਹੋਈਆਂ ਝੋਨਿਆਂ ਦੀਆਂ, ਇਸ ਤੋਂ ਪਹਿਲਾਂ ਇਹ ਨਹੀਂ ਹੁੰਦਾ ਸੀ। ਲੰਬੇ ਸਮੇਂ ਤੋਂ ਜਿਹੜੀ ਉਹ ਆਪਸ 'ਚ ਗੱਲਬਾਤ ਚੱਲਦੀ ਸੀ, ਤੇ ਜਿਹੜੇ ਮਜ਼ਦੂਰ ਵੀਰ ਹੁੰਦੇ ਸੀ, ਦਲਿਤ ਭਾਈਚਾਰਾ ਸੀ, ਉਹ ਆਪਣਾ ਰੇਟ ਦੱਸਦੇ ਸੀ, ਜੋ ਆਪਣਾ ਰੇਟ ਦੱਸਦੇ ਸੈਟਿੰਗ ਹੋ ਜਾਂਦੀ ਸੀ। ਇਸ ਵਾਰੀ ਤਾਂ ਹੋਇਆ ਕਿਉਂਕਿ ਵੀ ਕਰੋਨਾ ਕਰਕੇ ਲੱਗਿਆ ਕਿ ਜਿਹੜੀ ਲੇਬਰ ਹੈ ਉਹ ਜਿਹੜੀ ਬਿਹਾਰ 'ਚੋਂ ਲੇਬਰ ਆਉਂਦੀ ਹੈ ਉਹ ਆਏਗੀ ਨਹੀਂ, ਲੇਬਰ ਬਾਹਰਲੀ ਮਿਲੇਗੀ ਨਹੀਂ। ਤੇ ਕਿਸਾਨ ਭਰਾਵਾਂ ਨੂੰ ਪਹਿਲਾਂ ਤੋਂ ਟੈਨਸ਼ਨ ਸੀਗੀ ਯਾਰ ਵੀ ਇਸ ਵਾਰੀ ਝੋਨਾ ਨਹੀਂ ਲੱਗਣਾ, ਤਾਂ ਉਹਨਾਂ ਨੂੰ ਇਹ ਵੀ ਡਰ ਸੀਗਾ ਕਿ ਜਿਹੜਾ ਇਸ ਵਾਰੀ ਝੋਨਾ ਲੱਗਣਾ ਨਹੀਂ, ਲੇਬਰ ਦੀ ਕਮੀ ਹੈ, ਤੇ ਜਿਹੜੇ ਮਜ਼ਦੂਰ ਨੇ ਉਹ ਰੇਟ ਨੂੰ ਬਹੁਤ ਹਾਈ ਕਰਨਗੇ। ਤੇ ਗੁਸਤਾਖ ਜੀ, ਕਿਸੇ ਨਾ ਕਿਸੇ ਜਗ੍ਹਾ ਤੱਕ, ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਮਜ਼ਦੂਰਾਂ ਨੇ ਇਸ ਚੀਜ਼ ਦਾ ਫਾਇਦਾ ਵੀ ਚੱਕਿਆ ਵੀ ਚਲੋ ਜੱਟ ਕਰੋਨਾ 'ਚ ਫਸੇ ਨੇ ਤੇ ਅਸੀਂ ਇਹਦਾ ਰੇਟ ਜਿੰਨਾ ਮਰਜ਼ੀ ਚੱਕ ਦਿਆਂਗੇ। ਸ਼ਾਇਦ ਇਹ ਵੀ ਕਾਰਨ ਰਿਹਾ ਕਿ ਉਹਨਾਂ ਨੂੰ ਇਕੱਠੇ ਕਰਕੇ ਜੋ ਰੇਟ ਦੱਸੇ। ਦੇਖੋ, ਜਿਵੇਂ ਪਹਿਲਾਂ ਇੱਕ ਗੱਲ ਨਾ, ਕਾਫੀ ਲੋਕ ਇਸ ਗੱਲ ਨਾਲ ਮੇਰੀ ਨਾਲ ਸਹਿਮਤ ਹੋਣਗੇ ਕਿ ਜੱਟ ਪਰਿਵਾਰ ਨੇ ਜਿਹੜੇ ਉਹ ਅਕਸਰ ਕਹਿ ਦਿੰਦੇ ਨੇ ਕਿ ਅਸੀਂ ਜਿਹੜੀ ਕਣਕ ਆ, ਫਸਲ ਆ, ਮੰਡੀ ਸੁੱਟ ਆਏ ਆ। ਉਹ ਇੱਕ ਵੀਡੀਓ ਕਾਫੀ ਇਹਦੇ ਬਾਰੇ ਛੋਟੀ ਜਿਹੀ ਵੀਡੀਓ ਵਾਇਰਲ ਹੋਈ ਸੀ ਕਿ ਉਹ ਬੱਚਾ ਪੁੱਛਦਾ ਹੈ ਕਿ ਪਿਤਾ ਜੀ ਜਿਹੜੇ ਤੁਸੀਂ ਸੁੱਟ ਕਿਉਂ ਆਏ, ਕਹਿ ਰਹੇ ਜੇ ਵੇਚ ਕੇ ਆਏ ਹੋਗੇ। ਤਾਂ ਕਹਿੰਦਾ ਹੈ ਕਿ ਜਿਹੜਾ ਰੇਟ ਆ ਉਹ ਕਿਸੇ ਹੋਰ ਨੇ ਤੈਅ ਕਰਨਾ ਹੋਵੇ ਤੇ ਤੁਸੀਂ ਆਪਣੀ ਜਿਹੜੀ ਮਿਹਨਤ ਹੈ ਉਹ ਸੁੱਟਣੀ ਹੁੰਦੀ ਹੈ। ਜਦੋਂ ਤੁਸੀਂ ਇਸੇ ਰੱਖ ਕੇ ਕਿਵੇਂ ਆਇਆ ਕਹਿ ਸਕਦੇ। ਬਿਲਕੁਲ ਇਸੇ ਤਰ੍ਹਾਂ ਜੇ ਤੁਸੀਂ ਰੇਟ ਕਰੋਗੇ ਕਿ 2700 ਹੀ ਦੇਣਾ, ਤੇ ਫਿਰ ਤੁਸੀਂ ਤੇ ਦੇਣ ਵਾਲੇ ਹੋ ਗਏ ਨਾ, ਤੇ ਜਿਹੜੇ ਲੈਣ ਵਾਲੇ ਉਹਨਾਂ ਨੇ ਫਿਰ ਆਪਣੀ ਕਿਰਤ ਸੁੱਟਣੀ ਹੋਈ, ਉਹਨਾਂ ਕਿਰਤ ਵੇਚਣੀ ਤਾਂ ਨਾ ਹੋਈ ਨਾ। ਜਾਂ ਤੇ ਉਹਨਾਂ ਨੂੰ ਸਾਹਮਣੇ ਬਿਠਾਓ। ਤੇ ਦਰਜਨਾਂ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ YouTube ਤੇ Facebook ਦੇ, ਕਿ ਦਰਜਨਾਂ ਵੀਡੀਓ ਨੇ ਕਿ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਮੀਂਦਾਰ ਪਰਿਵਾਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਮਤਾ ਪਕਾਇਆ। ਉਹ 'ਚ ਕੋਈ ਦਲਿਤਾਂ ਜਿਹੜੇ ਉਹਨਾਂ ਦੀਆਂ ਵੱਖਰੀਆਂ ਛੋਟੀਆਂ ਵੀਡੀਓ ਆਈਆਂ ਨੇ। ਦਲਿਤ ਪਰਿਵਾਰ ਵੀ ਕਿਤੇ ਕਹਿ ਰਹੇ ਨੇ ਅਸੀਂ 4000 ਲੈਣਾ, ਕੋਈ ਕਹਿ ਰਿਹਾ 4500 ਲੈਣਾ। ਉਹਨਾਂ ਦੀਆਂ ਵੱਖਰੀਆਂ ਵੀਡੀਓ ਨੇ। ਇਹ ਵੱਖਰੀਆਂ ਕਿਉਂ ਨੇ? ਇਹਦੇ ਉੱਤੇ ਅਸੀਂ ਨਹੀਂ ਧਿਆਨ ਦੇਣਾ ਚਾਹੁੰਦੇ ਕਿ ਤੁਸੀਂ ਇੱਕ ਜਗ੍ਹਾ ਬੈਠ ਜਾਓ। ਇੱਕ ਬੰਦਾ ਕਹਿੰਦਾ ਜੀ ਅਸੀਂ 4500 ਲੈਣਾ, ਉਹ ਕਹਿੰਦਾ ਜੀ ਅਸੀਂ 3000 ਦੇਣਾ, ਚਲੋ ਆ ਗਿਆ 4200 ਆ ਗਿਆ। ਕੋਈ ਕਿਤੇ ਨਾ ਕਿਤੇ ਉਹ ਇੱਕ ਸਹਿਮਤੀ ਕਰਕੇ ਉਹਨੂੰ ਤੈਅ ਕਰ ਲੈਣ। ਪਰ ਪਿਛਲੇ ਸਾਲ ਦਾ ਜਿਹੜਾ ਰੇਟ ਹੁੰਦਾ ਹੈ, ਮੰਨ ਲਓ ਵੀ ਪਿਛਲੇ ਸਾਲ ਤਕਰੀਬਨ 3000 ਰੁਪਇਆ ਰੇਟ ਚੱਲਿਆ ਜਾਂ 2800 2900 ਚੱਲਿਆ। ਇਹ ਵਾਧਾ ਮੇਰੀ ਨਿਗਾਹ ਦੇ ਵਿੱਚ 1100 ਵੀ ਹੁੰਦਾ ਸੀ। ਇਹ ਵਾਧਾ ਚਲੋ ਚੱਲਿਆ ਕਿਉਂਕਿ ਹਰ ਇੱਕ ਦੀ ਮਹਿੰਗਾਈ ਵੀ ਬਹੁਤ ਹੈ। ਹੁਣ ਇੰਨੇ ਬੰਦੇ ਇੰਨੀ ਗਰਮੀ ਦੇ ਵਿੱਚ ਸਾਰਾ ਦਿਨ ਵਿਚਾਰੇ ਪੈਰੋਂ ਭਾਰ ਹੋਏ ਉੱਥੇ ਮਤਲਬ ਝੋਨਾ ਲਾਉਂਦੇ ਨੇ, ਤਾਂ ਉਹ ਜਿਹੜਾ ਰੇਟ ਆ ਉਹ ਵੀ ਚਲੋ ਵਧਾਉਣਾ ਬਣਦਾ। ਪਰ ਇਸ ਵਾਰੀ ਮੰਗ ਵੀ ਬਹੁਤ ਜ਼ਿਆਦਾ ਬਣ ਗਈ ਸੀ। ਪਹਿਲਾਂ ਤੋਂ ਸ਼ੁਰੂਆਤ ਹੋਣ ਲੱਗ ਗਈ ਸੀ ਵੀ ਨਹੀਂ ਅਸੀਂ ਤਾਂ 5000 ਤੋਂ ਘੱਟ ਲਾਉਣਾ ਨਹੀਂ। ਜਿਹੜੇ ਗਰੁੱਪ ਬਣੇ ਹੁੰਦੇ ਨੇ ਉਹਨਾਂ ਨੇ ਪਹਿਲਾਂ ਤੋਂ ਕਹਿਣਾ ਸ਼ੁਰੂ ਕਰਤਾ ਸੀ ਵੀ ਅਸੀਂ ਘੱਟ ਲਾਉਣਾ ਹੀ ਨਹੀਂ। ਹੁਣ ਮੈਨੂੰ ਇਹ ਦੱਸੋ ਕਿ ਪਾਵਰ ਜਿਹੜੀ ਆ, ਪਾਵਰ ਕਿਵੇਂ ਕੰਮ ਕਰਾਉਂਦੀ ਆ? ਇਹ ਗੱਲ ਬੜੀ ਨੋਟ ਕਰਨ ਵਾਲੀ ਆ ਕਿ ਅੱਜ ਤੁਸੀਂ ਤੈਅ ਕਰ ਦਿੰਦੇ ਹੋ ਕਿ ਆਪਾਂ ਇਕੱਠੇ ਕਰਕੇ ਕਿ 2700 ਰੁਪਏ ਰੇਟ ਆ, ਜਿਹੜਾ ਬਾਹਰ ਲਾਏਗਾ ਉਹਦੇ ਨੀਲੇ ਪੀਲੇ ਕਾਰਡ ਖਤਮ ਕਰਾਂਗੇ, ਬਾਹਰ ਕਿਸੇ ਨੂੰ ਲੇਬਰ ਕਰਨ ਦੀ ਇਜਾਜ਼ਤ ਨਹੀਂ। ਜਦੋਂ ਇਹ ਕਰੋਨਾ ਨਹੀਂ ਸੀ ਉਦੋਂ ਕਦੀ ਇਹਨਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਸੋਚਿਆ ਸੀ ਕਿ ਸਾਡੇ ਪਿੰਡ ਦੀ ਅਸੀਂ ਲੇਬਰ ਨੂੰ ਕੰਮ ਦੇ ਰਹੀ ਨਹੀਂ, ਅਸੀਂ ਭਈਆਂ ਨੂੰ ਕੰਮ ਦੇ ਰਹੇ ਹਾਂ? ਬਹੁਤ ਵਧੀਆ ਗੱਲ ਹੈ। ਉਦੋਂ ਉਹ ਕਿਹਦੇ ਕੋਲ ਇਕੱਠੇ ਹੋ ਕੇ ਮਤਾ ਪਾਉਣ ਵੀ ਜਿਹੜੇ ਸਾਨੂੰ ਕੰਮ ਨਹੀਂ ਦਿੰਦੇ ਇਹਨਾਂ ਨੂੰ 5000 ਜੁਰਮਾਨਾ ਲਾਵਾਂਗੇ। ਕੋਈ ਜ਼ਿਮੀਂਦਾਰ ਨੂੰ ਵੀ ਜੁਰਮਾਨਾ ਲਾ ਦੇਣਗੇ, ਕੋਈ ਦਲਿਤ ਵਾਲੇ ਕੋਈ ਲਾ ਸਕਦਾ। ਪਰ ਇਹ ਗੱਲ ਲਾ ਸਕਦੇ, ਪਾਵਰ ਵਾਲੇ ਲੋਕ ਲਾ ਸਕਦੇ ਨੇ ਗਰੀਬ ਬੰਦੇ ਨੂੰ, ਕਿਉਂਕਿ 2700 ਰੁਪਇਆ ਦੇਣਾ, ਜੇ ਵੱਧ ਨਹੀਂ ਦੇਣਾ ਤਾਂ ਅਸੀਂ 5000 ਜੁਰਮਾਨਾ। ਇਹ ਗੱਲ ਬਿਲਕੁਲ ਸਹੀ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ, ਖੈਰ ਜਦੋਂ ਸਾਡੇ ਪਿੰਡ ਫੈਸਲਾ ਸੀ ਮੈਂ ਵੀ ਉੱਥੇ ਸੀ, ਤਾਂ ਸਾਡੇ ਪਿੰਡ ਦੇ ਵਿੱਚ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਬੁਲਾਇਆ ਗਿਆ ਸੀ। ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਿਰਫ ਫੈਸਲੇ ਸੁਣਾਏ ਗਏ ਹੈ। ਸ਼ਾਇਦ ਮੈਂ ਪਹਿਲਾਂ ਵੀ ਕਿਹਾ ਸੀ, ਜੇ ਇੱਕ ਜਾਤੀ ਜਾਂ ਇੱਕ ਬਹੁਤ ਗਿਣਤੀ ਲੋਕ ਜਾਂ ਜੱਟ ਸਿੱਖ ਭਰਾ ਗੁਰਦੁਆਰੇ ਦੇ ਵਿੱਚ ਜਾ ਕੇ ਸਿਰਫ ਅਨਾਊਂਸਮੈਂਟ ਕਰਨਗੇ ਕਿ ਜਿਹੜੇ ਸਾਡੇ ਪਿੰਡ ਦੇ ਮਜ਼ਦੂਰ ਹੈ
ਤਾਂ ਉਹ ਪਿੰਡ ਦੇ ਨੇ। ਜਦੋਂ ਅਸੀਂ ਇਹ ਕਹਿੰਦੇ ਵੀ ਸਾਡੇ ਪਿੰਡ ਦੇ ਮਜ਼ਦੂਰ ਤਾਂ ਮਤਲਬ ਸਾਡੀ ਫੈਮਿਲੀ ਹੈ, ਗੁਰਦੁਆਰਾ ਉਹਨਾਂ ਦਾ ਵੀ ਹੈ। ਗੁਰੂ ਗੋਬਿੰਦ ਸਿੰਘ ਨੇ, ਗੁਰੂ ਨਾਨਕ ਦੇਵ ਜੀ ਨੇ ਹੀ ਜਿਹੜੇ ਸਾਨੂੰ ਹੁਕਮ ਦਿੱਤੇ ਨੇ ਕਿ ਸਭ ਦੀ ਸਾਂਝੀ ਵਾਲਤਾ ਹੋਣੀ ਚਾਹੀਦੀ ਹੈ। ਤਾਂ ਉਹਨਾਂ ਨੇ ਹੁਕਮ ਦੇਣਗੇ ਤਾਂ ਓਬਵੀਅਸਲੀ ਫਿਰ ਉਹ ਅੱਗੇ ਸੋਚਣਗੇ ਵੀ ਇਹ ਉਹਨੂੰ ਲੱਗੂਗਾ ਵੀ ਇਹ ਜਗ੍ਹਾ ਜਿੱਥੇ ਸਾਡੇ ਖਿਲਾਫ ਹੁਕਮ ਸੁਣਾਇਆ ਗਿਆ, ਜਿੱਥੇ ਸਾਨੂੰ ਪੁੱਛਿਆ ਵੀ ਨਹੀਂ ਗਿਆ ਤੇ ਸਾਡਾ ਨਹੀਂ ਹੋਣਾ, ਫਿਰ ਸ਼ਾਇਦ ਉਹ ਆਪਣੇ ਇਸ ਨੂੰ ਬਗਾਨਾ ਸਮਝਣ ਲੱਗ ਜਾਣਗੇ। ਪਰ ਇਹ ਗੱਲ ਬਿਲਕੁਲ ਗਲਤ ਹੈ ਵੀ ਜਿੱਥੇ ਉਹਨਾਂ ਨੂੰ ਬੁਲਾਇਆ ਨਹੀਂ ਗਿਆ, ਬੁਲਾ ਕੇ ਕਿਸੇ ਜਗ੍ਹਾ ਤੇ ਫੈਸਲਾ ਜਿਨ੍ਹਾਂ ਨੇ ਕਿਹਾ, ਮੰਨ ਲਓ ਵੀ ਉਹ 3500 ਮੰਗਦੇ ਨੇ, ਉਹ 3000 ਮੰਗਦੇ ਨੇ, ਚਲੋ 3250 ਤੇ ਕਿਤੇ ਨਾ ਕਿਤੇ ਆ ਕੇ ਸੈਟਿੰਗ ਹੋ ਗਈ, ਪਰ ਆਪਣੇ ਆਪ ਫੈਸਲੇ ਸੁਣਾ ਦੇਣੇ, ਫਿਰ ਇਹ ਤਾਂ ਫੈਸਲੇ ਸੁੱਟਣ ਵਾਲੀ ਗੱਲ ਹੀ ਹੋ ਗਈ। ਉਹਨਾਂ ਨੇ ਆਪਣੀ ਕਿਰਤ ਸੁੱਟੀ ਹੈ, ਬਿਲਕੁਲ ਸਹੀ ਹੈ। ਦੇਖੋ ਕਿਰਤ ਸੁੱਟੀ ਦੀ ਹੈਗੀ ਆ, ਪਰ ਜਿਹੜੇ ਜਾਤੀ ਪ੍ਰਥਾ ਦੇ ਨਾਲ ਜਿਹੜਾ ਭੇਦਭਾਵ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ ਨਾ, ਜਦੋਂ ਕਹਿ ਰਹੇ ਤਾਂ ਕਿ ਅੰਮ੍ਰਿਤ ਛਕਾਇਆ ਗਿਆ ਜਿਹੜਾ ਆਪਣਾ ਸਿੱਖੀਜ਼ਮ ਦੇ ਵਿੱਚ, ਜਦੋਂ ਕਿ ਜਾਤ ਪਾਤ ਖਤਮ ਹੋ ਗਈ ਹੈ ਜੀ, ਜੇ ਉਹਦੇ ਬਾਵਜੂਦ ਵੀ ਮਤਲਬ ਜੱਟ ਸਿੱਖ ਆ ਤੇ ਮਜ਼੍ਹਬੀ ਸਿੱਖ ਆ, ਰਾਮਦਾਸੀ ਆ, ਰਾਮਗੜੀਆ ਹੈ, ਤੇ ਫਿਰ ਉਹ ਕਿਹੜੀ ਸਿੱਖੀ ਦੀ ਆਪਾਂ ਗੱਲ ਕਰਦੇ ਹਾਂ। ਹੁਣ ਖਾਲਿਸਤਾਨ ਦੀ ਗੱਲ ਕਰੀਏ, ਉੱਥੋਂ ਕੈਨੇਡਾ ਤੋਂ, ਅਮਰੀਕਾ ਤੋਂ ਬੜੇ ਲੋਕ ਨੇ ਕਿ ਆਪਾਂ ਖਾਲਿਸਤਾਨ ਬਣਾਉਣਾ, 2020 ਰੈਫਰੈਂਡਮ ਕਰਨਾ ਜੀ, ਪਰ ਕਿਹਨੂੰ ਲੈ ਕੇ ਤੁਸੀਂ ਖਾਲਿਸਤਾਨ ਬਣਾਉਣਾ? ਸਿੱਖਾਂ ਨੂੰ ਲੈ ਕੇ ਬਣਾਉਣਾ। ਸਿੱਖ ਹੈ ਕੌਣ ਨੇ? ਕਿਹਨਾਂ ਨੂੰ ਤੁਸੀਂ ਸਿੱਖਾਂ 'ਚ ਗਿਣੋਗੇ? ਤੁਸੀਂ ਸਿਰਫ ਜੱਟਾਂ ਨੂੰ ਸਿੱਖਾਂ 'ਚ ਗਿਣੋਗੇ, ਜਾਂ ਤੁਸੀਂ ਜਿਹੜੇ ਰਮਦਾਸੀਏ ਨੇ, ਜਿਹੜੇ ਗੁਰੂ ਰਵਿਦਾਸ ਕਹਿੰਦੇ ਨੇ, ਉਹਨਾਂ ਨੂੰ ਸਿੱਖਾਂ 'ਚ ਗਿਣਦੇ ਜੇ? ਇਹਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ। ਮੈਂ ਨਿਊਜ਼ੀਲੈਂਡ ਦੇ ਵਿੱਚ ਸੀਗਾ ਅੱਜ 2017-18 ਦੀ ਗੱਲ, 17-18 ਨਹੀਂ, 11-12 ਦੀ ਗੱਲ ਹੈ। ਔਰ ਹੈਮਿਲਟਨ ਉੱਥੇ ਗੁਰਦੁਆਰਾ ਰਵਿਦਾਸੀਆਂ ਦਾ ਗੁਰਦੁਆਰਾ, ਉਹਨਾਂ ਨੇ ਉੱਥੇ ਪੂਰਾ ਤਿਆਰੀ ਕਰ ਲਈ ਕਿ ਆਪਾਂ ਇੱਥੇ ਅੰਮ੍ਰਿਤ ਛਕਾਉਣਾ। ਪਹਿਲੀ ਵਾਰਾਂ ਉੱਥੋਂ ਦੇ, ਮੈਂ ਉਸ ਵੇਲੇ ਉੱਥੇ ਮੌਜੂਦ ਸੀ, ਤੇ ਉਹਨਾਂ ਨੇ ਬੜਾ, ਜਿਹੜੇ ਰਾਗੀ ਸਿੰਘ ਜੀ ਉਸ ਦੇ ਪ੍ਰਬੰਧਕ ਸੀ, ਕਹਿੰਦੇ ਕਿ ਪਹਿਲੀ ਵਾਰਾਂ ਕਿਸੇ ਰਵਿਦਾਸੀਆ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਛਕਾਇਆ ਜਾਏਗਾ। ਸਾਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਵੀ ਇਸ ਲਾਇਕ ਸਮਝਿਆ। ਪਰ ਉੱਪਰੋਂ ਆਰਡਰ ਆ ਗਏ ਇਸੇ ਸੰਪਰਦਾ ਦੇ। ਟਕਸਾਲ ਦਾ ਦੂਸਰਾ ਜਿਹੜਾ ਦਮਦਮੀ ਟਕਸਾਲ ਦਾ ਉਹ ਗੁਰਦੁਆਰਾ ਸੀ ਉੱਥੇ, ਜਿੱਥੋਂ ਉੱਥੇ 5 ਪਿਆਰੇ ਆਏ ਸੀ, ਉਹਨਾਂ ਨੇ ਇਹ ਪਿੱਛੋਂ ਆ ਗਿਆ ਜੀ, ਸੰਤਾਂ ਦਾ ਹੁਕਮ ਹੋ ਗਿਆ ਜੀ। ਕਿਹੜੇ ਸੰਤਾਂ ਦਾ ਹੁਕਮ ਹੋ ਗਿਆ ਰੱਬ ਜਾਣੇ, ਕਿ ਉੱਥੇ ਨਹੀਂ ਛਕਾਉਣਾ ਅੰਮ੍ਰਿਤ। ਫਿਰ ਜਿਹੜਾ ਉਹ ਦੂਸਰੇ ਗੁਰਦੁਆਰੇ ਟਕਸਾਲ ਦੀ ਜਿਹੜਾ ਗੁਰਦੁਆਰਾ ਉੱਥੇ ਛਕਾਇਆ ਗਿਆ, ਉੱਥੇ ਅੰਮ੍ਰਿਤ ਨਹੀਂ ਛਕਾਇਆ ਗਿਆ। ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਅਖੀਰ ਤੇ ਤਿਆਰੀ ਹੋ ਚੁੱਕੀ ਸੀ, ਤੇ ਮੇਰੇ ਸਾਹਮਣੇ ਵੇਖਣ ਦੀ ਗੱਲ ਆ। ਜੇ ਕੋਈ ਨਿਊਜ਼ੀਲੈਂਡ ਤੇ ਉੱਥੇ ਕੋਈ ਮੈਨੂੰ ਸੁਣਦਾ ਹੋਵੇ, ਉਹ ਜਿਹਨੇ ਉੱਥੇ ਹੋਣਗੇ ਉਹ ਗਵਾਹੀ ਦੇ ਸਕਦੇ ਨੇ ਕਿ ਉਹ ਮੇਰੇ ਵੇਖਣ ਦੀ ਗੱਲ ਆ। ਉੱਥੇ 4-5 ਜਣਿਆਂ ਨੇ ਉਸ ਵੇਲੇ ਮਨਾ ਕਰਤਾ ਕਿ ਅਸੀਂ ਅੰਮ੍ਰਿਤ ਹੀ ਨਹੀਂ ਛਕਣਾ, ਕਿ ਜਿਹੜਾ ਸਾਨੂੰ ਇੱਥੇ ਨਹੀਂ ਛਕਾ ਰਹੇ, ਮਤਲਬ ਉੱਥੇ ਕੋਈ ਵੱਖਰਾ ਅੰਮ੍ਰਿਤ ਬਣਨਾ। 5 ਪਿਆਰੇ ਇੱਥੇ ਆ ਵੀ ਗਏ ਸੀ, ਸਾਰਾ ਕੁਝ ਪ੍ਰਬੰਧ ਹੋ ਗਿਆ ਸੀ। ਸੋ ਜਿਹੜੀ ਇਹ ਚੀਜ਼ ਬਾਹਰ ਦੇ ਦੇਸ਼ਾਂ 'ਚ ਨਹੀਂ ਜਾ ਕੇ ਅਸੀਂ ਛੱਡ ਰਹੇ, ਤੁਸੀਂ ਕਹਿ ਰਹੇ ਹਿੰਦੁਸਤਾਨ 'ਚੋਂ ਜਾਂ ਪੰਜਾਬ 'ਚੋਂ ਖਤਮ ਹੋ ਜਾਏਗੀ। ਬਿਲਕੁਲ। ਔਰ ਜਦੋਂ ਅਸੀਂ ਭਗਤ ਰਵਿਦਾਸ ਜੀ ਦੀ ਗੱਲ ਕਰਦੇ ਨੇ, ਬੜੇ ਸਤਿਕਾਰਯੋਗ ਨੇ ਤੇ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ, ਭਗਤ ਰਵਿਦਾਸ ਜੀ ਨੇ ਵੀ ਲਿਖੀ ਹੈ, ਤਾਂ ਫਿਰ ਉਹ ਇਹੋ ਜਿਹੀਆਂ ਗੱਲਾਂ ਨੂੰ, ਜਿਹੜਾ ਪਹਿਲੀ ਗੱਲ ਤਾਂ ਬੰਨਣੇ ਨਹੀਂ ਚਾਹੀਦੇ ਸੀ। ਚਲੋ ਕਿਸੇ ਦੇ ਇਤਿਹਾਸ ਨਾਲ ਜੁੜੀ ਹੋਈ ਉਸ ਸਪੈਸ਼ਲ ਉਸ ਸ਼ਖਸ ਦੇ ਨਾਲ, ਉਸ ਪਰਸਨੈਲਿਟੀ ਦੇ ਨਾਮ 'ਤੇ ਜੋ ਅਗਰ ਗੁਰਦੁਆਰਾ ਬਣਿਆ, ਤਾਂ ਉੱਥੇ ਜੱਟ ਭਾਈਚਾਰੇ ਨੂੰ ਵੀ ਜਾਣਾ ਚਾਹੀਦਾ ਹੈ, ਜਿਹੜੇ ਦਲਿਤ ਭਾਈਚਾਰਾ ਉਹਨਾਂ ਨੂੰ ਵੀ ਜਾਣਾ ਚਾਹੀਦਾ। ਪਰ ਜਿਹੜੇ ਜੱਟ ਦਲਿਤ ਚੱਲ ਰਹੀ ਹੈ, ਬਹੁਤ ਗਲਤ ਹੈ। ਔਰ ਪਰ ਇੱਕ ਪਾਸੇ ਜਿੱਥੇ ਆਪਾਂ ਉਸ ਪੁਰਾਣੇ ਮੁੱਦੇ 'ਤੇ ਆਉਂਦੇ ਹਾਂ, ਕਿਉਂਕਿ ਬਹੁਤ ਸਾਰੇ ਸਵਾਲ ਜੱਟਾਂ ਦੇ ਵੀ ਹੋਣਗੇ, ਹੈ ਨਾ। ਅਸੀਂ ਤਾਂ ਚਲੋ ਇੱਥੇ ਬੈਠ ਕੇ ਅਸੀਂ ਗੱਲ ਤਾਂ ਕਰ ਰਹੇ ਹਾਂ, ਪਰ ਸ਼ਾਇਦ ਕਈ ਵਾਰੀ ਕਹਿੰਦੇ ਹੁੰਦੇ ਵੀ ਤੁਸੀਂ ਵਿੱਚ ਨਹੀਂ ਗਏ, ਹੈ ਨਾ। ਤਾਂ ਬਹੁਤ ਸਾਰੇ ਸਵਾਲ ਜੱਟਾਂ ਦੇ ਹੋਣਗੇ। ਜਿਹੜੇ ਕਿਸਾਨ ਨੇ, ਤੁਸੀਂ ਦੇਖਿਆ ਵੀ ਮੈਂ ਵੀ ਆਪਣੇ ਜਿੰਨੀ ਮੇਰੀ ਉਮਰ ਹੈ 25 ਸਾਲ ਦੀ, ਤਾਂ ਮੈਂ ਉਹਦੇ ਵਿੱਚ ਦੇਖਿਆ ਵੀ ਜਿਹੜੇ ਪਹਿਲਾਂ ਸਾਡੇ ਨਾਲ ਜੱਟਾਂ ਦੇ ਪਰਿਵਾਰਾਂ ਦੇ ਨਾਲ ਕੰਮ ਕਰਦੇ ਸੀ ਨਾ, ਦਲਿਤ ਭਾਈਚਾਰੇ ਦੇ, ਉਹਨਾਂ ਦੀ ਆਪਸ 'ਚ ਸਾਂਝ ਬਹੁਤ ਜ਼ਿਆਦਾ ਹੁੰਦੀ ਸੀ। ਔਰ ਉਹ ਇੱਕ ਦੂਜੇ ਦੇ ਪਰਿਵਾਰਾਂ, ਜਿਵੇਂ ਮੰਨ ਲਓ ਵੀ ਜਿਹੜਾ ਕੰਮ ਕਰਦਾ ਸੀ ਸੀਰੀ, ਤਾਂ ਉਹਦੀ ਬੇਟੀ ਦੇ ਵਿਆਹ ਦਾ ਜਿਹੜਾ ਜਿੰਮਾ ਹੁੰਦਾ ਸੀ ਉਹ ਉਸ ਮਾਲਕ ਦੇ ਪਰਿਵਾਰ ਤੇ ਹੁੰਦਾ ਸੀ, ਤੇ ਉਹਨਾਂ ਦੀ ਆਪਸ 'ਚ ਬੜੀ ਸਾਂਝ ਹੁੰਦੀ ਸੀ। ਪਰ ਅੱਜ ਕੱਲ੍ਹ ਜਿਹੜਾ ਮੁੰਡੇ ਨੇ, ਨੌਜਵਾਨ ਮੁੰਡੇ ਨੇ, ਜਿਹੜੇ ਜੱਟਾਂ ਦੇ ਮੁੰਡੇ ਨੇ, ਉਹਨਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ। ਇਹ ਤਾਂ ਗੱਲ ਸਪਸ਼ਟ ਹੀ ਕਹਿਣ ਵਾਲੀ ਹੈ ਨਾ, ਉਹ ਤਾਂ ਕੰਮ ਕਰਕੇ ਰਾਜੀ ਨਹੀਂ। ਪਰ ਜਿਹੜੇ ਦਲਿਤ ਭਾਈਚਾਰੇ ਦੇ ਮੁੰਡੇ ਨੇ, ਉਹ ਵੀ ਆਪਣੇ ਬਾਪ ਵਾਂਗੂ ਕੰਮ ਕਰਕੇ ਰਾਜੀ ਨੇ। ਚਾਹੇ ਇਹ ਜ਼ਰੂਰੀ ਨਹੀਂ ਵੀ ਉਹਨਾਂ ਨੇ ਜੱਟਾਂ ਦੇ ਖੇਤ 'ਚ ਹੀ ਕੰਮ ਕਰਨਾ, ਉਹ ਵੀ ਆਪਣਾ ਪੜ੍ਹ ਲਿਖ ਕੇ ਜਿੱਥੇ ਮਰਜ਼ੀ ਕਰਨ, ਪਰ ਉਹਨਾਂ ਨੂੰ ਜੇ ਜੱਟਾਂ ਦੇ ਖੇਤ 'ਚ ਕੰਮ ਕਰਨਾ ਪੈਂਦਾ, ਜਿਵੇਂ ਉਹਨਾਂ ਨੇ ਮਾਂ ਬਾਪ ਨੇ ਕੀਤਾ, ਤਾਂ ਉਹ ਕੰਮ ਦੇ ਵਿੱਚ ਰਾਜੀ ਨਹੀਂ। ਮਤਲਬ ਉਹਨਾਂ ਦੀ ਜਿਹੜੀ ਆਪਸੀ ਸੈਟਿੰਗ ਨਹੀਂ ਬੈਠਦੀ, ਉਹ ਕਿਸੇ ਹੋਰ ਮਤਲਬ ਤਰੀਕੇ ਨਾਲ ਕੰਮ ਕਰਦੇ ਨੇ। ਸ਼ਾਇਦ ਇਸੇ ਕਰਕੇ ਜਿਹੜਾ ਉਹ ਮਤਲਬ ਨਹੀਂ ਬਣਦੀ ਗੱਲਬਾਤ ਆਪਸ ਵਿੱਚ। ਦੇਖੋ ਐਜੂਕੇਸ਼ਨ ਦੇ ਨਾਲ ਜਿਹੜਾ ਨਾ ਬੜਾ ਵੱਡਾ ਫਰਕ ਪੈਂਦਾ। ਤੇ ਜਿਹੜੀ ਹੈ ਨਾ ਕਿ ਆਪਣਾ ਇਹ ਗੱਲ ਨਾਲ ਮੈਂ ਪੂਰਾ ਸਹਿਮਤ ਹਾਂ ਕਿ ਦਲਿਤ ਸਮਾਜ ਦੇ ਬਹੁਤ ਸਾਰੇ ਜਿਹੜੇ ਯੰਗ ਲੋਕ ਨੇ ਉਹ ਨਹੀਂ ਕੰਮ ਕਰਨਾ ਚਾਹੁੰਦੇ। ਤੇ ਪਰ ਇਹ ਜਿਹੜਾ ਜਾਤ ਪ੍ਰਥਾ ਹੈ ਨਾ, ਜਿਹੜੀ ਇਸ ਵੇਲੇ ਕੀ ਹੈ ਕਿ ਤੁਸੀਂ ਆਮ ਗਾਣੇ ਸੁਣਦੇ ਜੋ ਕਿ ਪੁੱਤ ਜੱਟ ਦਾ ਬੁਲਾਉਂਦਾ ਬੱਕਰੇ, ਤੇ ਜੱਟ ਦੇ ਉੱਤੇ ਕੁਝ ਵੀ ਆ। ਅਸਲ 'ਚ ਉਹ ਜਿਹੜਾ ਗਾਇਕ ਆ ਜਾਂ ਕੋਈ ਗੀਤਕਾਰ ਆ ਜਾਂ ਉਹ ਪੇਸ਼ਕਾਰੀ ਹੋ ਰਹੀ ਆ, ਉਹ ਕੀ ਕਹਿ ਰਿਹਾ ਕਿ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਜਾਂ ਜੱਟ ਦੀ ਜ਼ਮੀਨ ਹੈ, ਜੱਟ ਦੀ, ਉਹ ਆਪਣੀ ਜਾਤ ਦਾ ਨਾਮ ਹੀ ਲੈ ਰਿਹਾ। ਕੋਈ ਐਡੀ ਵੱਡੀ ਗੱਲ ਨਹੀਂ ਕਰ ਰਿਹਾ ਕਿ ਉਹ ਕਿਸੇ ਸੂਰਬੀਰ ਦਾ ਨਾਮ ਲੈ ਰਿਹਾ, ਸਿਰਫ ਆਪਣੀ ਜਾਤ ਦਾ ਨਾਮ ਲੈ ਰਿਹਾ, ਪਰ ਉਹਨੂੰ ਉਹਦੇ 'ਚ ਔਨਰ ਆ। ਤੇ ਜੇ ਤੁਸੀਂ ਕੁਝ ਪਿੱਛੇ ਦੇਖੇ ਹੋਣੇ, ਕੁਝ ਗਾਣੇ ਆਏ ਕਿ ਅਸੀਂ ਪੁੱਤ ਚਮਾਰਾਂ ਦੇ,
ਉਹ ਵੀ ਸਿਰਫ ਆਪਣੀ ਜਾਤ ਦਾ ਨਾਮ ਲੈ ਰਿਹਾ, ਪਰ ਉੱਤੇ ਹੱਸਿਆ ਜਾਂਦਾ। ਹਾਂ ਬਿਲਕੁਲ। ਉਹ ਜੇ ਮਤਲਬ ਜਾਤ, ਆਪਣੀ ਜਾਤ ਦਾ ਨਾਮ ਦੱਸਣਾ ਜਿਹੜਾ ਆ, ਉਹ ਜੇ ਤੁਸੀਂ ਉੱਚ ਵਰਗ ਤੋਂ ਤੇ ਉਹ ਮਾਣਿਆ, ਜੇ ਤੁਸੀਂ ਦਲਿਤ ਸਮਾਜ ਤੋਂ ਆਪਣੀ ਜਾਤ ਦਾ ਨਾਮ ਦੱਸਣਾ ਵੀ ਤੁਹਾਡਾ ਹਾਸਾ ਆ, ਤੁਹਾਡੀ ਬੇਇੱਜ਼ਤੀ ਹੈ ਕਿ ਅਸੀਂ ਪੁੱਤ ਚਮਾਰਾਂ ਦੇ ਜੇ ਕੋਈ ਗਾਣਾ ਗਾ ਰਿਹਾ, ਤੇ ਜੇ ਤੁਸੀਂ ਜਾਤ ਨੂੰ ਉਹਦੇ ਵਿੱਚ ਜਾਤਵਾਦ ਰਿਸਪੈਕਟ ਦਿਓ। ਦੇਖੋ ਜਾਤ ਦਾ ਜਿਹੜਾ ਸਿਸਟਮ ਹੈ ਨਾ, ਜੇ ਕਰਮ ਵਾਈਜ਼ ਜਿਹੜਾ ਵਰਣ ਵਿਵਸਥਾ ਰਹੀ ਆ, ਉਹ ਸਾਰੀ ਦੁਨੀਆ ਦੇ ਵਿੱਚ ਹੀ ਵਰਣ ਵਿਵਸਥਾ ਰਹੀ ਹੈ ਕਿ ਜਿਹੜਾ ਕੋਈ ਕੰਮ ਕਰਦਾ ਸੀ, ਕੋਈ ਲੱਕੜ ਦਾ ਕੰਮ ਕਰਦਾ ਸੀ, ਉਹਦਾ ਉਹ ਜਿਹਾ ਉਸ ਜਾਤੀ ਨੂੰ ਉਹਨੂੰ ਵੰਡਿਆ ਗਿਆ ਵਰਣ ਦੇ ਤਰੀਕੇ ਨਾਲ, ਹੈ ਨਾ। ਕਿ ਜਿੱਦਾਂ ਬਾਹਰਲੇ ਦੇਸ਼ਾਂ 'ਚ ਤੁਸੀਂ ਦੇਖਦੇ ਜੇ ਅਕਸਰ ਜਿਹੜੇ ਨਾਮ ਹੁੰਦੇ ਆ ਕਿ ਸਾਈਮਨ ਟਿੰਬਰਲੇਕ ਹੈਗਾ ਕਿਸੇ ਦਾ ਨਾਮ, ਕਿਸੇ ਦਾ ਨਾਮ ਵੁੱਡਸਟਾਕ ਆ, ਮਤਲਬ ਕਿਸੇ ਦਾ ਨਾਮ ਆਇਰਨ ਫੀਲਡ ਆ। ਆਇਰਨ ਫੀਲਡ ਮਤਲਬ ਉਹਦਾ ਪਰਿਵਾਰ ਜਿਹੜਾ ਕਿਸੇ ਵੇਲੇ ਲੋਹੇ ਦੇ ਧੰਦੇ ਨਾਲ ਜੁੜਿਆ ਰਿਹਾ। ਟਿੰਬਰਲੇਕ ਆ ਮਤਲਬ ਉਹਦਾ ਲੱਕੜੀ ਦੇ ਤਰੀਕੇ ਕਿਸੇ ਪਰਿਵਾਰ ਉਹਦਾ ਪਿਛਲੇ ਪਾਸੇ ਜੁੜਿਆ ਰਿਹਾ। ਤਖੱਲਸ ਉੱਥੇ ਵੀ ਬਣਦੇ ਆਏ, ਵਰਣ ਵਿਵਸਥਾ ਉੱਥੇ ਵੀ ਰਹੀ। ਪਰ ਉੱਥੇ ਸਮੇਂ ਦੇ ਨਾਲ ਜਿਹੜੀ ਚੀਜ਼ ਅਸੀਂ ਵਿਦੇਸ਼ਾਂ ਤੋਂ ਸਿੱਖਣੀ ਸੀ, ਜਿਹੜੀ ਪੱਛਮ ਤੋਂ ਸਿੱਖਣੀ ਸੀ, ਕਿ ਅਸੀਂ ਬਰਾਬਰਤਾ ਸਿੱਖੀ, ਅਸੀਂ ਕੰਮ ਦੀ ਰਿਸਪੈਕਟ ਸਿੱਖੀਏ, ਪਰ ਅਸੀਂ ਸਿੱਖਿਆ ਕਿ ਅਸੀਂ ਕੱਪੜੇ ਪਾਉਣੇ ਉਦੋਂ ਅੱਗੇ ਸਿੱਖ ਲਏ ਆ ਕਿ ਅਸੀਂ ਛੋਟੇ ਕੱਪੜੇ ਪਾਉਣਿਆਂ ਦੀ ਉੱਥੇ ਪੈਂਦੇ ਨੇ ਤੇ ਅਸੀਂ ਪਾ ਸਕਦੇ ਹਾਂ, ਉਹਨੂੰ ਅਸੀਂ ਆਜ਼ਾਦੀ ਮਿਲ ਲਿਆ। ਪਰ ਅਸੀਂ ਜਿਹੜੀ ਚੀਜ਼ ਸਿੱਖਣੀ ਸੀ, ਬਰਾਬਰਤਾ ਸਿੱਖਣੀ ਸੀ, ਉਹ ਸਿੱਖੀ ਨਹੀਂ। ਇਹ ਪਿੰਡਾਂ ਦੇ ਵਿੱਚ ਵੈਸੇ ਗੁਸਤਾਖ ਜ਼ਹਿਨ ਜੀ, ਪਿੰਡਾਂ ਦੇ ਵਿੱਚ ਹੋਰ ਕੀ ਕਾਰਨ ਲੱਗਦੇ ਆ ਤੁਹਾਨੂੰ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਉਹੀ ਗੁਰਬਾਣੀ, ਉਹੀ ਪੜ੍ਹਨ ਦਾ ਤਰੀਕਾ, ਉਹੀ ਸਾਡੀ ਸ਼ਰਧਾ ਦਾ ਤਰੀਕਾ, ਇੱਕੋ ਪਿੰਡ ਜਿੱਥੇ ਇੱਕੋ ਪਰਿਵਾਰ ਹੈ, ਉੱਥੇ ਕਿਉਂ ਗੁਰਦੁਆਰੇ ਫਿਰ ਇੰਨੇ ਹੁੰਦੇ ਹੋਣਗੇ? 2 ਜਾਂ 3, ਕਈ ਜਗ੍ਹਾ ਤੇ 4 ਹੈ। ਇਹ ਮਤਲਬ ਕਿਉਂ ਸਾਡੇ ਸਮਾਜ ਵਿੱਚ ਦੇਖਣੇ ਪੈ ਰਹੇ? 4 ਤੁਸੀਂ ਕਹਿੰਦੇ ਆ ਜੀ। ਮੈਂ ਕਹਿੰਦਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤੁਸੀਂ ਜਾਓਗੇ, 2-2, 3-3 ਕਿਲੋਮੀਟਰ ਦੇ ਏਰੀਆ ਦੇ ਵਿੱਚ 20-20, 25-25 ਗੁਰਦੁਆਰੇ ਨੇ। ਤੇ ਇਤਿਹਾਸਕ ਗੁਰਦੁਆਰਾ ਸਿਰਫ ਉੱਥੇ ਇੱਕ ਹੋਏਗਾ ਜਾਂ ਇੱਕ ਵੀ ਨਹੀਂ ਹੈਗਾ ਕਈ ਜਗ੍ਹਾ ਤੇ। ਉੱਥੇ ਬਾਕੀ ਜਿਹੜੇ ਨੇ ਉਹ ਸਿਰਫ ਪਿੰਡਾਂ ਦੇ ਚੌਧਰ ਦੇ ਮਸਲੇ ਨੇ। ਬਹੁਤੀ ਵਾਰਾਂ ਜਿਹੜਾ ਮਸਲਾ ਹੁੰਦਾ ਉਹ ਚੌਧਰ ਦਾ ਹੁੰਦਾ, ਕਈ ਵਾਰਾਂ ਜਿਹੜਾ ਜਾਤ ਦਾ ਵੀ ਮਸਲਾ ਹੁੰਦਾ, ਪਰ ਚੌਧਰ ਦਾ ਮਸਲਾ ਜ਼ਿਆਦਾ ਹੁੰਦਾ ਕਿ ਇਹ ਫਲਾਣੇ ਬੰਦੇ ਨੇ, ਫਲਾਣੇ ਪਾਸੇ ਵਾਲੇ ਲੋਕ ਨੇ, ਉਹਨਾਂ ਦਾ ਪ੍ਰਬੰਧਕ ਉੱਥੇ ਲੱਗਾ ਹੋਇਆ, ਉਹੋ ਹੀ ਆਪਣਾ ਕੰਮਕਾਰ ਚਲਾ ਰਹੇ ਨੇ। ਉਹ ਕੀਤਾ ਕੀ ਹੈ, 10-10 ਮਰਲੇ ਦੇ ਵਿੱਚ, 8-8 ਮਰਲੇ ਦੇ ਵਿੱਚ ਛੋਟੇ-ਛੋਟੇ ਗੁਰਦੁਆਰੇ ਬਣਾਏ ਹੋਏ ਨੇ। ਤੇ ਜੇ ਕੋਈ ਧਾਰਮਿਕ ਗੱਲ ਕਰਨੀ ਹੋਵੇ, ਜੇ ਇਕੱਠੀ ਕਰਨੀ ਹੋਵੇ, ਇਕੱਠਾ ਤੁਸੀਂ ਬਣਾ ਲਓ, ਕੋਈ ਬਿਲਕੁਲ ਉਹੀ ਤਾਂ ਮਸਲਾ 2 ਕਿੱਲੇ ਦਾ ਬਣਾ ਲਓ, ਨਾਲੇ ਤੁਹਾਨੂੰ ਕੀਰਤਨ ਸਮਾਗਮ ਕਰਨ 'ਚ ਆਸਾਨੀ ਹੋਏਗੀ। ਉਸ ਵੇਲੇ ਕੀ ਹੁੰਦਾ ਕਿ ਜਿਹੜਾ ਕਿਸੇ ਗੁਰਦੁਆਰੇ ਨਾਲ ਸੰਬੰਧਿਤ ਕੋਈ ਵੱਡਾ ਜ਼ਮੀਂਦਾਰ ਆ, ਕਿਸੇ ਦੀ ਜ਼ਮੀਨ ਖੁੱਲੀ ਪਈ ਆ, ਉਹ ਕਹਿੰਦਾ ਮੇਰੇ 8 ਕਿੱਲੇ ਖੁੱਲੇ ਪਏ, ਇੱਥੇ ਲਾਓ ਕੀਰਤਨ ਦਰਬਾਰ ਕਰਾਓ, ਪੈਸੇ ਮੈਂ ਥੋੜ੍ਹੇ ਜਿਹੇ ਦੇ ਦਿੰਦਾ, ਖੁੱਲੀ ਜ਼ਮੀਨ ਪਈ ਆ। ਜਿਹਦਾ ਛੋਟਾ ਰਹਿ ਗਿਆ, ਜਿਹਨੂੰ ਕੋਈ ਜ਼ਮੀਨ ਨਹੀਂ ਉੱਧਰੋਂ ਨਹੀਂ ਮਿਲੀ, ਉਹ ਆਪਣੀ ਹੱਦ ਤੱਕ ਮਹਿਸੂਸ ਕਰਨ ਲੱਗ ਪੈਂਦੇ ਨੇ, ਉਹ ਆਪਣਾ ਵੱਖਰਾ ਪ੍ਰੋਗਰਾਮ। ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਪੈਸੇ ਵੀ ਖਰਚ ਰਹੇ ਹਾਂ, ਅਸੀਂ ਆਪਣਾ ਸਮਾਂ ਵੀ ਮਤਲਬ ਕਰਦੇ ਹਾਂ, ਜ਼ਾਇਆ ਕਰਦੇ ਹਾਂ। ਇਹ ਨਹੀਂ ਹੈ ਕਿ ਚਲੋ ਧਾਰਮਿਕ ਤੁਹਾਡੀ ਕਿਤੇ ਸ਼ਰਧਾ ਆ, ਤੁਸੀਂ ਜਾਓ, ਤੁਸੀਂ ਪ੍ਰੋਗਰਾਮ ਕਰਨਾ ਹੈ, ਤੁਸੀਂ ਜੇ ਤੁਹਾਡਾ ਇਸ਼ਟ ਇੱਕ ਆ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਕੱਠੇ ਇੱਕ ਗੁਰੂ ਮੰਨਦੇ ਹੋ, ਜਗ੍ਹਾ ਤੇ ਮੰਨੋ, ਤੁਸੀਂ ਇੱਕ ਮੰਨਦੇ ਆ, ਤੁਸੀਂ ਜਾ ਸਕਦੇ ਆ। ਜੇ ਗੁਰੂ ਸਾਹਿਬ ਤਾਂ ਸਗੋਂ ਚਾਹੁੰਦੇ ਹੋਣਗੇ ਕਿ ਸਾਰੇ ਇਕੱਠੇ ਬੈਠ ਕੇ ਕਰਨ, ਜੋ ਉਹਨਾਂ ਦਾ ਸੰਦੇਸ਼ ਉਹਦੇ ਹਿਸਾਬ ਨਾਲ ਤਾਂ ਇਕੱਠੇ ਮੰਗਦੇ ਨੇ ਉਹ। ਮੈਂ ਕਹਿੰਦਾ ਜੀ ਭਾਈ ਜੀਵਨ ਸਿੰਘ ਗੁਰਦੁਆਰਾ ਬਣਿਆ ਹੈ ਨਾ, ਹਰ ਇੱਕ ਪਿੰਡ ਦੇ ਵਿੱਚ ਭਾਈ ਜੀਵਨ ਸਿੰਘ ਕਿਉਂ ਬਣਿਆ? ਉੱਥੇ ਉਹ ਆਪਣਾ ਮਜ਼੍ਹਬੀ ਸਿੱਖ ਸੀ ਤੇ ਉਹ ਮਜ਼੍ਹਬੀ ਸਿੱਖਾਂ ਨੇ ਆਪਣਾ ਬਣਾ ਲਿਆ। ਵਾਲਮੀਕੀ ਗੁਰਦੁਆਰਾ ਬਣਿਆ, ਤੇ ਜੇ ਉਸ ਤੋਂ ਇਲਾਵਾ ਰਵਿਦਾਸਾ ਬਣਿਆ, ਰਾਮਗੜੀਆ ਬਣਿਆ। ਇਹ ਗੁਰਦੁਆਰੇ ਜੇ ਜਾਤ ਦੇ ਉੱਤੇ ਨਾਂ ਕਦੋਂ ਤੋਂ ਬਣ ਲੱਗ ਪਿਆ? ਤੇ ਬਹੁਤ ਸ਼ਰਮਨਾਕ ਗੱਲ ਹੈ ਜੀ, ਕਦੋਂ ਤੋਂ ਬਣ ਲੱਗ ਪਿਆ? ਬੜੇ ਮਾਣ ਮਹਿਸੂਸ ਕਰਕੇ, ਬੜੇ ਮਾਣ ਨਾਲ ਉੱਚੇ ਸਪੀਕਰਾਂ ਦੇ ਵਿੱਚ ਅਨਾਉਂਸਮੈਂਟ ਕਰਦੇ ਨੇ ਕਿ ਇਹ ਪ੍ਰੋਗਰਾਮ ਰਾਮਗੜੀਆ ਗੁਰਦੁਆਰੇ 'ਚ ਹੋ ਰਿਹਾ, ਜਾਂ ਮਤਲਬ ਅਲੱਗ-ਅਲੱਗ ਚੱਲਦਾ। ਪਰ ਇੱਕ ਬੜਾ ਸਵਾਲ ਅਹਿਮ ਮੇਰੇ ਮਨ ਦੇ ਵਿੱਚ ਆਇਆ ਹੈ। ਤੁਸੀਂ ਭਾਈ ਜੀਵਨ ਸਿੰਘ ਦੀ ਗੱਲ ਕੀਤੀ ਹੈ, ਗੁਰੂ ਸਾਹਿਬ ਨੇ ਉਹਨੂੰ ਬੜੇ ਪਿਆਰ ਨਾਲ ਗੋਚ ਲੈ ਕੇ ਕਿਹਾ ਸੀ ਰੰਗਰੇਟਾ ਗੁਰੂ ਕਾ ਬੇਟਾ। ਤੇ ਭਾਈ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਨੇ ਰੰਗਰੇਟਾ ਗੁਰੂ ਕਾ ਬੇਟਾ, ਮਜ਼੍ਹਬੀ ਸਿੱਖ ਕੌਮ ਜਦੋਂ ਹਾਲੇ ਤੱਕ ਉਹ ਨਹੀਂ ਹੋਇਆ ਸੀ, ਉਦੋਂ ਤੱਕ ਜਦੋਂ ਮਜ਼੍ਹਬੀ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਜਦੋਂ ਐਡੀ ਵੱਡੀ ਪਦਵੀ ਦਿੱਤੀ ਹੈ, ਸਾਡੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ 2 ਜਾਂ 3% ਗੁਰਦੁਆਰੇ ਐਸੇ ਹੋਣਗੇ, ਹੋ ਸਕਦਾ ਉਹ ਵੀ ਨਾ ਹੋਣ, ਜਿੱਥੇ ਰੰਗਰੇਟਾ ਗੁਰੂ ਕਾ ਬੇਟਾ, ਜਿੱਥੇ ਮਜ਼੍ਹਬੀ ਸਿੱਖ ਗੁਰਦੁਆਰੇ ਦਾ ਪ੍ਰਧਾਨ ਲੱਗਿਆ ਹੋਵੇ। ਮੈਨੂੰ ਲੱਗਦਾ ਕਮੇਟੀ 'ਚ ਵੀ ਨਹੀਂ ਲਿਆ ਜਾਂਦਾ। ਕੀ ਮੈਂ ਕਹਿੰਦਾ ਜੀ ਭਾਈ ਨਿਰਮਲ ਸਿੰਘ ਖਾਲਸਾ ਪਿੱਛੇ ਜੇ ਉਹਨਾਂ ਦਾ ਕਾਲ ਚਲਾਣਾ ਕਰ ਗਏ ਕਰੋਨਾ ਦੀ ਵਜ੍ਹਾ ਨਾਲ, ਚਲੋ ਉਹ ਇੱਕ ਵੱਖਰਾ ਮਸਲਾ ਹੈ, ਕਰੋਨਾ ਦੀ ਵਜ੍ਹਾ ਨਾਲ ਹੋਇਆ ਜਾਂ ਉਹਨਾਂ ਨੂੰ ਹਾਰਟ ਅਟੈਕ ਹੋਇਆ ਜਾਂ ਕਿ ਉਹਨਾਂ ਦਾ ਇਲਾਜ ਨਹੀਂ ਹੋਇਆ। ਪਰ ਉਹਨਾਂ ਦੀਆਂ ਵੀਡੀਓ ਤੁਸੀਂ ਦੇਖੋ, ਉਹ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਨੇ। ਉਹਨਾਂ ਨੇ ਖੁਦ ਇਹ ਕਿਹਾ, ਮਤਲਬ ਇੱਕ ਜਗ੍ਹਾ ਜਿਹੜੇ ਪਤਾ ਨਹੀਂ ਕਿਸੇ ਵੀਡੀਓ 'ਚ ਕਿਹਾ ਨਾ ਹੋਵੇ, ਪਰ ਜਿਹੜੇ ਉਹਨਾਂ ਨਾਲ ਮਿਲਦੇ ਰਹਿੰਦੇ ਨੇ, ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੇ ਉੱਥੋਂ ਦੇ ਵੱਡੇ ਗ੍ਰੰਥੀ ਨੇ, ਉਹਨਾਂ ਨੇ ਕਿਹਾ ਕਿ ਇੱਥੇ ਤੂੰ ਭਗਤ ਜਿਹੜਾ ਧੰਨੇ ਦੇ ਸ਼ਬਦ ਪੜ੍ਹਿਆ ਕਰ, ਤੂੰ ਕੀ ਰਵਿਦਾਸ ਭਾਈ ਭਗਤ ਰਵਿਦਾਸ ਦੇ ਸ਼ਬਦ ਸ਼ੁਰੂ ਕਰ ਦਿੰਦਾ। ਅੱਛਾ, ਧੰਨੇ ਜੱਟ ਦੇ ਪੜ੍ਹਿਆ ਕਰ, ਧੰਨੇ ਜੱਟ ਦੇ ਸ਼ਬਦ ਪੜ੍ਹਿਆ ਕਰ। ਇਹ ਉਹਨਾਂ ਨੇ ਇੱਕ ਵੀਡੀਓ 'ਚ ਵੀ, ਹਾਂਜੀ ਇੱਕ ਵੀਡੀਓ 'ਚ ਵੀ ਕਿਹਾ ਹੋਇਆ। ਤੁਸੀਂ ਦੇਖੋ ਕਿ ਜੇ ਹਰਿਮੰਦਰ ਸਾਹਿਬ ਦਾ ਹਜ਼ੂਰੀ ਰਾਗੀ, ਮਤਲਬ ਉਹ ਕਹਿ ਰਿਹਾ ਕਿ
ਮਤਲਬ ਉਹਨੂੰ ਝੂਠ ਬੋਲਣ ਦੀ ਨਹੀਂ, ਔਨ ਰਿਕਾਰਡ ਗੱਲ ਕਰ ਰਿਹਾ, ਉਹ ਐਡਾ ਸਾਰੀ ਦੁਨੀਆ ਦੇ ਵਿੱਚ ਨਾਮ ਹੈ। ਤੇ ਤੁਸੀਂ ਦੇਖੋ ਕਿ ਉੱਥੇ ਅਜੇ ਤੱਕ ਜਿਹੜੀ ਆ ਉਹ ਜਾਤ ਪ੍ਰਥਾ ਨਹੀਂ ਨਿਕਲੀ। ਤੇ ਜਦੋਂ ਬਾਅਦ ਚੋਂ ਇਹਨਾਂ ਨੇ ਕਿਹਾ ਵੀ ਫਿਰ ਕੀ ਹੋ ਗਈ ਗੱਲ, ਤੇ ਉਹ ਗਰਮਾ ਗਰਮੀ ਹੋ ਗਈ, ਉਹਨੂੰ ਕਹਿੰਦੇ ਜਾ ਚੂੜਿਆ ਕੰਮ ਕਰ ਜਾ ਕੇ। ਉਹ ਤੁਸੀਂ ਹਰਿਮੰਦਰ ਸਾਹਿਬ ਦੇ ਜਿਹੜੇ ਉੱਥੇ ਰਾਗੀ ਹੋਣਾ ਜਿਹੜਾ ਨਾ ਜੀ, ਵੱਡੇ ਵੱਡਿਆਂ ਨੂੰ ਮੌਕਾ ਨਹੀਂ ਮਿਲਦਾ। ਭਾਈ ਗੁਲਾਮ ਅਹਿਮਦ ਚਾਂਦ ਜਿਹੜੇ ਪਾਕਿਸਤਾਨ ਤੋਂ ਆਏ ਸੀਗੇ, ਆਪਣਾ ਭਾਈ ਲਾਲ ਜੀ ਆਏ, ਉਹਨਾਂ ਨੂੰ ਇੱਥੇ ਕੀਰਤਨ ਕਰਨ ਦਾ ਨਹੀਂ ਮੌਕਾ ਮਿਲਿਆ ਭਾਈ ਮਰਦਾਨੇ ਦੀ ਕੁਲ ਚੋਂ ਹੋਣ ਦੇ ਬਾਵਜੂਦ। ਕਿਉਂ ਜੀ? ਕਹਿੰਦੇ ਜੀ ਇਹਨਾਂ ਦੀ ਦਾੜੀ ਕੱਟੀ ਹੋਈ ਹੈ ਜੀ, ਵੀ ਬਈ ਉਹ ਹੈ ਹੀ ਮੁਸਲਮਾਨ ਨੇ, ਤੁਸੀਂ ਉਹਨਾਂ ਤੋਂ ਕੀ ਲੈਣਾ, ਵੀ ਉਹ ਕੁਲ ਚੋਂ। ਪਰ ਨਹੀਂ, ਉਹਨਾਂ ਨੇ ਇਸ ਕਰਕੇ ਉੱਥੇ ਕੀਰਤਨ ਨਹੀਂ ਕਰਨ ਦਿੱਤਾ ਉਹਨਾਂ ਨੂੰ। ਦੇਖੋ ਸਾਡੇ ਜਿਹੜਾ ਸਾਡਾ ਕੇਂਦਰ ਹੈ ਉੱਥੇ ਨਾ ਕੁਝ ਚੱਲ ਰਿਹਾ, ਪਰ ਜੇ ਅਸੀਂ ਅੱਜ ਪਿੰਡਾਂ ਦੀ ਗੱਲ ਕਰ ਰਹੇ ਹਾਂ ਤਾਂ ਸਾਡੇ ਪਿੰਡਾਂ ਨੂੰ ਦੇ ਲੋਕਾਂ ਨੂੰ ਇਹ ਗੱਲਾਂ ਸਮਝ ਲੈਣੀਆਂ ਚਾਹੀਦੀਆਂ। ਤੁਹਾਨੂੰ ਮੈਂ ਦੱਸ ਦਿਆਂ ਕਿ ਵੈਸੇ ਦੱਸਣੀ ਬਣਦੀ ਨਹੀਂ, ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਂਪੁਰਖਾਂ ਦੀ ਬਾਣੀ ਦਾ ਦਰਜ ਹੈ। ਉਹਨਾਂ 36 ਮਹਾਂਪੁਰਖਾਂ ਦੇ ਵਿੱਚੋਂ ਕੋਈ ਵੀ ਜੱਟ ਨਹੀਂ ਹੈ, ਕੋਈ ਵੀ ਮਜ਼੍ਹਬੀ ਸਿੱਖ ਨਹੀਂ ਹੈ, ਕੋਈ ਕੁਛ ਨਹੀਂ, ਸਾਰੇ ਇਨਸਾਨ ਨੇ, ਜੋ ਗੁਰੂ ਸਾਹਿਬ ਦਾ ਸਿਧਾਂਤ ਹੈ। ਪਰ ਫਿਰ ਵੀ ਅਗਰ ਜੇ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਹਰ ਪਾਸਿਆਂ ਤੋਂ ਆਏ ਲੋਕ, ਦੂਰੋਂ ਦੂਰੋਂ, ਹਰ ਪੱਟਾਂ ਦੀ ਹੈ, ਮਤਲਬ ਕਿੰਨੇ ਵੀ ਲੋਕ ਹੈ, ਜਿਹਨੇ ਤੁਸੀਂ ਉਹਨੂੰ ਰਿਸਰਚ ਕਰਕੇ ਕਰੋ ਤਾਂ ਸ਼ਾਇਦ ਸਾਡੇ ਮਨ ਦੇ ਵਿੱਚ ਰਿਸਪੈਕਟ ਬਣੇ। ਪਰ ਇਹਦੇ ਵਿੱਚ ਜਿਹੜਾ ਤੁਸੀਂ ਨੀਵਾਂ ਉੱਚਾ ਕਰਦੇ ਆ ਤਾਂ ਮਤਲਬ ਅਸੀਂ ਗੁਰਬਾਣੀ ਦੇ ਨਾਮ 'ਤੇ ਨੀਵਾਂ ਉੱਚਾ ਕਰਦੇ ਹਾਂ, ਗੁਰਦੁਆਰੇ ਦੇ ਨਾਮ 'ਤੇ ਨੀਵਾਂ ਉੱਚਾ ਕਰਦੇ ਹਾਂ, ਤਾਂ ਫਿਰ ਅਸੀਂ ਕੋਈ ਚੰਗਾ ਕੰਮ ਨਹੀਂ ਕਰ ਰਹੇ। ਇਹਦਾ ਮਤਲਬ ਅਸੀਂ ਉਸ ਚੀਜ਼ ਨੂੰ ਬਦਨਾਮ ਕਰ ਰਹੇ ਹਾਂ। ਗੁਰਬਾਣੀ ਦੇ ਨਾਮ ਦੇ ਉੱਤੇ ਅਸੀਂ ਮਤਲਬ ਕੁਝ ਚੰਗਾ ਕੰਮ ਨਹੀਂ ਕਰ ਰਹੇ, ਮਤਲਬ ਅਸੀਂ ਖੁਦ ਆਪਣੇ ਆਪ ਦੇ ਉੱਤੇ ਕਲੰਕ ਹੈ ਅਤੇ ਅਸੀਂ ਸੇਵਾਦਾਰ ਹੋਣ ਦਾ ਨਾਮ ਤਾਂ ਦੇ ਦਿੰਦੇ ਹਾਂ। ਖੈਰ ਮੇਰਾ ਸਵਾਲ ਵਿੱਚ ਰਹਿ ਗਿਆ, ਕਾਰਨ ਕੀ ਹੋਣਗੇ? ਹੋਰ ਕੀ ਕਾਰਨ ਲੱਗਦੇ ਆ ਤੁਹਾਨੂੰ ਆਪਸ ਵਿੱਚ ਪਿੰਡਾਂ ਦੇ ਵਿੱਚ? ਇਹਨਾਂ ਦੇ ਵਿੱਚ ਚੌਧਰ ਹੋ ਗਈ, ਚਲੋ ਇੱਕ ਹੋਰ ਕੀ ਕਾਰਨ? ਚੌਧਰ ਹੈਗੀ ਆ, ਪਰ ਜਿਹੜਾ ਨਾ ਜਦੋਂ ਜੇ ਤੁਸੀਂ ਬਰਾਬਰਤਾ ਆਪਾਂ ਕਹਿਣੀ ਆ, ਅਸੀਂ ਕਹਿ ਦਈਏ ਕਿ ਆਪਾਂ ਦੀ ਜਿਹੜੇ ਦਲਿਤ ਨੇ ਉਹਨਾਂ ਨੂੰ ਘਰੇ ਪਹਿਲਾਂ ਤਾਂ ਥੱਲੇ ਜ਼ਮੀਨ ਤੇ ਬੈਠ ਕੇ ਰੋਟੀ ਖਵਾਉਂਦੇ ਹੁੰਦੇ ਸੀ, ਉਹਨਾਂ ਦੇ ਭਾਂਡੇ ਵਾਹ ਕੀਤੇ ਹੁੰਦੇ ਸੀ। ਇਹ ਤੁਸੀਂ ਇਸ ਵੇਲੇ ਵੀ ਤੁਸੀਂ YouTube ਦੇ ਉੱਪਰ, Facebook ਦੇ ਉੱਪਰ ਕਾਫੀ ਜਿਹੜੀਆਂ ਨੇ ਉਹ ਫੋਟੋਜ਼ ਵਗੈਰਾ ਆਉਂਦੀਆਂ ਰਹਿੰਦੀਆਂ ਨੇ, ਵੀਡੀਓ ਆਉਂਦੀਆਂ ਰਹਿੰਦੀਆਂ ਨੇ ਕਿ ਜਿਹੜਾ ਨਾਨਕਸਰੀਆਂ ਦਾ ਗੁਰਦੁਆਰਾ ਆ ਇੱਥੇ ਨਾਨਕਸਰ ਲੁਧਿਆਣੇ ਵਾਲਾ, ਉਹਨਾਂ ਨੇ ਉੱਥੇ ਲਿਖ ਕੇ ਲਾਇਆ ਹੋਇਆ ਕਿ ਇਹ ਜਿਹੜੇ ਭਾਂਡੇ ਨੇ ਜ਼ਿਮੀਂਦਾਰਾਂ ਦੇ ਭਾਂਡੇ। ਜੀ। ਅੱਛਾ, ਉੱਪਰ ਲਿਖ ਕੇ ਲਾਇਆ ਹੋਇਆ ਭਾਂਡਿਆਂ ਦੇ ਉੱਪਰ ਕਿ ਇਹ ਜ਼ਿਮੀਂਦਾਰਾਂ ਦੇ ਭਾਂਡੇ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਲਿਖ ਕੇ ਲਾਇਆ ਹੋਇਆ ਤਾਂ ਉੱਥੇ ਤੁਸੀਂ ਉਹ ਕਹਿਣਗੇ, ਉਹਨਾਂ ਨੂੰ ਪੁੱਛੋ ਕਿ ਇਹ ਕੀ ਆ, ਉਹ ਕਹਿੰਦੇ ਸਾਡੇ ਸੰਤਾਂ ਦੀ ਮਰਿਆਦਾ ਆ। ਜੀ। ਵੈਸੇ ਉੱਥੇ ਕੋਈ ਨਹੀਂ। ਸਾਡੀ ਇੱਥੇ ਨਿੱਕੀ ਜਿਹੀ ਗੱਲ ਯਾਦ ਆਈ ਹੈ ਕਿ ਜਿਹੜੇ ਮੇਰੀ ਉਮਰ ਦੇ ਨੌਜਵਾਨ ਮੁੰਡੇ ਨੇ ਨਾ ਜੱਟਾਂ ਦੇ, ਜਿਹੜੀ ਤੁਸੀਂ ਗੱਲ ਕੀਤੀ ਭਾਂਡੇ ਵੱਖਰੇ ਹੁੰਦੇ ਸੀ, ਤਾਂ ਉਹ ਮੇਰੀ ਉਮਰ ਦੇ ਜਿਹੜੇ ਜੱਟਾਂ ਦੇ ਮੁੰਡੇ ਨੇ, ਜਾਂ ਉਹਨਾਂ ਦੇ ਨਾਲ ਕੋਈ ਸੀਰੀ ਕੰਮ ਕਰਦੇ ਨੇ, ਜਾਂ ਦਿਹਾੜੀ ਕੰਮ ਕਰਦੇ ਨੇ, ਜਾਂ ਵੈਸੇ ਉਹਨਾਂ ਨਾਲ ਕਿਸੇ ਦੋਸਤੀ ਹੈ ਦਲਿਤ ਭਾਈਚਾਰੇ ਦੇ ਮੁੰਡਿਆਂ ਨਾਲ, ਤਾਂ ਉਹਨਾਂ ਦੀ ਆਪਸ ਦੇ ਵਿੱਚ ਇਹ ਚੀਜ਼ ਬਹੁਤ ਘੱਟ ਰਹੀ ਹੈ। ਆਪਸ ਸਾਂਝ ਜ਼ਿਆਦਾ ਸਮੇਂ ਨਾਲ ਘੱਟ ਰਹੀ ਹੈ। ਪਰ ਸਿਆਣੇ ਕਿ ਉਹ ਪਹਿਲਾਂ ਜਿਹੜਾ ਨਾ ਗੁਰਬਾਣੀ 'ਚ ਕਹਿੰਦੇ ਹੁੰਦੇ, ਗੁਰਬਾਣੀ 'ਚ ਨਹੀਂ, ਚਲੋ ਸਾਖੀਆਂ 'ਚ ਤੁਸੀਂ ਸੁਣਦੇ ਆਉਂਦੇ ਆ ਕਿ ਜੇ ਕਿਸੇ ਨਾਲ ਸਾਂਝ ਕਰਨੀ ਆ, ਉਹਨਾਂ ਰੋਟੀ ਬੇਟੀ ਦੀ ਸਾਂਝ ਕਰਨੀ, ਉਹਨੂੰ ਹੁੰਦਾ ਕਿ ਇਹ ਬਰਾਬਰਤਾ ਹੋ ਗਈ, ਇਹਦੇ 'ਚ ਕੋਈ ਹੁਣ ਰਹਿ ਨਹੀਂ ਗਿਆ ਕਿ ਕਿਸੇ ਤਰ੍ਹਾਂ ਦੀ ਸਾਡੇ 'ਚ ਕੋਈ ਊਚ ਨੀਚ ਨਹੀਂ ਆ। ਰੋਟੀ ਤੇ ਬੇਟੀ ਦੀ ਸਾਂਝ, ਹੁਣ ਰੋਟੀ ਦੀ ਸਾਂਝ ਤੇ ਹੋ ਗਈ ਹੈ ਸਮੇਂ ਨਾਲ, ਕਿਉਂਕਿ ਹੁਣ ਐਜੂਕੇਸ਼ਨ ਇੰਨੀ ਹੋ ਗਈ, ਅਗਲਾ ਕਹਿੰਦਾ ਮੈਂ ਕੰਮ ਨਹੀਂ ਕਰਦਾ, ਜਾਓ ਥੱਲੇ ਰੱਖ ਕੇ ਮੈਂ ਨਹੀਂ ਖਾਂਦਾ, ਮੈਂ ਚੱਲਿਆ। ਹੁਣ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਉਹਨਾਂ ਨੇ ਆਪਣਾ ਰੇਟ ਤੈਅ ਕਰ ਦਿੱਤਾ। ਹੁਣ ਕਰੋਨਾ ਆਇਆ ਜਾਂ ਕਿਸੇ ਤਰੀਕੇ ਨਾਲ ਅਗਲੇ ਦਾ ਕੰਮ ਫਸਿਆ ਪਿਆ ਆ, ਤਾਂ ਉਹਨੂੰ ਪਤਾ ਹੈ ਕਿ ਹੁਣ ਪੁਰਾਣਾ ਜ਼ਮਾਨਾ ਜ਼ਮੀਂਦਾਰਾ ਹੈ ਨਹੀਂ ਕਿ ਤੈਨੂੰ ਆਖਾਂਗੇ ਤੇਰੇ ਤੇ ਪਿਓ ਦੇ ਆਲਰੇਡੀ ਮੇਰੇ ਕੋਲ ਲੱਖ ਰੁਪਇਆ ਥੱਲੇ ਆਇਆ ਹੋਇਆ, ਤੂੰ ਕੰਮ ਕਰ ਜਿੱਥੇ ਤੈਨੂੰ ਬੈਠ ਦਿੱਤਾ। ਉਹ ਅਗਲਾ ਬੰਦਾ ਆਪਣਾ ਕਰੇਗਾ, ਕਹੇਗਾ ਕਿ ਮੈਨੂੰ ਥੱਲੇ ਪਾ ਕੇ ਤੇ ਮੈਂ ਨਹੀਂ ਰੋਟੀ ਖਾਣੀ, ਮੈਂ ਚੱਲਿਆ, ਕੰਮ ਛੱਡ ਕੇ ਚੱਲਿਆ। ਸੋ ਉਹ ਰੋਟੀ ਵਾਲਾ ਕੰਮ ਤੇ ਸ਼ੁਰੂ ਹੋ ਗਿਆ ਵੀ ਚਲੋ ਇਹਨੂੰ ਜੋ ਵੀ ਹੈਗਾ ਸਾਹਮਣੇ ਬਿਠਾ ਕੇ ਖਵਾਓ, ਦੇ ਜਿੱਦਾਂ ਵੀ ਹੈਗਾ, ਭਾਜੀ ਹੈ ਮੇਰਾ ਮਿੱਤਰ ਹੈ ਪਿਆਰਾ। ਮੈਂ ਇਸ ਵੇਲੇ ਦਾਅਵੇ ਨਾਲ ਕਹਿਣਾ ਇਹ ਗੱਲ ਸੱਚੀ ਗੱਲ ਜਿਹੜੀ ਆ ਕਿ ਤੁਸੀਂ ਕਿਸੇ ਵੀ ਵੱਡੇ ਪਰਿਵਾਰ ਨੂੰ, ਜੱਟ ਸਿੱਖ ਪਰਿਵਾਰ ਨੂੰ, ਜਿਹਦੀ ਥੋੜ੍ਹੇ ਬਹੁਤੇ ਆਲੇ ਦੁਆਲੇ ਨੂੰ ਜਾਣਦੇ ਆ, ਉਹਨੂੰ ਕਹੋ ਕਿ ਤੇਰੀ ਬੇਟੀ ਨੂੰ ਮੈਂ ਇੱਕ ਮਜ਼੍ਹਬੀ ਸਿੱਖ ਦਾ ਰਿਸ਼ਤਾ ਕਰਵਾਉਣਾ, ਮੁੰਡਾ IAS ਲੱਗਾ, IAS ਮੁੰਡਾ ਆ, ਤੇ ਮੈਂ ਕਹਿੰਦਾ 100 ਦੇ ਵਿੱਚੋਂ 95-98%, ਕੋਈ 2% ਹੋਣਗੇ ਵੀ ਕਿਤੇ ਨਾ ਕਿਤੇ ਚੰਗੇ ਲੋਕ ਬੈਠੇ ਨੇ, ਕਿ ਐਜੂਕੇਟਡ ਲੋਕ ਬੈਠੇ ਨੇ। ਉਹ ਸ਼ਹਿਰਾਂ ਦੇ ਵਿੱਚ ਪਰਿਵਰਤਨ ਆ ਹੀ ਰਿਹਾ, ਤੁਸੀਂ ਦੇਖ ਰਹੇ ਆ ਆਪਣਾ ਫਿਲਮ ਇੰਡਸਟਰੀ ਦੇ ਵਿੱਚ। ਤੇ ਨਰਗਿਸ ਹੋਰਾਂ ਨੇ ਸੁਨੀਲ ਦੱਤ ਨਾਲ ਵਿਆਹ ਕਰਵਾ ਲਿਆ ਸੀ, ਉਹ ਤਾਂ ਪੁਰਾਣੇ ਵੀ ਚੱਲ ਗਏ, ਉੱਥੇ ਵੱਡੇ ਕਲਾਸ 'ਚ ਚੱਲ ਰਿਹਾ। ਪਰ ਜਿਹੜਾ ਥੱਲੇ ਕੰਮ ਹੈਗਾ ਆ, ਕੋਈ ਨਹੀਂ ਮੰਨੇਗਾ ਕਿ ਅਸੀਂ ਰਿਸ਼ਤਾ ਕਰਨਾ ਕਿ ਮੁੰਡਾ ਭਾਵੇਂ IAS ਲੱਗਾ ਹੈ ਤੇ ਮਜ਼੍ਹਬੀ ਸਿੱਖ ਆ ਨਾ, ਭਾਵੇਂ ਉਹਨੂੰ ਕਿਹਾ ਜਾਵੇ ਕਿ ਬਈ ਸਾਰਾ ਕੁਝ ਹੈ, ਜੇ ਤੁਸੀਂ ਅੰਮ੍ਰਿਤਧਾਰੀ ਹੋ ਉਹ ਵੀ ਅੰਮ੍ਰਿਤਧਾਰੀ ਹੈ। ਇਹ ਵੀ ਗੱਲ ਕਰਕੇ ਤੁਸੀਂ ਦੇਖ ਲਿਓ, ਇਹ ਪ੍ਰੈਕਟੀਕਲ ਅਜ਼ਮਾਈਆਂ ਹੋਈਆਂ ਗੱਲਾਂ, ਸੱਚੀ ਗੱਲਾਂ ਜਿਹੜੀਆਂ ਮੈਂ ਅੱਖੀਂ ਦੇਖੀਆਂ ਹੋਈਆਂ। ਤਾਂ ਆਮ ਤੁਸੀਂ ਵੇਖਦੇ ਹੋ, ਕੋਈ ਇਹ ਜੱਗੋਂ 13ਵੀਂ ਗੱਲ ਨਹੀਂ ਆ। ਤੇ ਇਹਦੇ ਵਿੱਚ ਜਿਹੜਾ ਮਸਲਾ ਆ ਕਿ ਜੇ ਇਸ ਚੀਜ਼ ਨੂੰ ਆਪਾਂ ਛੱਡ ਨਹੀਂ ਸਕਦੇ, ਜੇ ਅਸੀਂ ਅਗਲੇ ਨੂੰ ਇਹ ਰਹੇਗਾ ਕਿ ਬਈ ਮੈਂ ਜਿਹੜਾ ਕਿਸੇ ਨੂੰ ਵੇਖਣਾ ਹੈ ਤਾਂ ਪਹਿਲਾਂ ਮੈਨੂੰ ਯਾਦ ਪਤਾ ਕਰਨੀ ਹੈ। ਹੁਣ ਅੱਜ ਕੱਲ੍ਹ ਤੇ ਜਿਹੜਾ ਲਵ ਮੈਰਿਜ ਦਾ ਜ਼ਮਾਨਾ ਆ ਗਿਆ, ਤੇ ਸ਼ਹਿਰਾਂ ਦੇ ਵਿੱਚ ਹੋ ਵੀ ਰਹੀ ਆ, ਪਰ ਪਿੰਡ ਦੇ ਵਿੱਚ ਅਜੇ ਵੀ ਤੁਸੀਂ ਇਹ ਸੋਚਦੇ ਜੇ ਕਿ ਤੁਸੀਂ ਇਸ ਸਮਾਜ ਤੋਂ, ਤੁਸੀਂ ਉਹ ਇਹਨਾਂ ਦੇ ਉੱਤੇ ਗਾਣੇ ਕਾਫੀ ਬਣੇ ਹੋਏ ਕਿ ਇਹ ਤੁਹਾਡੀ ਕਿਸਮਤ 'ਚ ਹੀ ਨਹੀਂ ਆ ਚੀਜ਼ਾਂ।
ਹੈ ਨਾ। ਇਹ ਚੀਜ਼ ਜਿਹੜੀ ਵਿਭਿੰਨਤਾ, ਜਦੋਂ ਤੁਸੀਂ ਇਹ ਵਿਭਿੰਨਤਾ ਇੱਕ ਹੋਰ ਚੀਜ਼ ਹੁੰਦੀ ਹੈ ਕਿ ਵੱਖਰੀ ਵੱਖਰੀ ਤਰ੍ਹਾਂ ਦੇ ਫੁੱਲ ਸਮਾਜ 'ਚ ਖਿੜਦੇ ਨੇ, ਪਰ ਇੱਕ ਹੁੰਦੀ ਹੈ ਕਿ ਤੁਸੀਂ ਆਪਣਾ ਡਰ ਲੈ ਕੇ ਚੱਲ ਰਹੇ ਹੁੰਦੇ ਆ। ਜਿਹੜਾ ਤੁਸੀਂ ਕਿਸੇ ਜਿੱਦਾਂ ਪਾਸ਼ ਦੀ ਇੱਕ ਕਵਿਤਾ ਹੈ ਕਿ ਮੈਨੂੰ ਪਿਆਰ ਕਰਦੀ ਏ ਪਰਜਾਤ ਕੁੜੀਏ, ਆਪਣੇ ਤੇ ਜਿਹੜੇ ਵੱਡੇ ਨੇ ਉਹ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ। ਇਹ ਪਾਸ਼ ਦੀ ਕਾਫੀ ਮਸ਼ਹੂਰ ਕਵਿਤਾ ਸੀ। ਤੇ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਆ ਮਸਲਾ ਕਿ ਜੇ ਉਹਦੇ ਅੰਦਰੋਂ ਨਹੀਂ ਨਿਕਲ ਰਹੀ ਗੱਲ, ਤੇ ਉਹ ਕਿੱਦਾਂ ਉਹ ਸਰਵਾਈਵ ਕਰਨਗੇ, ਕਿੱਦਾਂ ਉਹਨਾਂ ਦੇ ਅੰਦਰ ਇੱਕ ਇਨਫੀਰੀਓਰਿਟੀ ਕੰਪਲੈਕਸ ਜਿਹੜਾ ਚੱਲ ਰਿਹਾ ਕਿ ਅਸੀਂ ਛੋਟੇ ਹਾਂ, ਸਾਨੂੰ ਸਹੀ ਜੋ ਮਰਜ਼ੀ ਕਰ ਲਈਏ, ਅਸੀਂ ਜੋ ਮਰਜ਼ੀ ਅਚੀਵ ਕਰ ਲਈਏ, ਅਸੀਂ ਛੋਟੇ ਹੀ ਰਹਿਣਾ। ਤੇ ਜਦੋਂ ਉਹ ਬਰਾਬਰਤਾ ਨਹੀਂ ਆ ਰਹੀ, ਤੇ ਉਸ ਕਰਕੇ ਜਿਹੜਾ ਆ ਉਹ ਪਾੜਾ ਰਹੇਗਾ ਹੀ ਰਹੇਗਾ। ਇਹਦਾ ਫਾਇਦਾ ਡੇਰੇ ਵਾਲੇ ਵੀ ਉਠਾਉਣਗੇ, ਇਹਦਾ ਫਾਇਦਾ ਮਿਸ਼ਨਰੀ ਜਿਹੜੇ ਆਪਣਾ ਈਸਾਈ ਮਿਸ਼ਨਰੀ ਨੇ, ਜੇ ਬਹੁਤ ਗਿਣਤੀ 'ਚ ਈਸਾਈ ਬਣ ਰਹੇ ਨੇ। ਕਿਉਂ ਬਣ ਰਹੇ ਨੇ? ਕਿਉਂਕਿ ਉਹ ਉਸ ਚੀਜ਼ ਦਾ ਫਾਇਦਾ ਉਠਾਉਂਦੇ ਨੇ। ਜੇ ਤੁਸੀਂ ਮੈਂਟਲੀ ਫਾਈਨੈਂਸ਼ੀਅਲੀ ਸੈਟਿਸਫਾਈਡ ਨਹੀਂ ਹੋ ਆਪਣੇ ਆਲੇ ਦੁਆਲੇ ਤੋਂ, ਤੇ ਤੁਸੀਂ ਉਹ ਆਪਣੀ ਸੰਤੁਸ਼ਟੀ ਭਾਲਦੇ ਜੇ, ਕਿੱਥੇ ਮਿਲੇਗੀ? ਜੇ ਕੋਈ ਵੀਰ ਕੋਈ ਆਪਣਾ ਆ ਕੇ ਕੋਈ ਈਸਾਈ ਆਖੇ ਕਿ ਬਈ ਤੁਸੀਂ ਸਾਡੇ ਈਸਾਈ ਬਣ ਜਾਓ, ਤੁਹਾਨੂੰ ਆਪਾਂ ਤੁਹਾਡੇ ਬੇਟੇ ਨੂੰ ਨੌਕਰੀ ਦਵਾ ਦਾਂਗੇ, ਤਾਂ ਉਹ ਕਹਿੰਦਾ ਕਿ ਬਈ ਮੈਂ ਤੇ ਆਪਣੀ ਉਮਰ ਦੇ ਜਿਹੜਾ ਬੰਦਾ 35 ਸਾਲ ਦਾ ਹੋ ਗਿਆ, 40 ਸਾਲ ਦਾ ਹੋ ਗਿਆ, ਕਿ ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਕੱਟ ਲਈ, ਜੇ ਹੁਣ ਮੇਰੇ ਕੋਲ ਮੌਕਾ ਹੈਗਾ ਸ਼ਾਇਦ ਮੇਰਾ ਹੁਣ ਹੀ ਕੋਈ ਕਿਸਮਤ ਮੇਰੀ ਸੁਧਰ ਜਾਏ। ਅੱਛਾ ਜੀ, ਆਪਾਂ ਡਿਸਕਸ਼ਨ ਤੋਂ ਪਹਿਲਾਂ ਗੱਲ ਇੱਕ ਡਿਸਕਸ ਕਰ ਰਹੇ ਸੀ। ਰਾਧਾ ਸੁਆਮੀ ਦੇ ਡੇਰੇ ਨੇ ਉਹ ਮਤਲਬ ਹਰ 10 ਕਿਲੋਮੀਟਰ ਦੇ ਵਿੱਚ ਜਾਂ 20 ਕਿਲੋਮੀਟਰ 'ਚ ਤਾਂ ਸਾਨੂੰ ਮਿਲ ਹੀ ਜਾਂਦੇ ਨੇ, ਤੇ ਉਹਦੀ ਜਗ੍ਹਾ ਵੀ ਬਹੁਤ ਘਿਰੀ ਹੋਈ। ਅਸੀਂ ਮੋਹਾਲੀ 'ਚ ਇਸ ਟਾਈਮ ਬੈਠੇ ਹਾਂ, ਤੇ ਮੋਹਾਲੀ ਦੇ ਵਿੱਚ ਜਿੱਥੇ ਡੇਰੇ ਬਣੇ ਹੋਏ ਨੇ ਉਹ ਜਗ੍ਹਾ ਮੈਨੂੰ ਲੱਗਦਾ 7-7 ਕਰੋੜ ਰੁਪਏ ਦੀ ਕਿੱਲਾ ਮਤਲਬ ਉੱਥੇ ਮਿਲਦਾ। ਬਹੁਤ ਤੇ ਕਿੰਨੇ ਕਿੱਲਿਆਂ 'ਚ ਮੈਨੂੰ ਲੱਗਦਾ ਪਤਾ ਨਹੀਂ, ਕੋਈ 50 ਕਿੱਲਿਆਂ 'ਚ 60 ਕਿੱਲਿਆਂ 'ਚ ਬਣਿਆ ਹੁੰਦਾ। ਕੀ ਮਸਲਾ ਤੁਹਾਡਾ, ਕੀ ਲੱਗਦਾ ਹੈ ਕਹਿਣ ਦਾ? ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮਤਲਬ ਚਲੋ ਰਾਧਾ ਸੁਆਮੀ ਨੂੰ ਅਸੀਂ ਵਿਦ ਡਿਊ ਰਿਸਪੈਕਟ ਕਹਿੰਦੇ ਹਾਂ ਕਿ ਚਲੋ ਕੁਛ ਵੀ ਉਹਨਾਂ ਦੀ ਸ਼ਰਧਾ ਲੋਕਾਂ ਦੀ ਹੈਗੀ ਹੈ ਨਾ, ਪਰ ਜਿਹੜੇ ਪਿੰਡਾਂ ਦੇ ਵਿੱਚੋਂ ਲੋਕ ਉੱਥੇ ਜਾਂਦੇ ਨੇ, ਡੇਰਾਵਾਦ 'ਚ ਜਾਂਦੇ ਨੇ ਜਾਂ ਹੋਰ ਕਈ ਬਾਬਿਆਂ ਨੂੰ ਮੰਨਦੇ ਨੇ, ਜਿਵੇਂ ਪਿੱਛੇ ਸਰਸੇ ਵਾਲਾ ਮਤਲਬ ਬਠਿੰਡਾ ਇਲਾਕਾ ਪੂਰਾ ਘੇਰਿਆ ਹੋਇਆ ਸੀ ਨਾ, ਤੇ ਉਹਨਾਂ ਦੀ ਚਲੋ ਸੱਚਾਈ ਸਾਹਮਣੇ ਆਈ। ਪਰ ਇਹਨਾਂ ਚੀਜ਼ਾਂ ਦਾ ਵੀ ਅਸਰ ਪੈਂਦਾ ਪਿੰਡ ਦੇ ਵਿੱਚ ਵੀ, ਉਹ ਆਪਸ ਦੇ ਵਿੱਚ ਇਹ ਵੀ ਇੱਕ ਅਲੱਗ ਸਮੁਦਾਇ ਬਣ ਜਾਂਦੀ ਹੈ। ਫਿਰ ਪਿੰਡ 'ਚ ਜਾ ਕੇ ਜਿਹੜੀ ਉਹ ਜਿਹੜੇ ਆਪਣੇ ਆਪ ਨੂੰ ਐਕਚੁਅਲ ਸਿੱਖ ਕਹਿੰਦੇ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਆਪਾਂ ਮੰਨਦੇ ਹਾਂ, ਤੇ ਉਹਨਾਂ ਦਾ ਆਪਸ ਵਿੱਚ ਕੋਈ ਕਲੈਸ਼ ਹੁੰਦਾ? ਬਿਲਕੁਲ ਜੀ। ਜਿਹੜਾ ਮਸਲਾ ਹੈ ਨਾ ਕਿ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਕਿ ਜਦੋਂ ਕੋਈ ਦੱਬਿਆ ਕੁਚਲਿਆ ਮਹਿਸੂਸ ਕਰਦਾ, ਜਿਹੜਾ ਵੀ ਉਹਨੂੰ ਇੱਜ਼ਤ ਦੇਵੇਗਾ, ਜਿਹੜਾ ਵੀ ਉਹਨੂੰ ਰੁਜ਼ਗਾਰ ਦੇਵੇਗਾ, ਉਹਦੇ ਕੋਲ ਜੋ ਮਰਜ਼ੀ ਕਰਵਾ ਲੈ। ਪਹਿਲਾ ਜਿਹੜਾ ਚੀਜ਼ ਹੈ ਨਾ, ਇਹ ਬਹੁਤ ਗੱਲਾਂ ਨੇ ਸੌਖੀਆਂ ਨੇ ਕਿ ਤੁਸੀਂ ਅਕਸਰ ਮੈਂ ਕੀ ਦੇਖਦੇ ਇੱਕ ਫੇਸਬੁੱਕ ਦੇ ਉੱਪਰ ਇੱਕ ਕਾਫੀ ਆਡੀਓ ਵਾਇਰਲ ਹੁੰਦੀਆਂ ਨੇ ਕਿ ਕੋਈ ਈਸਾਈ ਬਣ ਗਿਆ, ਉਹਨੂੰ ਕੋਈ ਉੱਪਰੋਂ ਕੈਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ, ਸਿੱਖਾਂ ਨੇ ਕਿਹੜਾ ਕੁਝ ਘੱਟ ਕੀਤਾ ਸੀ, ਤੂੰ ਕਿਸ ਈਸਾਈ ਬਣ ਗਿਆ? ਤੂੰ ਮਤਲਬ ਬੇਇੱਜ਼ਤੀ ਕਰਕੇ ਤੁਸੀਂ ਵਾਪਸ ਕਿਸੇ ਨੂੰ ਨਹੀਂ ਲਿਆ ਸਕਦੇ। ਤੁਹਾਨੂੰ ਪਿਆਰ ਦੇ ਨਾਲ ਹੀ ਆਪਣੇ ਨਾਲ ਜੋੜਨਾ ਪੈਣਾ, ਜਿਹਨੂੰ ਵੀ ਤੁਸੀਂ ਜੋੜਨਾ ਚਾਹੁੰਦੇ ਆ। ਆਪਣੇ ਜੋੜਨਾ ਕਿਉਂ ਹੈ ਵੈਸੇ ਸਮਝ? ਚਲੋ ਜੇ ਕੋਈ ਕਿਸੇ ਦੀ ਇੱਛਾ ਹੁੰਦੀ ਹੈ ਨਾ, ਕੁਝ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਬਹੁਤ, ਦੇਖੋ ਮੈਂ ਇਸ ਮਸਲੇ ਨੂੰ ਜੇ ਗੱਲ ਕਰੀਏ ਨਾ ਕਿ ਬਹੁਤੇ ਧਰਮ ਜਿਹੜੇ ਹੈ, ਹਰੇਕ ਬੰਦਾ ਸੋਚ ਰਿਹਾ ਕਿ ਮੇਰਾ ਧਰਮ ਖਤਰੇ 'ਚ ਹੈ। ਇਸ ਵੇਲੇ ਸਿੱਖ ਵੀ ਸੋਚ ਰਹੇ ਨੇ ਸਿੱਖਾਂ ਨੇ ਖਤਮ ਹੋ ਜਾਣਾ, ਮੁਸਲਮਾਨ ਸੋਚ ਰਹੇ ਨੇ ਮੁਸਲਮਾਨਾਂ ਨੇ ਖਤਮ ਹੋ ਜਾਣਾ, ਜਿਹਾਦ ਕਰ ਰਹੇ ਨੇ, ਕੋਈ ਹਿੰਦੂ ਰਾਸ਼ਟਰ ਬਣਨ ਦੀ ਕੋਸ਼ਿਸ਼ ਕਰ ਰਿਹਾ। ਕਦੀ ਵੀ ਵਿਸਾਖੀ ਹੋਣਾ ਵੈਸੇ ਇਹ ਨਹੀਂ ਚਾਹੀਦਾ, ਜਿਵੇਂ ਤੁਸੀਂ ਕਿਹਾ ਵੀ ਜੇ ਕੋਈ ਸਿੱਖ ਈਸਾਈ ਬਣ ਗਿਆ ਤਾਂ ਉਹਨੂੰ ਵਾਪਸ ਸਿੱਖੀ 'ਚ ਲੈ ਕੇ ਆਉਣ ਵਾਸਤੇ ਉਹਨੂੰ ਸਿਧਾਂਤ ਜੇ ਪਤਾ ਲੱਗਦੇ ਤਾਂ ਉਹ ਚਾਹੇ ਈਸਾਈ ਰਹਿ ਕੇ ਵੀ ਚੰਗੀ ਜ਼ਿੰਦਗੀ ਬਤੀਤ ਕਰਦਾ। ਕਿਸੇ ਤਰ੍ਹਾਂ ਦੀ ਜ਼ਿੰਦਗੀ ਦੇਖੋ, ਉਹ ਤੇ ਆਈਡੀਓਲੋਜੀ ਜਿਹੜੀ ਹੈ ਨਾ, ਉਹ ਤੇ ਕੋਈ ਵੀ ਤੁਸੀਂ ਫੋਲੋ ਕਰ ਲਓ, ਜਿੰਨਾ ਤੱਕ ਤੁਸੀਂ ਸਮਾਜ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ, ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਆਪਣੇ ਕਮਰੇ 'ਚ ਗੀਤਾ ਪੜ੍ਹਦੇ ਆ, ਰਮਾਇਣ ਪੜ੍ਹਦੇ ਆ, ਬਾਈਬਲ ਪੜ੍ਹਦੇ ਆ, ਉਹਦਾ ਕੋਈ ਫਰਕ ਨਹੀਂ ਪੈਂਦਾ। ਉਹ ਤੇ ਹੈਗੀ ਇੱਕ ਸਮਾਜ ਦੀ ਗੱਲ। ਪਰ ਜਿਹੜੇ ਕੁਝ ਧਾਰਮਿਕ ਕਿਸਮ ਦੇ ਲੋਕ ਨੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡਾ ਧਰਮ ਖਤਰੇ 'ਚ ਆ, ਇਸ ਵੇਲੇ ਜੇ ਸਿੱਖ ਬਹੁਤ ਸਾਰੇ ਹੁਣ ਸਿੱਖਾਂ ਦੀ ਗੱਲ ਸੁਣਦੇ ਆ, ਇਸ ਵੇਲੇ ਸਿੱਖ ਮੇਰੇ ਖਿਆਲ ਨਾਲ ਕੋਈ ਦੁਨੀਆ ਦਾ ਗੁਰਦੁਆਰਾ ਨਹੀਂ, ਦੁਨੀਆ ਦਾ ਕੋਈ ਦੇਸ਼ ਨਹੀਂ ਹੋਏਗਾ ਜਿੱਥੇ ਗੁਰਦੁਆਰੇ ਨਹੀਂ ਆ, ਤੇ ਜਿੱਥੇ ਉੱਥੇ ਪੱਗਾਂ ਵੀ ਲੱਥ ਰਹੀਆਂ ਨੇ ਤੇ ਉੱਥੇ ਮਸਲੇ ਵੀ ਬਣ ਰਹੇ ਨੇ। ਤੇ ਮਤਲਬ ਹਰ ਜਗ੍ਹਾ ਕੋਈ ਸਿੱਖ ਹੁਣ ਕੋਈ ਪੁਰਾਣੀ ਗੱਲ ਤੇ ਰਹਿ ਨਹੀਂ ਗਈ ਕਿ ਆਹ ਪਿੰਡ ਦੇ ਵਿੱਚ ਕਬੀਲਾ ਰਹਿ ਗਿਆ ਤੇ ਇਹਨਾਂ ਦੀ ਘਟਦੀ ਰਹੀ ਹੈ ਤੇ ਇਹਨਾਂ ਨੂੰ ਇੱਥੇ ਖਤਮ ਕਰ ਦਿਓ। ਸੋ ਕਿਸੇ ਵੀ ਕੌਮ ਨੂੰ ਇਸ ਵੇਲੇ ਖਤਮ ਕਰਨਾ ਕੋਈ ਅੱਜ ਕੱਲ੍ਹ 2-4-10 ਦਿਨ ਦੀ ਜਾਂ ਕਹਿ ਲਿਓ ਕਿ 1-2 ਦਹਾਕਿਆਂ ਦੀ ਸਦੀ ਦੀ ਕੋਈ ਗੱਲ ਨਹੀਂ ਗੀ। ਇਹ ਬਹੁਤ ਮੁਸ਼ਕਿਲ ਹੋ ਗਿਆ। ਸਾਰੀ ਦੁਨੀਆ ਦੇ ਹਰ ਮੁਲਕ ਦੇ ਵਿੱਚ ਜਿਹੜੀਆਂ ਹਰ ਇੱਕ ਜਾਤ ਧਰਮ ਦੇ ਲੋਕ ਰਹਿ ਰਹੇ ਨੇ। ਸੋ ਉਹ ਗੱਲ ਨਹੀਂ ਹੈਗੀ। ਪਰ ਜਿਹੜੇ ਡੇਰਿਆਂ ਦੇ ਨਾਲ ਜੁੜਦੇ ਨੇ ਲੋਕ, ਉਹਨਾਂ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਜੇ ਪਿੰਡ ਦੇ ਵਿੱਚ ਰਿਸਪੈਕਟ ਨਹੀਂ ਮਿਲਦੀ, ਜਾਂ ਹੁਣ ਜਿਵੇਂ ਸਰਸੇ ਵਾਲਾ ਸਾਹਿਬ ਦੀ ਆਪਾਂ ਗੱਲ ਕਰੀਏ, ਲੱਖ ਗੱਲ ਕਰ ਲਈਏ ਕਿ ਉਹ ਬਲਾਤਕਾਰੀ ਆ, ਉਹ ਜੇਲ੍ਹ ਦੇ ਵਿੱਚ ਆ, ਇਸ ਵੇਲੇ ਵੀ ਲੋਕ ਜਿਹੜੇ ਆ ਸੁਨਾਰੀਆ ਜੇਲ੍ਹ ਨੂੰ ਮੱਥਾ ਟੇਕ ਰਹੇ ਨੇ। ਉਹ ਤਾਂ ਗੱਲ ਨਹੀਂ ਕਰਨ ਦਿੰਦੇ ਜੀ, ਗੱਲ ਨਹੀਂ ਕਰਨ ਦਿੰਦੇ। ਉਹ ਕਿਉਂ ਨਹੀਂ ਕਰਨ ਦਿੰਦੇ? ਉਹ ਕਿਉਂ ਨਹੀਂ ਕਰਨ ਦਿੰਦੇ ਕਿ ਉਹਨੇ ਉਹਨਾਂ ਲੋਕਾਂ ਨੂੰ ਗੱਲ ਨਾਲ ਲਾਇਆ ਜਿਨ੍ਹਾਂ ਨੂੰ ਕੋਈ ਵੀ ਗੱਲ ਕਰਨਾ ਨਹੀਂ, ਕੋਈ ਮਤਲਬ ਉਹਨਾਂ ਨਾਲ ਇੱਜ਼ਤ ਨਹੀਂ ਸਮਝਦਾ। ਉਹਨੇ ਅਕਸਰ ਜਿਹੜੇ ਉਹਨਾਂ ਦੇ ਪ੍ਰੋਗਰਾਮ ਤੁਸੀਂ ਦੇਖੇ ਹੋਣਗੇ, ਉਹ ਕਹਿਣਗੇ ਕਿ ਇਹ ਵੇਸਵਾਵਾਂ ਨੇ,
ਇਹ ਵਿਆਹ ਕਰਾਉਣਾ ਚਾਹੁੰਦੀਆਂ ਨੇ। ਇਹ 15 ਕੁੜੀਆਂ ਲਿਆ ਕੇ ਖੜੀਆਂ ਕਰ ਦਿੰਦਾ ਉਹ ਬੰਦਾ ਕਿ ਆਪਣਾ ਇਹ ਵੇਸਵਾਵਿਰਤੀ 'ਚ ਰਹੀਆਂ ਨੇ, ਪਰ ਹੁਣ ਇਹ ਆਪਣਾ ਜੀਵਨ ਸੁਧਾਰਨਾ ਚਾਹੁੰਦੇ ਆ, ਕੋਈ ਉੱਠੇ। ਤੇ ਉੱਥੋਂ ਹੀ ਮੁੰਡੇ ਉੱਠਦੇ ਨੇ ਕਿ ਹਾਂ ਅਸੀਂ ਵਿਆਹ ਕਰਾਵਾਂਗੇ। ਅੱਜ ਦੇ ਡੇਟ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕੋਈ ਛੋਟਾ ਵੀ। ਮੈਂ ਇਸ ਗੱਲ ਨਾਲ ਤੁਹਾਡੇ ਨਾਲ ਥੋੜਾ ਅਸਹਿਮਤ ਹੈ। ਮਤਲਬ ਚਲੋ ਬਹੁਤ ਸਾਰੀਆਂ, ਵੈਸੇ ਤਾਂ ਇਹ ਹੁੰਦਾ ਵੀ ਸਰਸੇ ਵਾਲੇ ਸਾਥ ਦੀ ਜੇ ਗੱਲ ਕਰਦਾ, ਜੇ ਉਹਨਾਂ ਦੀ ਪੋਜ਼ਿਟਿਵਿਟੀ ਦੱਸਦਾ, ਤਾਂ ਉਹ ਜਿਹੜੇ ਬਹੁਤ ਸਾਰੇ ਇਹੋ ਜਿਹੀਆਂ ਵੱਡੀਆਂ ਘਟਨਾਵਾਂ ਹੋਈਆਂ ਜਿੱਥੇ ਉਹ ਪਹੁੰਚੇ। ਪਰ ਜੇ ਉਹ ਜ਼ਿੰਦਗੀ ਸੁਧਾਰਨ ਵਾਲੀ ਗੱਲ ਹੈ ਤਾਂ ਜ਼ਿੰਦਗੀਆਂ ਗਾਲੀਆਂ ਵੀ ਬਹੁਤ ਨੇ। ਨਹੀਂ, ਗਾਲੀਆਂ ਬਹੁਤ ਨੇ। ਮੈਂ ਇਹਦੇ ਤੋਂ ਮੈਂ ਮੁਨਕਰ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਸਰਸੇ ਵਾਲੇ ਬਾਬੇ ਦੀ ਕੋਈ ਸਿਫਤ ਕਰਨ ਲੱਗ ਪਿਆ, ਪਰ ਮੈਂ ਕਹਿ ਰਿਹਾ ਵੀ ਜੇ ਕਿਤੇ ਕਮਲ ਹੈ ਨਾ, ਉਹ ਕਿਤੇ ਚਿੱਕੜ ਦੇ ਵਿੱਚ ਵੀ ਕਮਲ ਹੋਏਗਾ, ਤੁਹਾਡੇ ਖਿੱਚ ਦਾ ਕਾਰਨ ਬਣਦਾ। ਕੋਈ ਚੰਗੀ ਗੱਲ ਹੈ ਨਾ, ਕਿਸੇ ਦੁਸ਼ਮਣ ਕੋਲੋਂ ਵੀ ਚੰਗੀ ਗੱਲ ਲੈ ਲੈਣੀ ਚਾਹੀਦੀ ਹੈ। ਕਿ ਜੇ ਕੋਈ ਦੁਸ਼ਮਣ ਆਪਣਾ ਸੱਚ ਦੀ ਹੱਕ ਦੀ ਗੱਲ ਕਰ ਰਿਹਾ ਨਾ, ਸਾਡੇ 'ਚ ਪੰਗਾ ਹੀ ਇਹੋ ਹੈ। ਹੁਣ ਇਸ ਵੇਲੇ ਮਤਲਬ ਗੱਲ ਕਰੀਏ ਕਿ ਸਨੀ ਆਪਣਾ ਇੱਕ ਦੀਪ ਸਿੱਧੂ ਜਿਹੜਾ ਬੰਦਾ ਆ, ਉਹ ਕਾਫੀ ਵੀਡੀਓ ਆ ਰਹੀਆਂ ਨੇ ਕਿ ਅਸੀਂ ਜੀ ਪਹਿਲਾਂ ਮੈਂ ਭਾਜਪਾ 'ਚ ਮੇਰੇ ਤੇ ਦੋਸ਼ ਲੱਗਦੇ ਰਹੇ ਨੇ, ਮੈਂ ਤਾਂ ਸਨੀ ਦਿਓਲ ਦੀ ਸਪੋਰਟ ਕਰਦਾ ਸੀ, ਉਹ ਤੇ ਮੇਰਾ ਬਾਈ ਹੈ। ਹੁਣ ਜਾਂ ਤੇ ਤੁਸੀਂ ਮਤਲਬ ਇਮਾਨਦਾਰੀ ਦੇ ਨਾਲ ਤੁਸੀਂ ਦੇਸ਼ ਦੀ ਗੱਲ ਕਰੋਗੇ ਜਾਂ ਬਾਈ ਦੀ ਗੱਲ ਕਰੋਗੇ। ਉੱਥੇ ਹੁਣ ਤੁਸੀਂ ਇਹ ਵੀਡੀਓ ਕੋਈ ਨਹੀਂ ਦੇਖ ਰਿਹਾ। ਕੱਲ ਪਰਸੋਂ ਦੀ ਇੱਕ ਵੀਡੀਓ ਕਿ ਇੱਕ ਔਰਤ ਜਿਹੜੀ ਆ ਬਜ਼ੁਰਗ, ਉਹ 4 ਕਿਲੋਮੀਟਰ ਕੋ ਤੁਰਿਆ ਨਹੀਂ ਜਾਂਦਾ, ਪੈਰਾਂ ਭਾਰ, ਉਹ ਮਤਲਬ ਉਹ ਬੈਠੀ ਹੀ ਰੀਂਗ ਕੇ 4 ਕਿਲੋਮੀਟਰ ਦਵਾਈ ਲੈਣ ਜਾ ਰਹੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਕਾਦੀਆਂ ਤੋਂ, ਉਹ ਕਾਦੀਆਂ ਦੇ ਨੇੜੇ ਉਹਦਾ ਪਿੰਡ ਆ, 4 ਕਿਲੋਮੀਟਰ ਤੇ ਪੈਦਲ ਜਾ ਰਹੀ ਆ ਉਹ ਤੁਰ ਕੇ। ਉਹਨੂੰ ਉਹਦੀ ਕੋਈ ਵੀਡੀਓ ਕੋਈ ਬਣਾ ਕੇ ਪਾ ਰਿਹਾ ਕਿ ਮਾਤਾ ਤੈਨੂੰ ਕੋਈ ਥੱਲੇ ਦੇ ਜਾਵੇ, ਕਿਸੇ ਸਾਧਨ ਦੇ ਥੱਲੇ ਕੋਈ ਮੱਝਾਂ ਲੰਘ ਰਹੀਆਂ, ਮੱਝ ਕੋਈ ਸੱਟ ਲਾ ਦੇ, ਉਹ ਕਹਿੰਦੀ ਕਿ ਮੈਨੂੰ ਮਾਰ ਹੀ ਜਾਵੇ ਤੇ ਚੰਗਾ। ਦੀਪ ਸਿੱਧੂ ਨੂੰ ਫਿਰ ਤੁਹਾਡਾ ਬਾਈ ਜੀ ਉੱਥੇ ਐਮਪੀ ਹੈ ਤਾਂ ਮਤਲਬ ਦੀਪ ਸਿੱਧੂ ਨੂੰ ਬਾਬਾ ਜੀ, ਮੈਂ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨਾ, ਫਿਰ ਇਹੋ ਜਿਹੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਕਦੀ ਵੀ ਇਹੋ ਜਿਹੇ ਲੋਕ। ਮਤਲਬ ਆਪਾਂ ਚੰਗੀ ਗੱਲ ਕਰੋ, ਤੁਸੀਂ ਚੰਗੀ ਗੱਲ, ਪਰ ਜੇ ਮੈਂ ਇਹ ਕਹਾਂ ਕਿ ਮੈਂ ਦੀਪ ਸਿੱਧੂ ਦਾ ਵਿਰੋਧੀ ਨਹੀਂ ਆ। ਜਿਹੜੀਆਂ ਚੰਗੀਆਂ ਗੱਲਾਂ ਕਰਨਗੇ ਉਹ ਆਪਾਂ ਕਿਸੇ ਵੀ ਚੰਗੀ ਗੱਲ ਕੋਈ ਵੀ ਕਰੇ ਉਹਦਾ ਸਾਥ ਦਿਓ, ਪਰ ਜੇ ਉਹ ਮਾੜੀ ਕਰਦਾ ਤੇ ਉਹਦੇ ਤੇ ਵੀ ਧਿਆਨ ਰੱਖੋ। ਭਗਤ ਨਾ ਬਣੋ ਕਿਸੇ ਦੇ ਬੰਦੇ ਦੇ। ਭਗਤ ਤੇ ਕੱਟੜਤਾ ਬਹੁਤ ਖਰਾਬ ਕਰਦੀ ਹੈ। ਕਈ ਵਾਰੀ ਅਸੀਂ ਕਿਸੇ ਨੂੰ ਬਹੁਤ ਹੀ ਮਾੜਾ ਸਮਝ ਲੈਂਦੇ, ਸੋਚ ਲੈਂਦੇ ਮਾੜਾ ਹੀ ਹੈ। ਜੋ ਕੋਈ ਚੰਗਾ ਹੈ ਤਾਂ ਚੰਗਾ ਵੀ ਹੋਣਾ ਜ਼ਰੂਰੀ ਹੈ, ਪਰ ਕੱਟੜਤਾ ਜਿਹੜੀ ਇਹ ਵੀ ਕੱਟੜਤਾ ਹੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਚਲੋ ਆਪਾਂ ਥੋੜਾ ਜਿਹਾ ਆਪਣੇ ਵਿਸ਼ੇ ਤੋਂ ਦੂਰ ਚਲੇ ਗਏ। ਜਿਹੜੇ ਇਹ ਕਈ ਏਕੜ ਦੇ ਵਿੱਚ ਡੇਰੇ ਬਣੇ ਹੋਏ ਨੇ, ਤੇ ਇਹ ਮਤਲਬ ਕੀ ਕਹਾਣੀ ਬਣਦੀ ਹੋਊਗੀ? ਮਤਲਬ ਇੰਨੇ 10-10 ਕਿਲੋਮੀਟਰ ਤੇ ਡੇਰੇ, ਜਿਹੜਾ ਇੱਕ ਸ਼ਰਧਾਲੂ ਹੈ ਉਹ ਫਿਰ ਕਿੰਨਾ ਕੁ ਮਾੜਾ ਸ਼ਰਧਾਲੂ ਹੈ ਜਿਹੜਾ 20 ਕਿਲੋਮੀਟਰ ਡੇਰੇ ਤੇ ਨਹੀਂ ਜਾ ਸਕਦਾ, ਉਹਦੇ ਨੇੜੇ ਡੇਰਾ ਬਣਾਉਣਾ ਜ਼ਰੂਰੀ। ਮੈਂ ਨਾ ਛੋਟੀ ਜੀ ਗੱਲ ਕਰਕੇ ਇਸ ਤੇ ਆਊਂਗਾ। ਜਿਹੜੀ ਮੈਂ ਗੱਲ ਕਰ ਰਿਹਾ ਸੀ ਦੀਪ ਸਿੱਧੂ ਵਾਲੀ, ਸਨੀ ਦਿਓਲ ਦੀ ਵਾਲੀ ਗੱਲ ਕਰ ਰਿਹਾ ਸੀ ਕਿ ਇਸ ਵੇਲੇ ਕੋਈ ਛੋਟਾ ਵੀ ਬੰਦਾ ਸਰਕਾਰੀ ਨੌਕਰੀ ਕਰਦਾ, ਉਹ 8 ਘੰਟੇ ਡਿਊਟੀ ਕਰਦਾ, ਉਹਨੂੰ 8 ਘੰਟੇ ਡਿਊਟੀ ਕਰਨੀ। ਅਸੀਂ ਚਾਹੁੰਦੇ ਹਾਂ ਕਿ ਫਲਾਣਾ ਬੰਦਾ 40,000 ਤਨਖਾਹ ਲੈਂਦਾ, 50,000 ਤਨਖਾਹ ਲੈਂਦਾ। ਉਹ ਜਿਹੜਾ ਬੰਦਾ ਬੰਬੇ ਜਾ ਕੇ ਬੈਠ ਗਿਆ, ਉਹਦੀ ਇੰਟਰਵਿਊ ਸੀ ਇੱਕ ਵਾਰ, ਕੋਈ ਨਿਆ ਸਵੇਰਾ ਸ਼ਾਇਦ ਚੈਨਲ ਸੀ, ਉਹਨਾਂ ਨੇ ਲਈ, ਤੇ ਉਹ ਕਹਿੰਦਾ ਜਿਹੜਾ ਲੋਕ ਸਾਰੇ ਕੰਮ ਕਰਦੇ, ਮੈਂ ਤਾਂ 2 ਘੰਟੇ 'ਚ ਕੰਮ ਕਰ ਦਿੰਦਾ ਜੀ। ਇਸ ਕਰਕੇ ਮੈਨੂੰ ਪਤਾ ਕਿ 2 ਘੰਟੇ 'ਚ ਕੰਮ ਕਰਕੇ ਤੁਸੀਂ ਜਾਇਜ਼ਾ ਲੈ ਲਓ ਕਿ ਪਿੰਡ 'ਚ ਕੀ ਹੋ ਰਿਹਾ। ਸੋ ਇੱਥੇ ਆਉਣਾ ਚਾਹੀਦਾ ਹਰੇਕ ਬੰਦਾ, ਜਿਹੜਾ ਵੀ ਕਿਸੇ ਇਲਾਕੇ ਤੋਂ ਜਿੱਤਿਆ, ਉਹ ਆਪਣੇ ਇਲਾਕੇ 'ਚ ਰਵੇ, ਆਪਣੇ ਇਲਾਕੇ ਨੂੰ ਸਮਾਂ ਦੇਵੇ। ਹੁਣ ਮੈਂ ਤੁਹਾਡੀ ਦੂਸਰੀ ਗੱਲ ਤੇ ਆਉਣਾ ਕਿ ਜਿਹੜਾ ਤੁਸੀਂ 10-10 ਕਿਲੋਮੀਟਰ ਦੀ ਗੱਲ ਕਰ ਰਹੇ ਕਿ ਡੇਰੇ, ਕੋਈ ਵੀ ਜਿਹੜੀ ਡੇਰਾ ਆ, ਕੋਈ ਸੰਪਰਦਾ ਆ, ਉਹ ਸਰਕਾਰ ਦੀ ਸ਼ਹਿ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਤੁਸੀਂ ਜੇ ਕਹਿ ਲਓ ਨਾ ਕਿ ਛੋਟੀ ਜੀ ਕੋਈ ਬ੍ਰਾਂਚ ਖੋਲ੍ਹਣੀ ਹੋਵੇ, ਛੋਟਾ ਜਿਹਾ ਕੋਈ ਧੰਦਾ ਕਰਨਾ ਹੋਵੇ, ਉੱਥੇ ਵੀ ਤੁਹਾਡੇ ਕੋਲੋਂ ਹਿੱਸਾਪੱਤੀ ਲੈਣ ਵਾਲੇ ਆ ਜਾਂਦੇ ਨੇ। ਆ ਤੁਸੀਂ ਚੰਡੀਗੜ੍ਹ, ਆਪਾਂ ਮੋਹਾਲੀ ਰਹਿੰਦੇ ਆ, ਕਿਸੇ ਦੁਕਾਨ ਦੇ ਅੱਗੇ ਪਾਰਕਿੰਗ ਲਾਟ ਉਹਨਾਂ ਨੇ ਬਣਾਈ ਬਿਨਾਂ ਕਾਰਨ, ਸਾਰੀਆਂ ਨਜਾਇਜ਼ ਨੇ, ਉੱਥੇ ਪਰਚੀਆਂ ਕੱਟ ਰਹੇ ਨੇ ਉਹ ਤੁਹਾਡੇ ਕੋਲੋਂ। ਕਿਉਂ? ਉਹਨੂੰ ਪਤਾ ਕਿ ਇੱਥੇ ਕਮਾਈ ਹੋਣੀ, ਇੱਥੇ ਸਾਧਨ ਆਉਣੇ ਨੇ। 10 ਰੁਪਏ ਤੁਹਾਨੂੰ ਦੁਖਦੇ ਨਹੀਂ ਕਿ 10 ਰੁਪਏ ਦਿੱਤੇ ਚੱਲ ਕੋਈ ਗੱਲ ਨਹੀਂ, ਪਰ ਉਹ ਲੀਗਲ ਥੋੜੀ ਗੱਲ। ਜਿੰਨੀ ਜਗ੍ਹਾ ਤੇ ਅਸੀਂ ਬੈਠੇ ਆ, ਇੰਨੀ ਜਗ੍ਹਾ ਲੱਖਾਂ ਦੀ ਹੈ, ਤੇ ਉਹ ਪਤਾ ਨਹੀਂ ਕਿੰਨੇ 100 ਏਕੜ ਜਿਹੜੇ ਉਹ ਪਾਰਕਿੰਗ ਲਾਉਂਦੇ ਨੇ, ਕੰਟਰੈਕਟ ਲੈਂਦੇ ਨੇ, ਉਹ ਹਿੱਸਾ ਦਿੰਦੇ ਨੇ। ਸੋ ਛੋਟਾ ਜਿਹਾ ਕੋਈ ਕਹਿਣ ਤੋਂ ਭਾਵ ਇਹ ਹੈ ਕਿ ਛੋਟਾ ਜਿਹਾ ਭਾਵੇਂ ਤੁਸੀਂ ਧਾਰਮਿਕ ਬਿਜ਼ਨਸ ਕਰੋ, ਛੋਟਾ ਬਿਜ਼ਨਸ ਕਰੋ, ਤੁਹਾਨੂੰ ਫਾਇਦਾ ਲੈਣ ਵਾਲੇ ਆ ਜਾਂਦੇ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਜੇ ਸਾਨੂੰ ਤੁਹਾਨੂੰ ਦਿਸਦੇ ਨੇ 10-10 ਕਿਲੋਮੀਟਰ ਤੇ ਡੇਰੇ, ਤੇ ਸਰਕਾਰ ਨੂੰ ਨਹੀਂ ਦਿਸਦੇ? ਤੇ ਸਰਕਾਰ ਐਵੇਂ ਸੜਕ ਦੇ ਉੱਪਰ ਐਡੀ ਮਹਿੰਗੀ ਜ਼ਮੀਨ ਜਿਹੜੀ ਆ ਉਹ ਲੈ ਲੈਂਦੇ ਨੇ। ਆਮ ਬੰਦਾ ਕੋਈ ਪਲਾਟ ਲੈਣਾ ਹੁੰਦਾ, ਕਿਸੇ ਨੇ 1.5 ਮਰਲੇ ਦਾ ਪਲਾਟ ਲੈਣਾ ਹੁੰਦਾ, ਤੇ ਕਲੋਨੀ 'ਚ ਪਿੱਛੇ ਵਾਲਾ ਪਲਾਟ ਦੇਖਦਾ ਕਿ ਚੱਲ ਕੋਈ ਇਸ ਤੋਂ ਸਸਤਾ ਨਹੀਂ ਕੋਈ ਹੈਗਾ, ਤੇ ਇਹ ਸੜਕ ਦੇ ਉੱਪਰ ਜਿਹੜਾ ਸਭ ਤੋਂ ਮਹਿੰਗਾ ਕਿੱਲਾ ਆ ਉਹ ਬਲੌਕ ਕਰ ਦੇਣਾ। ਸ਼ਰਧਾ ਕਰਦੇ ਨੇ, ਲੋਕ ਸ਼ਰਧਾ ਨਾਲ ਪੈਸੇ ਦੇ ਜਾਂਦੇ ਨੇ, ਫਿਰ ਉਹ 'ਚ ਕੀ ਉਹ ਦੇਖੋ ਤੁਸੀਂ, ਮੈਂ ਗੱਲ ਉਹ ਕਹਿ ਰਿਹਾ, ਜਿਹੜਾ ਕਿਸੇ ਵੀ ਜਾਤ ਦਾ ਬੰਦਾ ਹੈ ਨਾ, ਜੇ ਉਹਨੂੰ ਆਪਣੇ ਪਿੰਡ 'ਚ, ਆਪਣੇ ਇਲਾਕੇ 'ਚ, ਆਪਣੀ ਕੌਮ 'ਚ ਰਹਿ ਕੇ ਰਿਸਪੈਕਟ ਮਿਲਦੀ ਆ, ਰੁਜ਼ਗਾਰ ਮਿਲਦਾ। ਰਿਸਪੈਕਟ ਤੇ ਰੁਜ਼ਗਾਰ ਦੋਵੇਂ ਚੀਜ਼ਾਂ ਚਾਹੀਦੀਆਂ ਨੇ।
ਇਹ ਨਹੀਂ ਹੈ ਕਿ ਤੁਸੀਂ ਉਹ ਬੰਦੇ ਨੂੰ ਕਹੋ ਕਿ ਹਾਂਜੀ ਬਾਈ ਜੀ ਤੇ ਅਗਲਾ ਭੁੱਖਾ ਮਰ ਰਿਹਾ ਹੋਵੇ ਤੇ ਕੰਮ ਤੁਸੀਂ ਉਹਨੂੰ ਦਿਓ ਨਾ। ਕੰਮ ਵੇਲੇ ਜਦੋਂ ਕਰੋਨਾ ਨਾ ਹੋਵੇ ਉਦੋਂ ਤੁਸੀਂ ਕਹੋ ਵੀ ਅਸੀਂ ਭਈਏ 200 ਰੁਪਇਆ ਸਸਤਾ ਲਾਉਂਦੇ ਆਪਾਂ ਭਈਆ ਨੂੰ ਦੇਣਾ ਕੰਮ। ਤੇ ਉਸ ਵੇਲੇ ਨਾ ਦੇਖੋ ਕਿ ਸਾਡੇ ਪਿੰਡ ਦੇ ਲੋਕ ਆ ਇਹ ਯਾਰ ਇਹਨਾਂ ਨੂੰ ਕੰਮ ਦਈਏ। ਉਸ ਵੇਲੇ ਪਿੰਡਾਂ ਵਾਲਿਆਂ ਨੂੰ ਤੁਸੀਂ ਇਗਨੋਰ ਕਰੋ। ਅੱਜ ਤੁਸੀਂ ਫਸ ਗਏ ਜੇ ਤਾਂ ਅੱਜ ਤੁਸੀਂ ਫਿਰ ਤੈਅ ਕਰੋ ਕਿ 2700 ਅਸੀਂ ਰੇਟ ਦੇਣਾ। ਸੋ ਮਤਲਬ ਇਸ ਤਰੀਕੇ ਨਾਲ ਨਾ ਕਰੋ। ਤੁਸੀਂ ਆਪਣੇ ਪਿੰਡ ਨੂੰ ਜੇ ਲੈ ਕੇ ਚੱਲਣਾ, ਸਾਰੀ ਜਾਤ ਨੂੰ, ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲੋ ਔਰ ਜਾਤ ਪ੍ਰਥਾ ਨੂੰ ਕੋਸ਼ਿਸ਼ ਕਰੋ ਕਿ ਖਤਮ ਕਰੋ ਹੌਲੀ ਹੌਲੀ। ਇਹਦੇ ਵੱਲ ਇਹ ਕੋਈ ਅੱਜ ਰਾਤੋਂ ਰਾਤ ਤੇ ਹੋਣ ਵਾਲੇ ਕੰਮ ਨਹੀਂ ਹੈ, ਕਿਉਂਕਿ ਬਜ਼ੁਰਗਾਂ ਦੇ ਜਿਹੜੇ ਦਿਮਾਗਾਂ 'ਚ ਚੀਜ਼ਾਂ ਬੈਠੀਆਂ ਹੋਈਆਂ, ਕੋਈ ਇੱਕ ਬੰਦਾ ਮੇਰੇ ਵਰਗਾ ਕੋਈ ਲੈਕਚਰ ਕਰਕੇ ਕੱਢ ਦੇਗਾ, ਮੁਸ਼ਕਲ ਹੈ। ਨਹੀਂ ਜੀ, ਹਾਂ ਬਿਲਕੁਲ, ਇੱਕ ਲੈਕਚਰ ਚੱਲੇ ਤਾਂ ਆਪਾਂ ਕਿਸੇ ਦੇ ਮਾਈਂਡ ਦੇ ਯੰਗ ਮਾਈਂਡਸ ਨੂੰ ਜੇ ਕੋਈ ਫਰਕ ਪਵੇ ਤਾਂ ਠੀਕ ਹੈਗਾ। ਵੈਸੇ ਜਿਹੜੇ ਯੰਗ ਮੁੰਡੇ ਨੇ, ਜਿਵੇਂ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ, ਤੇ ਯੰਗ ਮੁੰਡੇ ਨੇ, ਅਸੀਂ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਦੇ ਹਾਂ, ਪਰ ਇਹ ਅਸੀਂ ਜਾਤ ਪਾਤ ਵੀ ਬਜ਼ੁਰਗਾਂ ਤੋਂ ਸਿੱਖੀਏ, ਇਹ ਬਿਲਕੁਲ ਇੱਕ ਬਹੁਤ ਵੱਡੀ ਤਰਾਸਦੀ ਹੈ। ਪਰ ਯੰਗ ਮੁੰਡਿਆਂ ਦੇ ਮਨਾਂ 'ਚੋਂ ਗੱਲ ਨਿਕਲ ਰਹੀ ਹੈ। ਪਰ ਇੱਥੇ ਜਿਹੜੇ ਦਲਿਤ ਭਾਈਚਾਰੇ ਦੀ ਗੱਲ, ਮੈਂ ਤੁਹਾਨੂੰ ਇੱਕ ਬੜੀ ਅਲੱਗ ਜਿਹੀ ਗੱਲ ਦੱਸਦਾ, ਜੋ ਵੀ ਵੈਸੇ ਵਾਰ-ਵਾਰ ਸਾਨੂੰ ਜਾਤਾਂ ਦੇ ਨਾਂ ਲੈਣੇ ਪੈਂਦੇ ਨੇ, ਸਮਾਜ ਕਰਕੇ ਲੈਣੇ ਪੈਂਦੇ ਨੇ, ਜਾਂ ਸਾਡੇ ਮਨਾਂ ਦੇ ਵਿੱਚ ਵੀ ਕੂੜਾ ਭਰਿਆ ਹੋਇਆ ਸ਼ਾਇਦ ਤਾਂ ਲੈਣੇ ਪੈਂਦੇ ਨੇ। ਪਰ ਗੱਲ ਇਹ ਹੈ ਕਿ ਜਦੋਂ ਕਿਸੇ ਦਲਿਤ ਭਾਈਚਾਰੇ ਦੇ, ਜਿਹਨੂੰ ਅਸੀਂ ਵਿਹੜਾ ਕਹਿ ਕੇ ਸੰਬੋਧਿਤ ਕਰਦੇ ਹਾਂ, ਉੱਥੇ ਵਾਲਮੀਕੀ ਪ੍ਰੋਗਰਾਮ ਦਾ ਚੂਰਮਾ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ, ਉੱਥੇ ਜਦੋਂ ਜੱਟ ਭਾਈਚਾਰਾ ਜਾਂਦਾ, ਮੈਂ ਵੀ ਆਪਣੇ ਪਿੰਡ ਵਿੱਚ ਜਾਣਾ ਤਾਂ ਸਾਨੂੰ ਹੱਥਾਂ ਤੇ ਚੱਕ ਲੈਂਦੇ ਨੇ ਔਰ ਉਹ ਬੜੇ ਮਾਣ ਸਤਿਕਾਰ ਦੇ ਨਾਲ ਮਤਲਬ ਸਾਨੂੰ ਗ੍ਰੀਟ ਕਰਦੇ ਨੇ ਕਿ ਸਾਡੇ ਵਿਹੜੇ ਦੇ ਵਿੱਚ ਜੱਟ ਭਾਈਚਾਰੇ ਵਾਲੇ ਆਏ, ਸਾਡੇ ਬਾਬੇ ਦੇ ਪ੍ਰੋਗਰਾਮ ਤੇ ਆਏ ਕਹਿ ਕੇ ਸੰਬੋਧਿਤ ਕਰਦੇ ਨੇ। ਤੇ ਸ਼ਾਇਦ ਉੱਦਾਂ ਜੱਟ ਭਾਈਚਾਰਾ ਉਹਨਾਂ ਨੂੰ ਗ੍ਰੀਟ ਨਹੀਂ ਕਰਦਾ, ਜੋ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਜੱਟ ਭਾਈਚਾਰੇ। ਗੱਲ ਇਹ ਵੀ ਜੋੜਨਾ ਚਾਹੁੰਦਾ ਹਾਂ ਕਿ ਜਿਹੜਾ ਨਾ ਜਾਤ ਪ੍ਰਥਾ ਖਤਮ ਕਰਨ ਦਾ ਜਿਹੜਾ, ਦੇਖੋ ਇਹ ਬੜਾ ਲੰਬਾ ਪ੍ਰੋਸੈਸ ਆ। ਅਸੀਂ ਘੱਟੋ ਘੱਟ ਹੁਣ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਇਸਤਰੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਪੂਰਾ ਉਹ ਹੰਗਾਮਾ ਕਰ ਰਹੀ ਹੈ ਕਿ ਮੇਰੇ ਗੁਆਂਢ ਦੇ ਵਿੱਚ ਜਿਹੜਾ ਦਲਿਤ ਘਰ ਬਣਾ ਰਿਹਾ, ਮੈਂ ਇਹਨੂੰ ਰਹਿਣ ਨਹੀਂ ਦੇਣਾ। ਮੇਰਾ ਆਲਰੇਡੀ ਮੈਂ ਇੱਥੇ ਰਹਿ ਰਹੀ ਹਾਂ, ਮੇਰਾ ਸਾਰਾ ਕੁਝ ਸਿਸਟਮ ਇੱਥੇ ਬਣਿਆ ਹੋਇਆ, ਕੋਠੀ ਬਣੀ ਹੋਈ ਆ, ਮੈਨੂੰ ਲਾਗੇ ਕਿਸੇ ਦਲਿਤ ਨੂੰ ਘਰ ਨਹੀਂ ਬਣਾਉਣ ਦੇਣਾ। ਇਹ ਕਾਫੀ ਵੀਡੀਓ ਵਾਇਰਲ ਹੋ ਰਹੀ। ਸੋ ਮਸਲਾ ਇਹ ਆ ਕਿ ਇਸ ਵੇਲੇ ਮੈਂ ਕਹਿੰਦਾ ਕਿਸੇ ਜੱਟ ਸਿੱਖ ਪਰਿਵਾਰ ਨੂੰ ਕਹਿ ਦਿਓ ਕਿ ਵਿਹੜੇ ਦੇ ਵਿੱਚ ਉੱਥੇ ਤੈਨੂੰ 2 ਕਨਾਲਾਂ ਜਗ੍ਹਾ ਮਿਲਦੀ, ਬਾਹਰ ਤੈਨੂੰ ਜਿਹੜਾ ਆਪਣਾ ਕਹਿ ਲਈਏ ਕਿ 4 ਲੱਖ ਮਰਲਾ ਆ, ਉੱਥੇ ਤੈਨੂੰ ਮੈਂ 30,000 ਨੂੰ ਮਰਲਾ ਦਵਾ ਦਿੰਦਾ। ਉੱਥੇ ਉਹ ਮਕਾਨ ਲੈਣ ਦੀ ਜ਼ਰੂਰਤ ਨਹੀਂ ਕਰਦੇ ਕਿ ਅਸੀਂ ਉਹਨਾਂ ਦੇ ਵਿੱਚ ਰਹਿਣਾ। ਅਸੀਂ ਉਹਨਾਂ ਨੂੰ ਫਿਰ ਕਹਿੰਦੇ ਕਿ ਇਹ ਲੋਕ ਵੱਖਰੀ ਤਰ੍ਹਾਂ ਦੇ, ਮਤਲਬ ਲੋਕਾਂ ਦੇ ਮਨ ਦੇ ਵਿੱਚ ਕੁਝ ਬਣਿਆ ਹੋਇਆ ਵੀ ਉਹਨਾਂ ਦਾ ਰਹਿਣ ਸਹਿਣ ਇਹੋ ਜਿਹਾ, ਜਾਂ ਉਹਨਾਂ ਦੀ ਕੋਈ ਹਰਕਤਾਂ ਇਹੋ ਜਿਹੀਆਂ, ਜਾਂ ਲੋਕ ਇਹ ਮੰਨਦੇ ਨੇ ਕੁਛ ਇਦਾਂ ਦਾ। ਦੇਖੋ ਸਟੀਰੀਓਟਾਈਪ ਜਿਹੜਾ ਨਾ ਜੀ, ਇਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਸ਼ੋਸ਼ਣ ਦੀ ਜਿਹੜੀ ਹੈ ਨਾ, ਐਜੂਕੇਸ਼ਨ ਦੇ ਨਾਲ ਹੀ ਗੱਲ ਖਤਮ ਹੋਣੀ ਹੈ। ਮੈਂ ਇੱਕ ਵਾਰ ਇਸ 'ਤੇ ਇੱਕ ਕਵਿਤਾ ਲਿਖੀ ਸੀ ਕਿ ਤੁਸੀਂ, ਸਾਨੂੰ ਯਾਦ ਹੈ ਤੁਸੀਂ ਟੌਫੀਆਂ ਦੇ ਕੇ ਸਾਥੋਂ ਬੁਲਵਾਉਂਦੇ ਸੀ ਗੁਪਤੰਗਾਂ ਦੇ ਨਾਮ, ਜੋ ਹੁਣ ਰੋਹ ਵਿੱਚ ਸਾਡੇ ਮੂੰਹੋਂ ਸੁਭਾਵਿਕ ਹੀ ਨਿਕਲਦੇ ਨੇ, ਤੇ ਤੁਸੀਂ ਸਾਡੇ ਮਿਆਰ ਨੂੰ ਘਟੀਆ ਦੱਸ ਦਿਓ। ਵਾਹ। ਇਹਦੇ ਮੈਂ ਇਹ ਅੱਗੇ ਪੂਰੀ ਕਵਿਤਾ ਦੇ ਖਾਰ ਲੰਬੀ ਹੈ ਕਿ ਤੁਸੀਂ ਜਿੰਨਾ ਚਿਰ ਤੁਸੀਂ ਛੋਟੇ ਛੋਟੇ ਹੁਣ ਬੱਚਿਆਂ ਦੇ ਤੁਸੀਂ ਜਿਹਨਾਂ 'ਚ ਪਾੜ ਰਹੇ ਜੇ ਨਾ, ਇਸ ਚੀਜ਼ ਨੂੰ ਮੈਂ ਕਵਿਤਾ ਇੰਝ ਸੀ ਕਿ ਤੁਸੀਂ ਟੌਫੀਆਂ ਦੇ ਕੇ ਬੁਲਵਾਉਂਦੇ ਸੀ ਸਾਨੂੰ ਸਾਡੇ ਮੂੰਹੋਂ ਗੁਪਤੰਗਾਂ ਦੇ ਨਾਮ, ਜੋ ਰੋਹ 'ਚ ਹੁਣ ਸਾਡੇ ਮੂੰਹੋਂ ਸੁਭਾਵਿਕ ਹੀ ਨਿਕਲਦੇ ਨੇ, ਤੇ ਤੁਸੀਂ ਸਾਡੇ ਮਿਆਰ ਨੂੰ ਘਟੀਆ ਦੱਸਦੇ ਹੋ। ਸੋ ਇਹ ਹੈ ਕਿ ਜਿਹੜਾ ਆਪਣਾ ਉਹਨਾਂ ਦਾ ਮੁਹੱਲਾ ਬਣ ਚੁੱਕਾ ਹੈ। ਇਹ ਗੱਲ ਨੂੰ ਮੈਂ ਕੋਈ ਇਸ ਤੋਂ ਮੁੱਕਰਦਾ ਨਹੀਂ ਹੈ, ਇਸ ਗੱਲ ਤੋਂ। ਇਹ ਸੱਚੀ ਗੱਲ ਆ ਕਿ ਉੱਥੇ ਜਿਹੜੇ ਲੋਕ ਆਲੇ ਦੁਆਲੇ ਰਹਿ ਰਹੇ ਨੇ, ਉਹਨਾਂ ਦੇ ਵਿੱਚ ਜਿਹੜਾ ਐਜੂਕੇਸ਼ਨ ਘੱਟ ਹੋਣ ਦੀ ਵਜ੍ਹਾ ਨਾਲ ਔਰ ਉਹਨਾਂ ਦੇ ਕਾਰੋਬਾਰੀ ਇਹੋ ਜਿਹੇ ਹੋਣ ਨਾਲ, ਤੇ ਜਿਹੜੇ ਇਹੋ ਜਿਹੇ ਸ਼ਬਦਾਵਲੀ ਜਿਹੜੀ ਆ ਉਹ ਬੜੀ ਸੁਣਨ ਵਾਲੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਤੁਸੀਂ ਰਹਿੰਦੇ ਆ। ਤੁਹਾਨੂੰ ਬਹੁਤੇ ਲੋਕਾਂ ਨੂੰ ਇਹ ਡਰ ਹੁੰਦਾ ਕਿ ਅਸੀਂ ਜੇ ਉੱਥੇ ਰਹਿਣਾ ਸ਼ੁਰੂ ਕਰਾਂਗੇ ਤਾਂ ਸਾਡੇ ਬੱਚੇ ਖਰਾਬ ਹੋਣਗੇ, ਉਹ ਉਹਨਾਂ ਬੱਚਿਆਂ ਨਾਲ ਖੇਡਣਗੇ। ਤੇ ਅਸੀਂ ਪਰ ਉਹਨਾਂ ਨੂੰ ਸੁਧਾਰਨ ਵੱਲ ਵੀ ਕੋਈ ਨਹੀਂ ਯਤਨ ਕਰਨਾ ਚਾਹੁੰਦੇ। ਅਸੀਂ ਇਹ ਨਹੀਂ ਚਾਹੁੰਦੇ ਕਿ ਉਹ ਬੱਚੇ ਪੜ੍ਹ ਲਿਖ ਜਾਣ। ਉਹਨਾਂ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਮੈਂ ਜਿਹੜੀਆਂ ਬਹੁਤ ਵਾਰਾਂ ਕੀਤੀਆਂ ਹੋਈਆਂ ਨੇ ਕਿ ਜੇ ਤੁਸੀਂ ਜਿਹੜਾ ਜ਼ਮੀਂਦਾਰ ਪਰਿਵਾਰ ਆ, ਜਦੋਂ ਵੋਟ ਬਣਨੀ ਹੁੰਦੀ ਆ, ਉਦੋਂ ਤੇ ਇੱਕ ਕਵਿਤਾ ਸੀਗੀ ਕਿ ਆਪਣਾ ਉਹ ਕੀੜੀ, ਉਹ ਤੂੰ ਹੀ ਆ ਕਿੰਦਰਪਾਲ ਸੋਂ ਪੁੱਤਰ ਕੇਸਰ ਸੋਂ। ਅੱਛਾ, ਤੇ ਪਿੱਛੋਂ ਉਹਦਾ ਬਜ਼ੁਰਗ ਜਿਹੜਾ ਵੱਡਾ ਬੋਲਦਾ, ਉਹ ਕਹਿੰਦਾ ਉਹ ਤੂੰ ਕੇਸੂ ਦਾ ਮੁੰਡਾ, ਉਹ ਬੜਾ ਕੈੜਾ ਸੀ, ਉਹ ਹੈਗਾ ਕਿ ਮਰ ਗਿਆ। ਤੇ ਨਿਆਣੇ ਆਪਣੇ ਚੁੱਕ ਕੇ ਕਹਿੰਦਾ ਆ ਮੇਰਾ ਪੁੱਤਰ ਕੁੰਵਰ ਅਜੇਪਾਲ ਸਿੰਘ। ਮਤਲਬ ਜਿਹੜਾ ਤੇਰੇ ਕੋਲ ਬੰਦਾ ਕੰਮ ਕਰਕੇ ਗਿਆ 20 ਸਾਲ 10 ਸਾਲ, ਉਹਨੂੰ ਕਹਿੰਦੇ ਉਹ ਹੈਗਾ ਕਿ ਮਰ ਗਿਆ। ਇਹ ਆਮ ਗੱਲਾਂ ਤੁਸੀਂ ਸੁਣੋਗੇ ਪਿੰਡ 'ਚ ਕਿ ਇੰਨੀ ਕਿ ਤੁਹਾਡੇ ਜਿਹੜਾ ਤੁਹਾਡੇ ਨਾਲ ਤੁਸੀਂ ਕਹਿੰਦੇ ਨੇ ਵੀ ਇਕੱਠੇ ਕੰਮ ਕਰਦੇ ਰਹੇ, ਇਕੱਠੇ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਇੱਜ਼ਤ ਪਾਣੀ ਜਿਹੜਾ ਉਹ ਇੰਨਾ ਕਰਿਆ। ਜਦੋਂ ਉਹਨਾਂ ਨੂੰ ਐਜੂਕੇਟ ਕਰੋਗੇ, ਜਦੋਂ ਕੋਈ ਵੀ ਅਸੀਂ ਆਪਦਾ ਹੱਕ ਲੈਣਾ ਹੋਵੇ ਜਾਂ ਸਾਨੂੰ ਲੱਗਦਾ ਵੀ ਸਾਡੇ ਨਾਲ ਧੱਕਾ ਹੋ ਰਿਹਾ, ਉਹਦੇ ਵਿੱਚ ਏਕਾ ਬਹੁਤ ਹੋਣਾ ਜ਼ਰੂਰੀ ਹੈ। ਮੰਨ ਲਓ ਕਿ 2 ਦਲਿਤ ਭਾਈਚਾਰੇ ਦੇ ਪਰਿਵਾਰ ਹੈ ਤੇ ਇੱਕ ਉਹਨਾਂ ਦੇ ਵਿੱਚ ਜੱਟ ਭਾਈਚਾਰੇ ਦਾ ਪਰਿਵਾਰ ਹੈ, ਤਾਂ ਉਹ ਆਪਸ ਦੇ ਵਿੱਚ ਜੇ ਮੰਨ ਲਓ ਵੀ ਉਹਦੀ ਜੇ ਇੱਕ ਜੱਟ ਪਰਿਵਾਰ ਦਾ ਤੇ ਇੱਕ ਦਲਿਤ ਭਾਈਚਾਰੇ ਦਾ ਆਪਸ 'ਚ ਰੌਲਾ ਪੈ ਗਿਆ ਨਾ,
ਤਾਂ ਉਹ ਜਿਹੜਾ ਦੂਜਾ ਦਲਿਤ ਪਰਿਵਾਰ ਆ ਉਸ ਦਲਿਤ ਪਰਿਵਾਰ ਦੀ ਮਦਦ ਨਹੀਂ ਕਰਦਾ। ਜ਼ਿਆਦਾਤਰ 90% ਇੱਦਾਂ ਹੁੰਦੇ ਨੇ, ਉਹਨੂੰ ਲੱਗਦਾ ਵੀ ਇਹ ਤਾਂ ਸਾਡੇ ਨੇ, ਉਹਨੂੰ ਲੱਗਦਾ ਇੱਕ ਦੂਜੇ ਨੂੰ ਜਿਹੜੇ ਸ਼ਬਦਾਂ ਤੇ ਕੇਸ ਪੈ ਜਾਂਦੇ ਨੇ, ਇੱਕ ਦੂਜੇ ਨੂੰ ਉਹ ਕਹਿ ਕੇ ਬੁਲਾਉਂਦੇ ਨੇ ਤੇ ਉਹ ਫਿਰ ਜੱਟ ਭਾਈਚਾਰੇ ਦੀ ਜ਼ਿਆਦਾ ਮਦਦ ਕਰਦੇ ਨੇ ਆਪਸ ਵਿੱਚ। ਨਹੀਂ, ਇਹ ਦੇਖੋ ਜਿਹੜਾ ਨਾ ਤੁਹਾਡੇ ਕੋਲ ਫਾਈਨੈਂਸ਼ੀਅਲ ਜਿਹੜੀ ਪਾਵਰ ਆ ਉਹ ਬੜੀ ਵੱਡੀ ਚੀਜ਼ ਹੁੰਦੀ ਆ ਹਰ ਜਗ੍ਹਾ ਹੀ। ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ 2 ਜੱਟ ਸਿੱਖ ਪਰਿਵਾਰ ਦੇ ਗਏ, ਉਹਨਾਂ ਨੇ 2 ਬੰਦੂਕਾਂ ਵਾਲੇ, ਉਹਦੇ ਤੋਂ ਮੈਂ ਇੱਕ ਆਰਟੀਕਲ ਛੋਟਾ ਜਿਹਾ ਲਿਖਿਆ ਸੀ ਬੰਦੂਕਾਂ ਵਾਲੇ, ਕਿ ਉਹ ਜਾ ਕੇ ਉਹਨਾਂ ਦਾ ਕੋਈ ਝਗੜਾ ਸੀ ਲੇਬਰ ਦਾ, ਤੇ ਉਹ ਲੇਬਰ ਦਾ ਕੰਮ ਕਰ ਰਹੇ ਸੀ ਤੇ ਉਹ 2 ਜਾਣੇ ਗਏ, ਉਹਨਾਂ ਨੇ ਬੰਦੂਕਾਂ ਲੈ ਕੇ ਗਏ। ਉਹ ਅੱਗੋਂ ਜਿਹੜੇ ਲੇਬਰ ਵਾਲੇ ਲੋਕ ਸੀ, ਅੱਛਾ ਉਹ ਕਹਿੰਦੇ ਉਹ ਵੀ ਗੁੱਸੇ ਰਾਜੀ ਹੋ ਗਏ, ਕੁਝ ਉੱਥੇ ਮੌਕੇ ਤੇ ਗਰਮਾ ਗਰਮੀ ਹੋ ਗਈ। ਉਹ ਕਹਿ ਰਹੇ ਜੀ ਅੱਛਾ ਤੂੰ ਮਾਰੇਗਾ, ਮਾਰ ਦੇ। ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਨੂੰ ਕਿਹਾ ਜਾਣ ਲੱਗਾ ਕਿ ਇਹ ਦੇਖੋ ਜੀ ਇਹਨੂੰ ਜਾਤੀ ਪ੍ਰਥਾ ਬਣਾਇਆ ਜਾ ਰਿਹਾ, ਇਹ ਤੇ ਉਹਨਾਂ ਦਾ ਆਪੋ ਜਿਹਾ ਝਗੜਾ ਸੀ। ਤੇ ਮੈਂ ਉੱਥੇ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਆਮ ਬੰਦਾ ਜਿਹੜਾ ਆ ਉਹ ਕਰ ਸਕਦਾ ਕਿ ਆਪਾਂ ਬੰਦੂਕਾਂ ਲੈ ਕੇ 2 ਜਾਣੇ ਉੱਥੇ ਚੱਲੀਏ। ਇਹ ਅੰਦਰੋਂ ਤੁਹਾਡੇ ਪਿੱਛੇ ਫਾਈਨੈਂਸ਼ੀਅਲ ਪਾਵਰ ਹੋਵੇ ਤੇ ਤਾਂ ਤੁਹਾਨੂੰ ਲੱਗਦਾ ਕਿ ਕੋਈ ਬਾਤ ਨਹੀਂ, ਜੇ ਕੋਈ ਝਟਕਾਉਣਾ ਪਿਆ ਤੇ ਮਾਰਨਾ ਪਿਆ ਤੇ ਮਾਰ ਦਾਂਗੇ, ਕੋਈ ਨਹੀਂ, ਕੇਸ ਲੜਨਾ ਪਿਆ ਲੜ ਲਾਂਗੇ। ਇੱਕ ਤੁਸੀਂ ਜੇ ਗਰੀਬ ਪਰਿਵਾਰ ਆ ਉਹਦੇ ਕੋਲ ਪਿਸਤੌਲ ਹੋਵੇ ਨਾ, ਛੋਟੇ ਕਿਸੇ ਗਰੀਬ ਪਰਿਵਾਰ ਕੋਲੋਂ ਕਿਸੇ ਬੰਦੇ ਕੋਲੋਂ, ਉਹਨੂੰ ਕਹਿੰਦੇ ਬਦਮਾਸ਼ ਆ, ਇਹਦੇ ਕੋਲ ਪਿਸਤੌਲ ਹੁੰਦਾ ਹੀ, ਇਹ ਬਦਮਾਸ਼ ਬੰਦਾ ਹੀ, ਉਹ ਤੋਂ ਬਚ ਕੇ ਰਹੋ। ਤੇ ਜੇ ਕਿਸੇ ਜ਼ਮੀਂਦਾਰ ਪਰਿਵਾਰ ਕੋਲ ਦਨਾਲੀਆਂ ਕਹਿੰਦੇ ਹੁੰਦੇ, ਉਹ ਆਪਣਾ ਸਰਦਾਰ ਕੰਵਰ ਸਿੰਘ ਜੀ, ਉਹਨਾਂ ਨੂੰ ਬੰਦੂਕਾਂ ਦਾ ਬੜਾ ਸ਼ੌਂਕ ਆ, ਉਹਨਾਂ ਰੱਖੀਆਂ। ਇੱਕ ਉਹਨਾਂ ਕੋਲ ਨਾ ਘੋੜੀ ਵੀ ਹੁੰਦੀ ਆ, ਉਹਨਾਂ ਨੇ ਘੋੜੀਆਂ ਸ਼ੌਂਕ ਆ। ਮੈਂ ਉਹਨਾਂ ਕੋਲ ਗਿਆ ਸੀ, ਉਹਨਾਂ ਨੇ ਹੁਣ ਘੋੜਾ ਮੰਗਾਇਆ ਇੱਕ, ਭਾਜੀ ਫਲਾਣੀ ਜਗ੍ਹਾ ਤੋਂ ਕਮਾਲ, ਮਤਲਬ ਉਹ ਕੁਝ ਵੀ ਰੱਖ ਲੈਣਾ ਜੀ। ਵੈਸੇ ਤੁਸੀਂ ਬਹੁਤ ਸਹੀ ਗੱਲਾਂ ਕਰ ਰਹੇ ਹੋ, ਬਤੌਰ ਜੱਟ ਪਰਿਵਾਰ ਦਾ ਮੁੰਡਾ ਹੋ ਕੇ ਮੈਂ ਇਹਨਾਂ ਗੱਲਾਂ ਨੂੰ ਦੇਖਿਆ ਤੇ ਮੈਂ ਮੰਨਦਾ ਵੀ ਹੈ। ਪਰ ਗੱਲ ਇੱਕ ਹੋਰ ਹੈ ਇੱਥੇ ਕਿ ਮੰਨ ਲਓ ਵੀ ਜਦੋਂ ਬੰਦੇ ਦੀ ਕਦਰ ਪੈਂਦੀ ਹੈ ਨਾ, ਖਾਸ ਕਰਕੇ ਪਿੰਡਾਂ ਦੇ ਵਿੱਚ ਸਾਡੇ, ਉਦੋਂ ਉਹ ਕਦਰ ਪੈਂਦੀ ਇਲੈਕਸ਼ਨਾਂ 'ਚ। ਜਦੋਂ ਸਾਡੇ ਵਰਗੇ ਕਿਸੇ ਨੇ ਸਰਪੰਚੀ ਲੜਨੀ ਹੁੰਦੀ ਹੈ ਤਾਂ ਜਾਂ ਉਦੋਂ ਮਤਲਬ ਕਦਰ ਪੈਂਦੀ ਹੈ ਨਾ, ਤਾਂ ਫਿਰ ਉਦੋਂ ਵੀ ਜਿਹੜੇ ਦਲਿਤ ਭਾਈਚਾਰੇ ਦੇ ਪਰਿਵਾਰ ਨੇ ਉਹ ਆਪਣੀ ਕਦਰ ਨੂੰ ਬਚਾ ਨਹੀਂ ਸਕਦੇ। ਚਾਹੇ ਫਾਈਨੈਂਸ਼ੀਅਲੀ ਕਿੰਨੀ, ਮੰਨ ਲਓ ਵੀ ਫਾਈਨੈਂਸ਼ੀਅਲੀ ਬੰਦਾ ਨਹੀਂ ਸਟਰੋਂਗ, ਉਹਨੂੰ ਐਂ ਲੱਗਦਾ ਵੀ ਚਲੋ ਯਾਰ ਹੁਣ ਵੋਟਾਂ ਆਈਆਂ, ਹੁਣ ਪੈਸੇ ਲੈ ਲਈਏ। 10,000 ਰੁਪਇਆ 5,000 ਰੁਪਇਆ ਕਿੰਨਾ ਕੁ ਚਿਰ ਚੱਲਦਾ ਹੋਊਗਾ? ਉਦੋਂ ਕਦਰ ਬਣਾਉਣ ਦਾ ਸਮਾਂ ਹੁੰਦਾ, ਉਦੋਂ ਕਿਸੇ ਪਰਿਵਾਰ ਨਾਲ ਜੁੜਨ ਦਾ ਸਮਾਂ ਹੁੰਦਾ, ਉਦੋਂ ਵੀ ਉਹ 10-5,000 ਰੁਪਏ ਦੇ ਪਿੱਛੇ ਮਤਲਬ ਇਹ ਆਪਣੀ ਜਿਹੜੀ ਕਦਰ ਬਣਦੀ ਨੂੰ ਗਵਾ ਲੈਂਦੇ ਨੇ, ਜਿਹੜਾ ਇੱਕ ਕਾਰਨ ਹੈ ਜੋ ਆਪਾਂ ਡਿਸਕਸ਼ਨ ਕਰ ਰਹੇ। ਨਹੀਂ ਦੇਖੋ, ਇਹਦੇ ਬਾਰੇ ਨਾ ਆਪਣਾ ਸ਼ਾਇਦ ਆਪਾਂ ਪਹਿਲਾਂ ਗੱਲ ਕੀਤੀ ਹੋਈ ਸੀ ਇਸ ਬਾਰੇ ਕਿ ਜੇ ਕੋਈ ਆਪਾਂ ਨੂੰ ਹੁਣ ਪਤਾ ਲੱਗ ਗਿਆ ਨਾ, ਅਸੀਂ ਥੋੜ੍ਹੇ ਬਹੁਤੇ ਪੜ੍ਹ ਲਿਖ ਗਏ ਤੇ ਸਾਨੂੰ ਪਤਾ ਲੱਗ ਗਿਆ ਕਿ 500 ਰੁਪਏ ਜਿਹੜੀ ਵੋਟ ਵਿਕਦੀ ਆ ਮਾੜੀ ਆ, 5,000 ਜੇ ਕੋਈ ਪਰਿਵਾਰ ਦਿੰਦਾ। ਪਰ ਇਹ ਪੜ੍ਹਿਆ ਲਿਖਿਆ ਬੰਦਾ ਹੀ ਇਹਨਾਂ ਗੱਲਾਂ ਨੂੰ ਐਨਾਲਿਸਿਸ ਕਰ ਸਕਦਾ। ਜਿਨ੍ਹਾਂ ਨੂੰ ਤੁਸੀਂ ਐਜੂਕੇਸ਼ਨ ਹੀ ਨਹੀਂ ਦਿੱਤੀ, ਉਹਨਾਂ ਤੋਂ ਤੁਸੀਂ ਇਹ ਤਵੱਕੋ ਕਰੋ ਕਿ ਇਹ ਬੰਦੇ ਸਮਝ ਜਾਣਗੇ। ਐਜੂਕੇਸ਼ਨ ਦਾ ਹੱਲ ਆਪਣੇ ਆਪ ਹੀ ਕਰਨਾ ਪਊਗਾ। ਨਹੀਂ, ਮੈਨੂੰ ਲੱਗਦਾ ਕਿ ਨਹੀਂ ਮਸਲਾ ਦੱਸਾਂ ਕੀ ਹੈ ਵੀਰ ਜੀ, ਕਿ ਆਪਣਾ ਜਿਹੜਾ ਹੱਲ ਹੈ ਨਾ, ਆਮ ਬੰਦਾ ਜਿਹੜਾ ਹੁੰਦਾ ਉਹਨੇ ਨਾ ਤੇ ਕਿਸੇ ਬਾਦਲ ਨੂੰ ਮਿਲਣਾ, ਨਾ ਕਿਸੇ ਅਮਰਿੰਦਰ ਨੂੰ ਮਿਲਣਾ, ਨਾ ਉਹਨੇ ਕਿਸੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੂੰ ਮਿਲਣਾ, ਨਾ ਉਹਨੇ ਕਿਸੇ MP MLA ਨੂੰ ਮਿਲਣਾ। ਉਹਨੇ ਸਿਰਫ ਉਹਨੂੰ ਮਿਲਣਾ ਜਿਹੜੇ ਜਿਸ ਬੰਦੇ ਨੇ ਉਹਦਾ ਕੰਮ ਕਰਵਾਉਣਾ। ਪਿੰਡ ਦਾ ਕੋਈ ਪੰਚ ਹੋਵੇ, ਕੋਈ ਸਰਪੰਚ ਹੋਵੇ, ਕੋਈ ਨੰਬਰਦਾਰ ਹੋਵੇ, ਜਿਹਦਾ ਬੰਦਾ ਉਹਦੇ ਕੰਮ ਛੋਟੇ ਮੋਟੇ ਕਰਵਾਉਂਦਾ, ਉਹਨੂੰ ਕੀ ਲੋੜ ਪੈਣੀ ਆ ਕਿਤੇ ਨਾ ਕਿਤੇ ਵੀ ਹਾਂ ਜੀ ਉਹਦਾ ਨੀਲਾ ਕਾਰਡ ਬਣਵਾਉਣਾ ਜੀ, ਕਿਤੇ ਪੈਨਸ਼ਨ ਦੇ ਫਾਰਮ ਭਰਵਾਉਣੇ ਨੇ, ਕਿਤੇ ਕੋਈ ਬੱਚੇ ਦਾ ਕੋਈ ਸਰਟੀਫਿਕੇਟ ਟੈਸਟਡ ਕਰਵਾਉਣਾ ਆ। ਵੱਧ ਤੋਂ ਵੱਧ ਉਹਨੂੰ ਛੋਟੇ ਮੋਟੇ ਇਹੋ ਜਿਹੇ ਕੰਮ ਪੈਣੇ ਨੇ। ਉਹ ਕਿਹਦੇ ਤੋਂ ਪੈਣੇ ਨੇ? ਜਿਹੜਾ ਪਿੰਡ ਦਾ ਕੋਈ ਛੋਟਾ ਮੋਟਾ ਮੋਤਬਰ ਇਨਸਾਨ ਹੋਏਗਾ। ਉਹ ਜਿਹੜਾ ਵੋਟ ਵਿਕਦੀ ਆ ਨਾ ਜੀ, ਬਹੁਤੀ ਵਾਰਾਂ ਕੀ ਕਿਹਾ ਜਾਂਦਾ ਕਿ ਆਮ ਬੰਦਿਆਂ ਨੂੰ 500 ਰੁਪਏ ਵੋਟ, ਆਮ ਬੰਦਿਆਂ ਨੂੰ ਘੱਟ ਵਿਕਦੀ ਆ। ਉਹ ਜਿਹੜਾ ਮੋਤਬਰ ਹੁੰਦਾ ਨਾ, ਜਿਹਦੇ ਪਿੱਛੇ 10 ਪਰਿਵਾਰ ਲੱਗੇ ਹੁੰਦੇ, ਉਹ ਬੰਦਾ ਵਿਕਦਾ ਜੀ। ਕਿ ਜਿਹੜਾ ਬੰਦਾ ਕਹਿੰਦਾ ਕਿਤੇ ਮੀਟਿੰਗ ਦੇ ਵਿੱਚ ਕੋਈ ਨਹੀਂ, ਮੇਰੇ ਨਾਲ ਜਿਹੜੇ ਆਪਣੇ ਪੱਤੀ ਦੇ ਸਾਰੀ ਮੇਰੇ ਨਾਲ ਹੀ ਆ ਭਾਜੀ, ਤੁਸੀਂ ਚਲੋ, ਉਹ ਬੰਦਾ ਵਿਕਦਾ। ਨਹੀਂ, ਸਰਪੰਚੀ ਦੇ ਵੋਟਾਂ ਦੇ ਵਿੱਚ ਨਹੀਂ ਹੁੰਦਾ। ਸਰਪੰਚੀ ਦੇ ਵੋਟਾਂ ਵਿੱਚ ਤਾਂ ਆਪ ਵੀ ਤੁਸੀਂ ਮੰਨੋ ਇਹ ਗੱਲ ਨੂੰ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਵੋਟ ਦਾ ਟਾਈਮ ਆਉਂਦਾ ਨਾ ਜੀ, ਇਲੈਕਸ਼ਨ ਅਸੀਂ ਲੜ ਕੇ ਵੀ ਦੇਖੇ ਨੇ, ਜਾਂ ਉਹ ਆਪਸ ਦੇ ਵਿੱਚ ਬੈਠੇ ਹੋਏ, ਫਿਰ ਉਦੋਂ ਉਹਨਾਂ ਦੇ ਕੋਲੇ ਬਸ ਥੋੜਾ ਮਾਨ ਸਤਿਕਾਰ, ਮਤਲਬ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇੱਕ ਬੰਦੇ ਨੂੰ ਐ ਨਹੀਂ ਵੀ ਉਹਦੀ ਕਦਰ ਬਸ ਪਵਾਓ ਆਪਦੀ, ਪਰ ਜਿਹੜਾ ਇਹ ਸੱਚਮੁੱਚ ਦਲਿਤ ਭਾਈਚਾਰੇ ਦੇ ਨਾਲ ਜੋ ਸ਼ੋਸ਼ਣ ਹੋ ਰਿਹਾ ਹੈ ਉਹ ਸਾਡੇ ਤੋਂ ਲੁਕਿਆ ਨਹੀਂ ਹੈ। ਅਸੀਂ ਦੇਖਿਆ, ਸਭ ਨੇ ਦੇਖਿਆ, ਚਾਹੇ ਹੁਣ ਕਮੈਂਟ ਕਰਨ ਵਾਲੇ ਚਾਹੇ ਗੁਸਤਾਖ ਜੀ ਨਾ ਮੰਨਣ, ਚਾਹੇ ਬਹੁਤ ਸਾਰਾ ਪੁੱਠਾ ਸਿੱਧਾ ਬੋਲਣ, ਪਰ ਮੈਂ ਜ਼ਰੂਰ ਕਹੂੰਗਾ ਕਿ ਸਾਰੀ ਇੰਟਰਵਿਊ ਨੂੰ ਸੁਣਨ, ਸਾਰੇ ਤਰਕ ਨੂੰ ਸਮਝਣ ਤੇ ਫਿਰ ਕਮੈਂਟ ਕਰਨ, ਹੈ ਨਾ। ਪਰ ਫਿਰ ਵੀ ਜਦੋਂ ਮੌਕਾ ਹੁੰਦਾ, ਕਈ ਵਾਰੀ ਅਸੀਂ ਬਹੁਤ ਜ਼ਿਆਦਾ ਦੱਬੇ ਜਾ ਰਹੇ ਨੇ, ਪਰ ਜਦੋਂ ਸਾਡੇ ਕੋਲ ਮੌਕਾ ਹੁੰਦਾ ਉਦੋਂ ਸੋਚਦੇ ਨੇ ਵੀ ਨਹੀਂ ਹੁਣ ਫਿਰ ਇਹਦਾ ਕੋਈ ਫਾਇਦਾ ਚੱਕ ਲਈਏ। ਇਹ ਗੱਲ ਜਿਹੜੀ ਝੋਨਾ ਲਵਾਈ ਦੇ ਵਿੱਚ ਵੀ ਆਈ ਹੈ, ਕਰੋਨਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ, ਪਰ ਜੋ ਤੁਸੀਂ ਕਿਹਾ ਉਹ ਜ਼ਿਆਦਾ ਪਰਸੈਂਟੇਜ ਹੈ, ਪਰ ਫਿਰ ਵੀ ਕੁਝ ਪਰਸੈਂਟੇਜ ਲੋਕਾਂ ਨੇ, ਮਜ਼ਦੂਰ ਵਰਗ ਨੇ ਇਸ ਗੱਲ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।
ਤੇ ਖਾਸ ਕਰਕੇ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਜਿੱਥੇ ਉਹਨਾਂ ਦਾ ਪਿੰਡ ਦੇ ਨਾਲ ਸਾਂਝ ਬਣਨੀ ਹੁੰਦੀ ਹੈ ਉੱਥੇ ਵੀ ਉਹ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਨੇ। ਦੇਖੋ ਇਹਦੀ ਮੈਂ ਇੱਕ ਕਨਕਲੂਡ ਕਰਨਾ ਚਾਹੂੰਗਾ ਇਸ ਗੱਲ ਨੂੰ ਕਿ ਜਿਵੇਂ ਤੁਸੀਂ ਕਿਹਾ ਨਾ ਕਿ ਵੱਖਰੇ ਵੱਖਰੇ ਜਿਹੜੇ ਲੋਕ ਆ ਉਹ ਵਿਕ ਜਾਂਦੇ ਨੇ, ਤੁਸੀਂ ਇਹ ਦੇਖੋ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਭਾਜਪਾ ਨਾਲ ਜੁੜਿਆ ਹੋਇਆ, ਕੋਈ ਆਪ ਨਾਲ ਜੁੜਿਆ ਹੋਇਆ, ਕੋਈ ਬਸਪਾ ਨਾਲ ਜੁੜਿਆ ਹੋਇਆ, ਕੋਈ ਖਾਲਿਸਤਾਨ ਦੀ ਮੂਵਮੈਂਟ ਨਾਲ ਜੁੜਿਆ ਹੋਇਆ। ਸੋ ਜਦੋਂ ਇਹ ਆਪਣੀਆਂ ਉੱਥੇ ਵੀ ਮੰਗਾਂ ਨੂੰ ਨਹੀਂ ਇਕੱਠੇ ਹੋ ਸਕਦੇ, ਇਹ ਜਿਹੜੀ ਵਿਭਿੰਨਤਾ ਰਹੀ ਹੈ ਨਾ ਇਹ ਹਮੇਸ਼ਾ ਹੀ ਰਹਿਣੀ ਆ। ਇਸੇ ਕਰਕੇ ਇਹ ਹਮੇਸ਼ਾ ਜੇ ਕਹਿ ਰਹੀ ਨਾ ਕਿ ਜਦੋਂ ਰਾਜ ਪਲਟਣੇ ਹੁੰਦੇ ਆ, ਜਿਹੜੇ ਹੁਣ ਜੇ ਇਸ ਵੇਲੇ ਕਹੀਏ ਭਾਜਪਾ ਜਿਹੜੀ ਆ ਰਾਜ ਕਰ ਰਹੀ ਆ ਮੁਲਕ ਦੇ ਉੱਪਰ, ਤੇ ਭਾਜਪਾ ਨੇ ਜਿਹੜਾ ਦੇਖਿਆ ਕਿ ਜਿਹੜਾ ਖਰੀਦਣ ਵਾਲਾ ਉਹਨੂੰ ਖਰੀਦ ਲਿਆ, ਜਿਹੜਾ ਕੋਈ ਪਿਆਰ ਮੁਹੱਬਤ ਨਾਲ ਰਿਸ਼ਤੇਦਾਰੀ ਨਾਲ ਮਨਾਉਣ ਵਾਲਾ ਉਹਨੂੰ ਮਨਾ ਲਿਆ, ਸਾਮ ਦਾਮ ਦੰਡ ਭੇਦ ਜਿਹੜਾ ਵੀ ਚੱਲਦਾ ਉਹਦੇ ਨਾਲ ਉਹਨਾਂ ਨੇ ਆਪਣਾ ਪਹਿਲਾ ਟੀਚਾ ਰੱਖਿਆ ਵੀ ਆਪਾਂ ਰਾਜ ਕਰਨਾ। ਪਰ ਸਾਡੇ ਕੀ ਆ ਕਿ ਸਾਡੇ ਵੱਖੋ ਵੱਖਰਾ ਰਾਜ ਲੈਣ ਨੂੰ ਕੋਈ ਉਹ ਕਹਿੰਦੇ ਜੀ ਹੁਣ ਜਿਹੜੇ ਬਸਪਾ ਵਾਲੇ ਨੇ ਪ੍ਰਸ਼ਾਂਤ ਭੂਸ਼ਣ ਇਸ ਵੇਲੇ ਉੱਤੇ ਕੇਸ ਬਣਿਆ ਹੋਇਆ, ਤੇ ਸਾਰੇ ਮੁਲਕ ਦੇ ਜਿਹੜੇ ਬੁੱਧੀਜੀਵੀ ਨੇ ਚੰਗੇ ਪੜ੍ਹੇ ਲਿਖੇ ਲੋਕ ਨੇ ਉਹ ਇਹਦੇ ਨਾਲ ਸਪੋਰਟ ਕਰ ਰਹੇ ਨੇ ਕਿ ਉਹਨੇ ਜਿਹੜਾ ਆਪਣਾ ਸੁਪਰੀਮ ਕੋਰਟ ਦੇ ਜੱਜਾਂ ਦੇ ਉੱਪਰ ਟਿੱਪਣੀ ਕੀਤੀ ਉਹ ਜਾਇਜ਼ ਕੀਤੀ ਆ, ਉਹਨੂੰ ਮਾਫੀ ਨਹੀਂ ਮੰਗਣੀ ਚਾਹੀਦੀ। ਪਰ ਬਸਪਾ ਵਾਲਿਆਂ ਨੇ ਇੱਕ ਮੁਹਿੰਮ ਚਲਾਈ ਹੋਈ ਆ ਕਿ ਜਿਹੜਾ ਪ੍ਰਸ਼ਾਂਤ ਭੂਸ਼ਣ ਆ ਇਹ ਬੜਾ ਘਟੀਆ ਆਦਮੀ ਆ, ਇਹਨੇ ਜ਼ਮੀਨ ਦੇ ਸੌਦੇ ਦੇ ਵਿੱਚ ਘਪਲੇਬਾਜ਼ੀ ਕੀਤੀ ਆ, ਫਲਾਣੀ ਜ਼ਮੀਨ ਲੈ ਕੇ ਇਹਨੇ ਵੇਚ ਦਿੱਤੀ ਸੀ। ਮਤਲਬ ਇਹ ਕਦੀ ਵੀ ਨਹੀਂ ਦੇਖਦੇ ਕਿ ਆਪਣੀ ਜਿਹੜੀ ਇੱਕ ਮੂਵਮੈਂਟ ਜਾਂ ਇੱਕ ਗੱਲ ਜਿਹੜੀ ਰਾਈਟ ਡਾਇਰੈਕਸ਼ਨ 'ਚ ਚੱਲ ਰਹੀ ਆ, ਘੱਟੋ ਘੱਟ ਉਸ ਵੇਲੇ ਛੋਟੇ ਮੋਟੇ ਆਪਣੇ ਮਤਭੇਦ ਛੱਡ ਦਿਓ। ਉਸ ਵੇਲੇ ਵੀ ਅਸੀਂ ਮਤਭੇਦ ਨਹੀਂ ਛੱਡ ਰਹੇ। ਸੋ ਇਹ ਹਰ ਜਗ੍ਹਾ ਜਿਹੜੀ ਆ ਨਾ, ਜੇ ਕਹਿ ਰਹੀਏ ਕਿ ਪਿੰਡਾਂ ਦੇ ਵਿੱਚ ਕਹਿ ਰਹੀਏ ਕਿ ਹਾਂ ਉਹਨਾਂ ਦੀ ਆਪਸ 'ਚ ਬਣਦੀ ਨਹੀਂ ਹੈ ਜਾਂ ਕੋਈ ਗੱਲ ਹੈਗੀ, ਉਹ ਛੋਟੇ ਮੋਟੇ ਜਾਤੀਗਤ ਮਤਭੇਦ ਨੇ, ਆਂਢ ਗੁਆਂਢ ਦੇ ਮਤਭੇਦ ਨੇ, ਉਹ ਚੱਲਦੇ ਰਹਿੰਦੇ ਨੇ। ਤੇ ਆਮ ਜਿਹੜਾ ਨਾ ਇਹ ਜਦੋਂ ਇਹ ਗੱਲ ਕਰਾਂ ਫਿਰ ਮੇਰੀ ਕਵਿਤਾ ਦੀ ਗੱਲ ਆਈ ਨਹੀਂ, ਕਵਿਤਾ ਦੀ ਚਲੋ ਮੈਂ ਹੁਣ ਨਹੀਂ ਗੱਲ ਕਰਾਂਗਾ, ਉਹਨੂੰ ਮੈਂ ਇੱਕ ਸਿੱਧੀ ਗੱਲ ਕਰ ਦਿੰਦਾ ਹੈ ਕਿ ਜਿਹੜਾ ਆਮ ਬੰਦਾ ਨਾ ਉਹ ਝੰਡੇ ਥੱਲੇ ਨਹੀਂ ਇਕੱਠੇ ਹੁੰਦਾ, ਉਹ ਡੰਡੇ ਥੱਲੇ ਇਕੱਠਾ ਹੁੰਦਾ। ਉਹਨੂੰ ਪਤਾ ਹੁੰਦਾ ਕਿ ਝੰਡੇ ਦੇ ਵਿੱਚ ਜਿਹੜਾ ਡੰਡਾ ਹੈ ਨਾ ਉਹਨੇ ਰਾਜ ਕਰਨਾ। ਝੰਡਾ ਤੋਂ ਉੱਪਰ ਬਦਲਦਾ ਰਹਿਣਾ, ਅੱਜ ਭਗਵਾ ਆ ਗਿਆ, ਉੱਪਰ ਤਿਰੰਗਾ ਆ ਗਿਆ, ਉੱਪਰ ਆ ਗਿਆ, ਜਿਹੜਾ ਡੰਡਾ ਉਹਨੇ ਰਾਜ ਕਰਨਾ। ਉਹਨੂੰ ਪਤਾ ਪਾਵਰ ਨੇ ਰਾਜ ਕਰਨਾ ਤੇ ਮੈਂ ਪਾਵਰ ਨਾਲ ਬਣਾ ਕੇ ਰੱਖਣੀ ਆ, ਉਹਦੇ ਲਈ ਮੈਂ ਜਿੱਦਾਂ ਮਰਜ਼ੀ ਕਰ ਲਾਂ। ਉਹ ਜਿਹੜਾ ਅਨਪੜ੍ਹ ਲੋਕਾਂ ਨੂੰ ਵੀ ਇੰਨੀ ਕੁ ਸਮਝ ਆਈ ਹੋਈ ਆ। ਇਹ ਸਾਰਾ ਸਿਸਟਮ ਬਦਲਣਾ ਜਿਹੜਾ ਪੈਣਾ ਕਿ ਉਹਨਾਂ ਨੂੰ ਘੱਟੋ ਘੱਟ ਇੰਨਾ ਪਤਾ ਲੱਗੇ ਕਿ ਸਿਰਫ ਪਾਵਰ ਵਾਲੇ ਨਾਲ ਜੁੜ ਕੇ ਨਹੀਂ ਸਰਨਾ, ਐਜੂਕੇਟਡ ਹੋ ਕੇ ਸਰਨਾ। ਬਹੁਤ ਬਹੁਤ ਵਧੀਆ। ਔਰ ਇਹ ਸਨ ਜੀ ਗੁਸਤਾਖ ਜ਼ਹਿਨ, ਤੇ ਅੱਜ ਦਾ ਜਿਹੜਾ ਮੁੱਦਾ ਸੀਗਾ ਸਾਡਾ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਦੇ ਅੰਦਰਲੇ ਤਰਕ ਨੂੰ, ਇਸ ਦੀ ਅੰਦਰਲੀ ਗੱਲ ਨੂੰ ਜ਼ਰੂਰ ਸਮਝੋਗੇ, ਕਿਉਂਕਿ ਬੜਾ ਇਹੋ ਜਿਹਾ ਮੁੱਦਾ ਸੀ ਜਿਹਦੇ ਤੇ ਗੁਸਤਾਖ ਜੀ ਆਮ ਤੌਰ ਤੇ ਲੋਕ ਗੱਲ ਕਰਦੇ ਨਹੀਂ। ਜਿੰਨੀ ਬੇਬਾਕੀ ਦੇ ਨਾਲ ਤੁਸੀਂ ਬੋਲਿਆ, ਆਮ ਤੌਰ ਤੇ ਲੋਕ ਇਹ ਗੱਲ ਕਰਦੇ ਨਹੀਂ, ਪਰ ਬਿਲਕੁਲ ਸੱਚੀਆਂ ਗੱਲਾਂ ਨੇ। ਸਾਡੇ ਪਿੰਡਾਂ ਦੇ ਵਿੱਚ 2-2 3-3 ਗੁਰਦੁਆਰੇ ਨੇ, ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ। ਸਾਡੇ ਪਿੰਡਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ 3-3 4-4 ਧੜੇ ਨੇ, ਸਾਡੇ ਵਾਸਤੇ ਸ਼ਰਮ ਦੀ ਗੱਲ ਹੈ। ਤੇ ਅਸੀਂ ਆਪਣੇ ਵੱਲੋਂ ਜਿੰਨਾ ਜ਼ੋਰ ਲਾ ਸਕਦੇ ਹਾਂ ਉਹ ਲਾਉਂਦੇ ਰਵਾਂਗੇ, ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਚੀਜ਼ਾਂ ਅਪਣਾਵਾਂਗੇ। ਗੁਸਤਾਖ ਜ਼ਹਿਨ ਦੀ ਦਾ ਬਹੁਤ ਬਹੁਤ ਧੰਨਵਾਦ ਇਸ ਸੰਜੀਦਾ ਮੁੱਦੇ ਤੇ ਗੱਲਬਾਤ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਅਗਲੇ ਦੂਸਰਾ ਪੱਖ ਦੇ ਤੀਜੇ ਐਪੀਸੋਡ ਦੇ ਵਿੱਚ ਇੱਕ ਨਵੇਂ ਤੇ ਬੜੇ ਵਧੀਆ ਕਿਸੇ ਟੌਪਿਕ ਦੇ ਨਾਲ ਦੁਬਾਰਾ ਮਿਲਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਸਾਥੀ ਗੁਸਤਾਖ ਜ਼ਹਿਨ ਨੂੰ ਦਿਓ ਇਜਾਜ਼ਤ। ਧੰਨਵਾਦ।